ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਰਹਾ ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚਹਿ ਰਲ ਮਿਲ ਪਾਈ, ਟੋਟ ਨ ਆਵੈ ਵਧਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ, ਜੁਗੋ ਜੁਗ ਅਟਲ ਤਖਤ ਚਵਰ ਛਤਰ ਸਿੰਘਾਸਨ ਕੇ ਮਾਲਿਕ, ਬਾਣੀ ਕੇ ਬੋਹਿਤ ਨਾਮ ਕੇ ਜਹਾਜ। ਦਸਾਂ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਵਰੂਪ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਸਰਬ ਕਲਾ ਭਰਪੂਰ। ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਦਇਆਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤ ਦੇ ਸਦਕਾ ਸਾਹਿਬੇ ਕਮਾਲ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਨੀਲੇ ਦੇ ਸ਼ਾਹ ਅਸਵਾਰ, ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਗਰੀਬ ਨਿਵਾਜ ਸਤਿਗੁਰੂ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੀਆਂ ਹਾਜ਼ਰੀਆਂ। ਗਰੀਬ ਨਿਵਾਜ ਸਤਿਗੁਰੂ ਜੀ ਨੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨਾ ਕੀਤੀਆਂ ਨੇ। ਵਡਭਾਗੀ ਜਨਾਂ ਨੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਨੂੰ ਪੜ੍ਹ ਕਰਕੇ ਸਰਵਣ ਕਰਕੇ ਗਾਇਨ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਹੁਣ ਵਕਤ ਹੈ ਸਤਿਗੁਰੂ ਜੀ ਦੇ ਪਾਵਨ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨੇ ਦਾ। ਸਾਧ ਸੰਗਤ ਜੀ, ਸਾਡੇ ਇਸ਼ਟ ਸਾਡੇ ਗੁਰਦੇਵ ਸਾਡੇ ਸਤਿਗੁਰੂ ਜੀ ਸਾਡੇ ਪ੍ਰਮਾਤਮਾ ਜੀ ਸਾਡੇ ਨਿਰੰਕਾਰ ਜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ। ਵੱਡਿਆਂ ਸਤਿਗੁਰਾਂ ਦੇ ਬਚਨ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਅੰਮ੍ਰਿਤ ਬਚਨ ਨੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਪ੍ਰਵਚਨ ਨੇ, ਪੋਥੀ ਪਰਮੇਸ਼ਰ ਕਾ ਥਾਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਤਿਆਰੀ ਹੋਈ, ਸੰਪਾਦਨਾ ਹੋਈ, ਮਹਾਰਾਜ ਜੀ ਦਾ ਸਵਰੂਪ ਤਿਆਰ ਹੋਇਆ ਤੇ ਨਾਮ ਪੋਥੀ ਸਾਹਿਬ ਰੱਖਿਆ ਗਿਆ। ਤੇ ਹਜ਼ੂਰ ਜੀ ਨੇ ਪ੍ਰਵਚਨ ਫਰਮਾਵਣਾ ਕੀਤਾ, ਭਾਈ ਇਹ ਪੋਥੀ ਸਾਹਿਬ ਪਰਮੇਸ਼ਰ ਦਾ ਸਥਾਨ, ਪਰਮੇਸ਼ਰ ਸਰੂਪ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਫਰਮਾਵਣਾ ਕੀਤੇ, ਹਿਰਦੈ ਚਰਨ ਬਚਨ ਸਤਿਗੁਰ ਕੋ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਧਿਓ ਪਾਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰ ਸ਼ਬਦ ਨੂੰ ਅਤਿਅੰਤ ਮਹਾਨਤਾ ਦਿੱਤੀ ਹੈ, ਵਡਿਆਈ ਦਿੱਤੀ ਹੈ। ਤੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਵਣਾ ਕੀਤਾ ਹੈ। ਇਹ ਬੇਨਤੀਆਂ ਤਾਂ ਕੀਤੀਆਂ ਜਾ ਰਹੀਆਂ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਪ੍ਰਬੰਧਕ ਜਨਾਂ ਵੱਲੋਂ, ਗੁਰਮੁਖ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਦੇ ਪ੍ਰਥਾਏ ਬਚਨ ਜਿਹੜੇ ਨੇ ਕੁਝ ਸਮਾਂ ਸੰਗਤ ਦੇ ਨਾਲ ਸਾਂਝੇ ਕੀਤੇ ਜਾਣ। ਅੱਜ ਵੀ ਦੀਵਾਨ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਹੀਂ ਪੈਣੇ ਤੇ ਕੱਲ ਵੀ ਨਹੀਂ ਪੈਣਗੇ। ਇਸ ਕਰਕੇ ਅੱਜ ਦਾ ਦਿਨ ਵੀ ਕਥਾ ਵਿਚਾਰ ਦਾ ਜਿਹੜਾ ਸਮਾਂ ਹੈ ਉਹ 1.5 ਘੰਟੇ ਵਾਸਤੇ ਹੁਕਮ ਹੋਇਆ ਹੈ ਤੇ ਕੱਲ ਨੂੰ ਵੀ 1.5 ਘੰਟਾ ਕਥਾ ਵਿਚਾਰ ਕੀਤੀ ਜਾਵੇਗੀ। ਪਹਿਲਾਂ ਕੁਝ ਸਮਾਂ ਇਤਿਹਾਸ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪ੍ਰਥਾਏ ਆਪ ਜੀ ਦੇ ਨਾਲ ਬਚਨ ਜੋ ਨੇ ਉਹ ਆਪ ਜੀ ਦੇ ਨਜ਼ਰ ਕੀਤੇ ਜਾਣਗੇ, ਸਾਂਝੇ ਕੀਤੇ ਜਾਣਗੇ। ਉਸ ਤੋਂ ਉਪਰੰਤ ਸਤਿਗੁਰੂ ਜੀ ਦੀ ਪਾਵਨ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਦੁਆਰਾ ਨਦਰ ਦੁਆਰਾ ਕੀਤੀ ਜਾਵੇਗੀ। ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਤਨੀ ਗੁਰਬਾਣੀ ਲਿਖਿਆ ਕਰਦੇ ਨਾ, ਉਚਾਰਿਆ ਕਰਦੇ, ਨਾਲ ਦੀ ਨਾਲ ਪੋਥੀ ਸਾਹਿਬ ਦੇ ਵਿੱਚ ਲਿਖ ਲਿਆ ਕਰਦੇ ਸਨ, ਜਿਸ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ ਮਿਲਦਾ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੱਕੇ ਮਦੀਨੇ ਗਏ ਨੇ ਨਾ, ਤੇ ਭਾਈ ਸਾਹਿਬ ਜੀ ਫਰਮਾਨ ਕਰਦੇ ਨੇ, ਆਸਾ ਹੱਥ ਕਿਤਾਬ ਕਸ਼, ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੱਥ ਦੇ ਵਿੱਚ ਆਸਾ ਪਕੜਿਆ ਹੋਇਆ, ਸੋਟਾ ਪਕੜਿਆ ਹੋਇਆ ਹੈ। ਹੁਣ ਸੋਟਾ ਕਹਿ ਲਈਏ, ਡਾਂਗ ਕਹਿ ਲਈਏ, ਦੋਵਾਂ ਦਾ ਇੱਕ ਹੀ ਅਰਥ ਹੈ। ਹੱਥ ਦੇ ਵਿੱਚ ਸੋਟਾ ਪਕੜਿਆ ਹੋਇਆ ਤੇ ਆਪ ਹਜ਼ੂਰ ਦੇ ਪਾਸ ਗੁਰਬਾਣੀ ਦੀ ਪੋਥੀ ਹੈ। ਇਸ ਪ੍ਰਕਾਰ ਜਿਤਨੀ ਬਾਣੀ ਆਪ ਜੀ ਉਚਾਰਿਆ ਕਰਦੇ, ਨਾਲ ਦੀ ਨਾਲ ਲਿਖਿਆ ਕਰਦੇ ਸਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਗੁਰਸਿੱਖ ਹਜ਼ੂਰ ਪਾਤਸ਼ਾਹ ਜੀ ਦੇ ਕੋਲ ਆਉਂਦੇ, ਚਰਨਾਂ ਦੀ ਸ਼ਰਨ ਵਿੱਚ ਰਹਿੰਦੇ, ਗੁਰਬਾਣੀ ਦੇ ਕਿਤਨੇ ਸ਼ਬਦ ਲਿਖ ਕਰਕੇ ਲੈ ਜਾਇਆ ਕਰਦੇ, ਕਿਤਨੇ ਗੁਰਸਿੱਖ ਜ਼ੁਬਾਨੀ ਸ਼ਬਦ ਯਾਦ ਕਰ ਲਿਆ ਕਰਦੇ ਤੇ ਉਹਨਾਂ ਸ਼ਬਦਾਂ ਦਾ ਹਰ ਰੋਜ਼ ਨਿਤਨੇਮ ਕੀਤਾ ਕਰਿਆ ਕਰਦੇ, ਪਾਠ ਕਰਿਆ ਕਰਦੇ ਸਨ। ਜਿੱਥੇ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ, ਸ਼ਾਮ ਨੂੰ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ, ਇਸ ਪ੍ਰਕਾਰ ਇਹ ਨੇਮ ਗੁਰਸਿੱਖਾਂ ਦਾ ਆਦਿ ਸਮੇਂ ਤੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਚੱਲਿਆ ਆਉਂਦਾ ਸੀ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰਬਾਣੀ ਉਚਾਰਣਾ ਕੀਤੀ ਹੈ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਗੁਰਬਾਣੀ ਉਚਾਰਣਾ ਕੀਤੀ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੱਡਾ ਭਾਰੀ ਪਰ ਉਪਕਾਰ ਕੀਤਾ, ਗੁਰਬਾਣੀ ਰਚਦੇ ਨੇ। ਪਰ ਇਧਰ ਈਰਖਾ ਦੇ ਵਸ ਹੋਏ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਿਥੀ ਚੰਦ ਜੀ ਤੇ ਪ੍ਰਿਥੀ ਚੰਦ ਜੀ ਦੇ ਪੁੱਤਰ ਮਿਹਰਵਾਨ, ਜੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਰਿਸ਼ਤੇ ਦੇ ਵਿੱਚ ਵੱਡੇ ਭਰਾਤਾ ਜੀ ਲੱਗਦੇ ਨੇ, ਪ੍ਰਿਥੀ ਚੰਦ ਜੀ। ਉਹਨਾਂ ਦਾ ਜਿਹੜਾ ਪੁੱਤਰ ਮਿਹਰਵਾਨ ਹੈ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬੜਾ ਦੁਲਾਰ ਕਰਿਆ ਕਰਦੇ, ਬੜਾ ਪਿਆਰ ਕਰਿਆ ਕਰਦੇ। ਪਰ ਪ੍ਰਿਥੀ ਚੰਦ ਦੇ ਹਿਰਦੇ ਦੇ ਅੰਦਰ ਖੋਟ, ਕਹਿਣ ਲੱਗਾ ਜੀ ਇਹਨਾਂ ਨੇ ਗੁਰਿਆਈ ਮੇਰਾ ਹੱਕ ਸੀ ਕਿਉਂਕਿ ਮੈਂ ਵੱਡਾ ਸੀ, ਪਰ ਇਹਨਾਂ ਨੇ ਪਿਤਾ ਸਤਿਗੁਰੂ ਜੀ ਦੀ ਸੇਵਾ ਕਰਕੇ ਗੁਰਿਆਈ ਲੈ ਲਈ ਹੈ। ਹੁਣ ਇਹਨਾਂ ਦੇ ਘਰ ਵਿੱਚ ਔਲਾਦ ਨਹੀਂ ਹੋਵੇਗੀ ਤੇ ਗੁਰਤਾ ਗੱਦੀ ਦੇ ਉੱਪਰ ਮੇਰਾ ਪੁੱਤਰ ਬੈਠੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਗੁਰਬਾਣੀ ਦੀ ਰਚਨਾ ਕਰਦੇ ਨੇ ਤੇ ਗਰੀਬ ਨਿਵਾਜ਼ ਤਾਂ ਫਰਮਾਉਂਦੇ ਨੇ, ਪਿਆਰਿਓ ਇਹ ਅਸੀਂ ਕੋਈ ਕਵਿਤਾ ਥੋੜੀ ਬਣਾ ਕੇ ਰਚ ਰਹੇ ਹਾਂ, ਆਪਣੀ ਮਰਜ਼ੀ ਦੇ ਨਾਲ ਥੋੜਾ ਨਾ ਕੋਈ ਗੁਣ ਗਾ ਰਹੇ ਹਾਂ। ਇਹ ਤਾਂ ਵਾਹਿਗੁਰੂ ਜੀ ਨੇ ਬਖਸ਼ਿਸ਼ ਐਸੀ ਕੀਤੀ ਏ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਮੁਖ ਦੇ ਵਿੱਚੋਂ ਇਹ ਅੰਮ੍ਰਿਤ ਬਚਨ ਕਢਾਉਂਦੇ ਨੇ। ਹਰ ਕਰਤਾ ਆਪ ਮੋਹ ਹੋ ਕਢਾਏ, ਇਹ ਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਰਤਾ ਪੁਰਖ ਜੀ ਸਾਡੇ ਮੁਖ ਦੇ ਵਿੱਚੋਂ ਗੁਰਬਾਣੀ ਕਢਾਉਂਦੇ ਨੇ।
ਵੱਡਿਆਂ ਸਤਿਗੁਰਾਂ ਨੇ ਵੀ ਬਚਨ ਫਰਮਾਵਣਾ ਕੀਤੇ ਸਨ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਆਪਣੀ ਰਚੀ ਹੋਈ ਕੋਈ ਕਵਿਤਾ ਨਹੀਂ, ਕੋਈ ਕਾਵ ਰਚਨਾ ਥੋੜਾ ਹੈ ਜਿਹੜਾ ਆਪੇ ਰਚ ਲਈ ਜਾਵੇ। ਇਹ ਤਾਂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ, ਧੁਰ ਦਰਗਾਹ ਤੋਂ ਆ ਰਹੀ ਏ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਹਿਰਦੇ ਤੋਂ ਆ ਰਹੀ ਏ। ਇਹ ਤਾਂ ਹਰੀ ਕਰਤਾ ਜੀ ਮੁਖ ਦੇ ਵਿੱਚੋਂ, ਜ਼ੁਬਾਨੇ ਪਾਕ ਚੋਂ, ਸ਼੍ਰੀ ਕੰਠ ਚੋਂ ਕਢਵਾ ਰਹੇ ਨੇ, ਤੇ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਆਇਆ ਇਹ ਗੁਰਬਾਣੀ ਰਚਦੇ ਨੇ ਤਾਂ ਗੁਰੂ ਨੇ। ਜੇਕਰ ਮੈਂ ਵੀ ਗੁਰਬਾਣੀ ਰਚਾਂ ਤੇ ਮੈਂ ਗੁਰੂ ਬਣ ਜਾਵਾਂਗਾ। ਆਪਣੇ ਪੁੱਤਰ ਮਿਹਰਬਾਨ ਨੂੰ ਵੀ ਕਵਿਤਾ ਰਚਣ ਲਾ ਦਿੱਤਾ। ਉਸ ਦੀ ਵੀ ਬੜੀ ਤੀਖਣ ਮੱਤ ਸੀ, ਬੜੀ ਤੇਜ ਬੁੱਧੀ ਵਾਲਾ ਸੀ, ਬੜਾ ਚਤੁਰ ਸੀ, ਬੜਾ ਸੁਘੜ ਸੀ, ਬੜਾ ਸਿਆਣਾ ਸੀ, ਤੇ ਬੜੀ ਸੋਹਣੀ ਉਸਨੇ ਵੀ ਕਵਿਤਾ ਬਣਾਉਣੀ ਸ਼ੁਰੂ ਕਰ ਦਿੱਤੀ। ਇਵੇਂ ਕਵਿਤਾ ਲਿਖ ਦੇਣੀ, ਤੇ ਕਵਿਤਾ ਦੀ ਜਿਹੜੀ ਲਾਸਟ ਵਾਲੀ ਪੰਕਤੀ, ਅਖੀਰਲੀ ਪੰਕਤੀ ਹੋਣੀ, ਬੰਦ ਦਾ ਅਖੀਰਲਾ ਪਦ, ਉਸ ਦੇ ਵਿੱਚ ਨਾਨਕ ਨਾਮ ਲਿਖ ਦੇਣਾ। ਤੇ ਆਮ ਕਰਕੇ ਭੋਲੇ ਭਾਲੇ ਗੁਰਸਿੱਖਾਂ ਨੂੰ ਪੜ੍ਹਨ ਤੇ ਨਹੀਂ ਸੀ ਪਤਾ ਲੱਗਿਆ ਕਰਦਾ ਕਿ ਸਤਿਗੁਰੂ ਜੀ ਦੀ ਬਾਣੀ ਕਿਹੜੀ ਏ ਤੇ ਮਿਹਰਬਾਨ ਦੀ ਬਾਣੀ ਕਿਹੜੀ ਏ, ਕਿਉਂਕਿ ਗੁਰਸਿੱਖ ਤਾਂ ਨਾਨਕ ਪਦ ਦੇਖਦੇ ਜੀ, ਸਤਿਗੁਰੂ ਜੀ ਦੀ ਗੁਰਬਾਣੀ ਏ। ਇੱਕ ਸਮੇਂ ਰਾਗੀ ਸਿੰਘਾਂ ਨੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸ਼ਬਦ ਦਾ ਕੀਰਤਨ ਕਰਦਿਆਂ ਹੋਇਆਂ ਐਸੇ ਸ਼ਬਦ ਦਾ ਕੀਰਤਨ ਕੀਤਾ ਜੋ ਅੰਮ੍ਰਿਤ ਗੁਰਬਾਣੀ ਦਾ ਨਹੀਂ, ਸਤਿਗੁਰਾਂ ਦਾ ਸ਼ਬਦ ਨਹੀਂ ਸੀ, ਦਰਅਸਲ ਉਹ ਮਿਹਰਬਾਨ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੀ, ਪਰ ਉਸ ਦੇ ਵਿੱਚ ਵੀ ਨਾਨਕ ਪਦ ਸੀ। ਜਿਸ ਵੇਲੇ ਰਾਗੀ ਸਿੰਘਾਂ ਨੇ ਸ਼ਬਦ ਦੀ ਸਮਾਪਤੀ ਕੀਤੀ ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਹੇ ਗੁਰੂ ਕੇ ਕੀਰਤਨੀਓ, ਅੱਜ ਕਿਹੜਾ ਕੀਰਤਨ ਪਏ ਕਰੀ ਜਾਂਦੇ ਹੋ? ਧੁਰ ਕੀ ਬਾਣੀ ਛੱਡ ਕੇ, ਸਤਿਗੁਰੂ ਜੀ ਦੀ ਬਾਣੀ ਛੱਡ ਕੇ, ਸੱਚੀ ਬਾਣੀ ਛੱਡ ਕੇ ਕੱਚੀ ਬਾਣੀ ਨੂੰ ਗਾਇਨ ਕਰੀ ਜਾਂਦੇ ਹੋ। ਤੇ ਹੱਥ ਬੰਨ ਅਰਜ਼ ਗੁਜ਼ਾਰੀ ਸੱਚੇ ਪਾਤਸ਼ਾਹ, ਅਣਜਾਣ ਹਾਂ, ਅਲਪੱਗ ਹਾਂ, ਥੋੜੀ ਮੱਤ ਵਾਲੇ ਹਾਂ, ਨਹੀਂ ਜਾਣਦੇ ਕੱਚੀ ਬਾਣੀ ਕਿਹੜੀ ਏ ਤੇ ਸੱਚੀ ਬਾਣੀ ਕਿਹੜੀ ਏ। ਪਾਤਸ਼ਾਹ ਜੀ, ਅਸੀਂ ਤੇ ਨਾਨਕ ਪਦ ਵਿਚਾਰ ਕਰਕੇ ਵੱਡਿਆਂ ਸਤਿਗੁਰਾਂ ਦੀ ਹੀ ਗੁਰਬਾਣੀ ਜਾਣ ਕਰਕੇ ਗਾਇਨ ਕੀਤੀ ਏ। ਤੇ ਹਜ਼ੂਰ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਨਹੀਂ ਪਿਆਰਿਓ, ਇਹ ਸੱਚੀ ਬਾਣੀ ਨਹੀਂ, ਇਹ ਕੱਚੀ ਬਾਣੀ ਏ। ਇਹ ਗੁਰੂ ਪਾਤਸ਼ਾਹ ਜੀ ਦੀ ਬਾਣੀ ਨਹੀਂ, ਇਹ ਤੇ ਕਵੀ ਦੀ ਬਾਣੀ ਏ। ਤੇ ਸਿੱਖਾਂ ਨੇ ਬੇਨਤੀ ਕਰਨਾ ਕੀਤੀ, ਹੈ ਗਰੀਬ ਨਿਵਾਜ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੀ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਇਹ ਜਿਹੜੀ ਕੱਚੀ ਬਾਣੀ ਏ, ਇਹ ਕੱਚਿਆਂ ਪੁਰਖਾਂ ਨੇ ਕਹਿ ਕਰਕੇ ਕਥਨ ਕੀਤੀ ਏ, ਵਖਿਆਨ ਕੀਤੀ ਏ। ਇਸ ਦੇ ਗਾਇਨ ਕਰਨ ਵਾਲੇ ਵੀ ਕੱਚੇ ਤੇ ਇਸ ਦੇ ਸਰਵਣ ਕਰਨ ਵਾਲੇ ਵੀ ਕੱਚੇ। ਮਹਾਰਾਜ, ਵੱਡਿਆਂ ਸਤਿਗੁਰਾਂ ਦੇ ਬਚਨਾਂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਸੱਚੀ ਬਾਣੀ ਦੀ ਤੇ ਕੱਚੀ ਬਾਣੀ ਦੀ ਸਾਨੂੰ ਤੇ ਪਛਾਣ ਨਹੀਂ, ਕਿਵੇਂ ਨਿਰਣਾ ਕਰੀਏ? ਹਜ਼ੂਰ ਪਾਤਸ਼ਾਹ ਆਪ ਜੀ ਕਿਰਪਾਲਤਾ ਕਰਕੇ ਸਾਨੂੰ ਸੱਚੀ ਬਾਣੀ ਦੀ ਸਮਝ ਦੇਵੋ, ਨਹੀਂ ਤੇ ਅਸੀਂ ਤਾਂ ਭੁੱਲਣ ਹੋਣੀ ਭੁਲੇਖੇ ਵਿੱਚ ਪੈ ਰਹੇ ਹਾਂ। ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਪਤਾ ਲੱਗੇਗਾ ਸੱਚੀ ਬਾਣੀ ਕਿਹੜੀ ਏ ਤੇ ਕੱਚੀ ਬਾਣੀ ਕਿਹੜੀ ਏ? ਸਾਰੀ ਬਾਣੀ ਤੇ ਰਲ ਮਿਲ ਜਾਵੇਗੀ, ਗੁਰਸਿੱਖਾਂ ਦੇ ਪਾਸੋਂ ਹਜ਼ੂਰ ਪਹਿਚਾਣ ਨਹੀਂ ਹੋ ਪਾਵੇਗੀ। ਇਸ ਕਰਕੇ ਗੁਰਸਿੱਖਾਂ ਦੇ ਭਲੇ ਵਾਸਤੇ, ਲੋਕਾਈ ਸਰਬਤ ਦੇ ਭਲੇ ਹਿੱਤ, ਆਪ ਜੀ ਕਿਰਪਾਲਤਾ ਕਰਕੇ ਸਾਨੂੰ ਸੱਚੀ ਬਾਣੀ ਦੀ ਪਛਾਣ ਦੱਸੋ ਜੀ। ਜਦੋਂ ਸਮੂਹ ਸਿੱਖਾਂ ਨੇ ਬੇਨਤੀ ਕਰਨਾ ਕੀਤੀ ਹੈ ਨਾ, ਤੇ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹਿਰਦੇ ਦੇ ਅੰਦਰ ਵਿਚਾਰ ਕਰਨਾ ਕੀਤੀ ਹੈ। ਜਿਵੇਂ ਜਿਸ ਦਰਖਤ ਦੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਤੇ ਮਜ਼ਬੂਤ ਹੋਣ, ਬ੍ਰਿਸ਼ ਓਨਾ ਹੀ ਤਕੜਾ ਵੱਡਾ ਹੁੰਦਾ, ਫਲਦਾ, ਫੁੱਲਦਾ, ਮੌਲਦਾ, ਤੇ ਹਰ ਇੱਕ ਹਨੇਰੀ ਤੂਫਾਨ ਦਾ ਟਾਕਰਾ ਕਰਨ ਦੇ ਸਮਰੱਥ ਹੁੰਦਾ ਹੈ। ਪਰ ਜਿਸ ਦਰਖਤ ਦੀਆਂ ਜੜ੍ਹਾਂ ਡੂੰਘੀਆਂ ਤੇ ਮਜ਼ਬੂਤ ਨਾ ਹੋਣ, ਉਹ ਹਨੇਰੀਆਂ ਦੇ ਨਾਲ, ਝੱਖੜਾਂ ਦੇ ਨਾਲ ਟੁੱਟ ਜਾਇਆ ਕਰਦਾ, ਪੁੱਟਿਆ ਜਾਇਆ ਕਰਦਾ, ਉਸ ਦੀ ਹੋਂਦ ਸਥਿਰ ਨਹੀਂ ਰਹਿੰਦੀ। ਤੇ ਪਾਤਸ਼ਾਹ ਜੀ ਨੇ ਵਿਚਾਰਨਾ ਕੀਤਾ, ਜਿਹੜੇ ਧਰਮ ਗ੍ਰੰਥ ਹੁੰਦੇ ਨੇ ਨਾ, ਜਿਹੜੇ ਵਾਹਿਗੁਰੂ ਜੀ ਦੇ ਵੱਲੋਂ ਬਚਨ ਅਵਤਾਰਾਂ ਨੂੰ, ਨਬੀਆਂ ਨੂੰ ਉਤਰਦੇ ਨੇ, ਉਹਨਾਂ ਨੇ ਗ੍ਰੰਥ ਬਣਾਏ ਤੇ ਉਹਨਾਂ ਦੇ ਧਰਮ ਦਾ ਅੱਗੇ ਵਿਸਥਾਰ ਹੋਇਆ। ਜਿਸ ਪ੍ਰਕਾਰ ਮੰਨਿਆ ਜਾਂਦਾ ਹੈ, ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਜਿਹੜੀ ਅੱਲਾਹ ਪਾਕ ਵੱਲੋਂ ਬਾਣੀ ਉਤਰਦੀ ਸੀ, ਉਹਨਾਂ ਨੇ ਲਿਖਵਾਵਣਾ ਕੀਤੀ, ਕੁਰਾਨ ਸ਼ਰੀਫ ਬਣੀ। ਇਸੇ ਪ੍ਰਕਾਰ ਮੰਨਿਆ ਜਾਂਦਾ ਬ੍ਰਹਮਾ ਜੀ ਨੇ ਜਿਹੜੇ ਚਾਰ ਵੇਦ ਉਚਾਰੇ ਨੇ, ਉਹ ਹਿੰਦੂ ਮਤ ਦੀ ਧਰੋਹਰ ਨੇ, ਮੁੱਢ ਨੇ। ਗ੍ਰੰਥਾਂ ਕਰਕੇ ਹੀ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਅੱਗੇ ਹੋਇਆ ਕਰਦਾ ਹੈ ਤੇ ਵਾਧਾ ਹੋਇਆ ਕਰਦਾ ਹੈ। ਤੇ ਹਜ਼ੂਰ ਨੇ ਫਰਮਾਵਣਾ ਕੀਤਾ ਅਤੇ ਵਿਚਾਰਨਾ ਕੀਤਾ,
ਇਹ ਤਾਂ ਸੱਚ ਦੀ ਬਾਣੀ ਧੁਰ ਦਰਗਾਹ ਤੋਂ ਵੱਡਿਆਂ ਸਤਿਗੁਰਾਂ ਨੂੰ ਉਤਰੀ ਹੈ। ਤੇ ਧੁਰ ਦਰਗਾਹ ਤੋਂ ਆਈ ਹੋਈ ਬਾਣੀ ਇਹ ਅਕਾਲ ਦੀ ਬਾਣੀ, ਇਸ ਕਰਕੇ ਬੋਲਿਆ ਜਾਂਦਾ ਅਕਾਲੀ ਬਾਣੀ। ਇਹ ਅਕਾਲ ਪੁਰਖ ਜੀ ਦੀ ਬਾਣੀ ਹੈ, ਇਹ ਵਾਹਿਗੁਰੂ ਜੀ ਦੀ ਬਾਣੀ ਹੈ, ਇਹ ਸੱਚ ਦੀ ਬਾਣੀ ਹੈ, ਇਹ ਧੁਰ ਕੀ ਬਾਣੀ ਹੈ, ਇਹ ਅੰਮ੍ਰਿਤ ਬਾਣੀ ਹੈ, ਇਹ ਬਾਣੀਆਂ ਸਿਰ ਬਾਣੀ ਹੈ। ਕੋਈ ਵੇਦ ਸ਼ਾਸਤਰ ਅੰਜੀਲ ਤੌਰੇਤ ਜ਼ੰਬੂਰ ਇਸ ਦੇ ਸਦਰਸ਼ ਨਹੀਂ ਪੁੱਜ ਸਕਦੇ, ਕਿਉਂਕਿ ਇਹ ਬਾਣੀਆਂ ਸਿਰ ਬਾਣੀ ਹੈ। ਉਹ ਬਾਣੀਆਂ ਨੇ, ਇਹ ਬਾਣੀਆਂ ਸਿਰ ਬਾਣੀ ਹੈ, ਸਭਨਾ ਤੋਂ ਸਿਰ ਮੌਰ ਹੈ। ਤੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਉਪਦੇਸ਼ ਸਤਿਗੁਰਾਂ ਨੂੰ ਬਖਸ਼ ਕਰਕੇ ਫਰਮਾ ਕਰਕੇ ਸੰਗਤਾਂ ਦੇ ਭਲੇ ਦੇ ਹਿੱਤ ਉਧਾਰ ਵਾਸਤੇ ਜਗਤ ਦੀ ਕਲਿਆਣ ਵਾਸਤੇ ਬਖਸ਼ਣਾ ਕੀਤੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਇੱਕ ਪਾਵਨ ਸਵਰੂਪ ਦੇ ਅੰਦਰ ਇਕੱਤਰ ਕਰੀਏ। ਜਿਹੜਾ ਗ੍ਰੰਥ ਪਾਵਨ ਗ੍ਰੰਥ ਸਾਡੀ ਸਿੱਖ ਕੌਮ ਦਾ ਇਸ਼ਟ ਦੇਵ ਹੋਵੇਗਾ, ਧਰੋਹਰ ਹੋਵੇਗੀ, ਜਿਸ ਦੇ ਨਾਲ ਦੁਨਿਆਵੀ ਕਾਰਜ ਸਿੱਧ ਹੋਣਗੇ, ਵਿਵਹਾਰਕ ਕਾਰਜ ਸਿੱਧ ਹੋਣਗੇ, ਪਰਮਾਰਥ ਦੀ ਵੀ ਸਿੱਧਤਾ ਹੋਵੇਗੀ। ਜਿਹੜਾ ਅਸੀਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਾਂਗੇ, ਇਹ ਸਾਡੇ ਸਿੱਖ ਧਰਮ ਦੀਆਂ ਜੜ੍ਹਾਂ ਹੋਣਗੀਆਂ। ਇਹ ਇਤਨੀਆਂ ਮਜ਼ਬੂਤ ਹੋਣਗੀਆਂ, ਕਿਤਨੀਆਂ ਵੀ ਜ਼ੁਲਮਾਂ ਦੀਆਂ ਹਨੇਰੀਆਂ ਆਉਣ, ਜ਼ਬਰ ਦੇ ਝੱਖੜ ਆਉਣ, ਦੁੱਖਾਂ ਦੇ ਪਹਾੜ ਡਿੱਗ ਪੈਣ, ਪਰ ਇਹ ਜਿਹੜਾ ਸਿੱਖ ਧਰਮ ਰੂਪੀ ਬ੍ਰਿਸ਼ ਬੂਟਾ ਹੈ ਨਾ, ਅਡੋਲ ਖੜਿਆ ਰਹੇਗਾ, ਇਸ ਨੂੰ ਕੋਈ ਮਿਟਾ ਨਹੀਂ ਸਕੇਗਾ। ਇਵੇਂ ਵਿਚਾਰ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮਨਾਮੇ ਭੇਜਣੇ ਕੀਤੇ। ਭਾਈ ਜਿੱਥੇ ਜਿੱਥੇ ਵੀ ਸਿੱਖਾਂ ਦੇ ਕੋਲ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਸ਼ਬਦ ਨੇ, ਜਿਹੜੇ ਗੁਰਸਿੱਖ ਲਿਖ ਕੇ ਲੈ ਜਾਂਦੇ ਸਨ ਤੇ ਜਿਹੜੇ ਗੁਰਸਿੱਖਾਂ ਨੇ ਕੰਠ ਕਰ ਰੱਖੇ ਨੇ, ਉਹ ਸਤਿਗੁਰਾਂ ਦੇ ਘਰ ਵਿਖੇ ਗੁਰਬਾਣੀ ਦੇ ਸ਼ਬਦ ਜਿਹੜੇ ਨੇ ਲਿਖਤੀ ਰੂਪ ਦੇ ਵਿੱਚ ਪਹੁੰਚਾਓ। ਸਤਿਗੁਰੂ ਜੀ ਦੇ ਹੁਕਮਨਾਮੇ ਪ੍ਰਾਪਤ ਕਰਕੇ ਗੁਰਸਿੱਖਾਂ ਨੇ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਜੋ ਵੱਡਿਆਂ ਸਤਿਗੁਰਾਂ ਦੇ ਸਮੇਂ ਤੋਂ ਗੁਰਬਾਣੀ ਦੇ ਸ਼ਬਦ ਲਿਖ ਕਰਕੇ ਲੈ ਗਏ ਸਨ ਨਾ, ਉਹਨਾਂ ਦੇ ਉਤਾਰੇ ਕਰਕੇ ਆਪਣੇ ਕੋਲ ਵੀ ਰੱਖੇ ਤੇ ਸਤਿਗੁਰੂ ਜੀ ਦੇ ਘਰ ਦੇ ਵਿੱਚ ਵੀ ਪਹੁੰਚਾ ਦੇਣਾ ਕੀਤੇ। ਸਤਿਗੁਰੂ ਜੀ ਨੇ ਵਿਚਾਰਨਾ ਕੀਤਾ, ਅਜੇ ਵੀ ਵੱਡਿਆਂ ਸਤਿਗੁਰਾਂ ਦੀ ਸਾਰੀ ਗੁਰਬਾਣੀ ਜਿਹੜੀ ਆ ਇਕੱਤਰ ਨਹੀਂ ਹੋਈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਣਾ ਕੀਤਾ, ਹੈ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਦਾ ਖਜ਼ਾਨਾ ਬੇਅੰਤ ਹੈ, ਪਰ ਅਜੇ ਥੋੜਾ ਪ੍ਰਾਪਤ ਹੋਇਆ ਹੈ। ਕਿ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਜਾਂ ਗੁਟਕਾ ਸਾਹਿਬ ਹੋਰ ਵੀ ਕਿਧਰੇ ਹਨ? ਤੇ ਨਿਮਰਤਾ ਦੇ ਪੂਰਵਕ ਅਰਜ਼ ਗੁਜ਼ਾਰਨਾ ਕੀਤੀ, ਹੈ ਗਰੀਬ ਨਿਵਾਜ ਸਤਿਗੁਰੂ ਜੀ, ਵੱਡੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋ ਵੱਡੇ ਸਪੁੱਤਰ ਨੇ ਨਾ, ਉਹਨਾਂ ਦੇ ਪਾਸ, ਬਾਬਾ ਮੋਹਨ ਜੀ ਦੇ ਪਾਸ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਰੱਖੀਆਂ ਸਨ, ਚੁਬਾਰਾ ਸਾਹਿਬ ਦੇ ਅੰਦਰ ਮੌਜੂਦ ਨੇ। ਤੇ ਵੱਡਿਆਂ ਸਤਿਗੁਰਾਂ ਨੇ ਬਚਨ ਕਰਨਾ ਕੀਤਾ ਸੀ ਕਿ ਅਸੀਂ ਆਪਣੇ ਅਗਲੇ ਸਵਰੂਪ ਦੇ ਵਿੱਚ, ਪੰਜਵੇਂ ਸਰੂਪ ਦੇ ਵਿੱਚ ਆ ਕਰਕੇ ਪ੍ਰਾਪਤ ਕਰਾਂਗੇ। ਹਜ਼ੂਰ ਉਹ ਪੋਥੀਆਂ ਬਾਬਾ ਮੋਹਨ ਜੀ ਦੇ ਪਾਸ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਦੇ ਚੁਬਾਰੇ ਦੇ ਵਿੱਚ, ਚੁਬਾਰਾ ਸਾਹਿਬ ਜੀ ਦੇ ਅੰਦਰ ਸੁਸ਼ੋਭਿਤ ਹਨ। ਤੇ ਹਜ਼ੂਰ ਨੇ ਪ੍ਰਵਚਨ ਫਰਮਾਵਣਾ ਕੀਤਾ, ਉਹਨਾਂ ਗੁਰਬਾਣੀ ਦੀਆਂ ਪੋਥੀਆਂ ਦਾ ਆਉਣਾ ਅਤਿਅੰਤ ਆਵਸ਼ਕ ਹੈ, ਜ਼ਰੂਰੀ ਲੋੜੀਂਦਾ ਹੈ। ਸਾਰੀਆਂ ਗੁਰਬਾਣੀ ਦੀਆਂ ਪੋਥੀਆਂ ਨੂੰ ਹੁਣ ਅਸੀਂ ਇੱਕ ਸਵਰੂਪ ਦੇ ਅੰਦਰ ਇਕੱਤਰ ਕਰਨਾ ਕਰਾਂਗੇ। ਇਹ ਵੱਡਾ ਭਾਰੀ ਕਾਰਜ ਹੈ ਗੁਰਬਾਣੀ ਨੂੰ ਲੈ ਕੇ ਆਉਣ ਦਾ, ਇਸ ਕਰਕੇ ਹੁਣ ਤਾਂ ਗੁਰਬਾਣੀ ਦੀਆਂ ਪੋਥੀਆਂ ਲੈ ਕਰਕੇ ਆਉਣੀਆਂ ਪੈਣਗੀਆਂ। ਤੇ ਇਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੀ ਆਗਿਆ ਹੋਵੇ ਤੇ ਫਿਰ ਅਸੀਂ ਜਾ ਕੇ ਪੋਥੀਆਂ ਲੈ ਆਈਏ। ਤੇ ਹਜ਼ੂਰ ਜੀ ਨੇ ਫਰਮਾਵਣਾ ਕੀਤਾ ਕਿ ਅਸੀਂ ਤੇ ਭਾਈ ਗੁਰਦਾਸ ਜੀ ਨੂੰ ਕਿਹਾ ਹੀ ਨਹੀਂ ਕਿ ਤੁਸੀਂ ਜਾ ਕੇ ਪੋਥੀਆਂ ਲੈ ਕੇ ਆਓ, ਇਹ ਆਪੇ ਹੀ ਬਚਨ ਕਰ ਰਹੇ ਨੇ। ਇਸ ਕਰਕੇ ਜੇ ਇਹਨਾਂ ਦੇ ਹਿਰਦੇ ਦੀ ਭਾਵਨਾ ਐਸੀ ਹੀ ਹੈ ਤੇ ਇਹਨਾਂ ਨੂੰ ਭੇਜ ਦਿੰਦੇ ਆ, ਨਹੀਂ ਤੇ ਮਨ ਵਿੱਚ ਸ਼ੰਕਾ ਰਹਿ ਜਾਵੇਗਾ। ਪਰ ਹਜ਼ੂਰ ਜੀ ਨੇ ਹਿਰਦੇ ਦੇ ਵਿੱਚ ਜਾਣ ਲਿਆ ਕਿ ਭਾਈ ਗੁਰਦਾਸ ਸਾਹਿਬ ਜੀ ਦੇ ਜਾਣ ਦੇ ਨਾਲ ਵੀ ਇਹ ਕਾਰਜ ਬਣੇਗਾ ਨਹੀਂ, ਪਰ ਆਪ ਆਪਣੇ ਮੁਖ ਚੋਂ ਬੋਲ ਕਰਕੇ ਬੇਨਤੀ ਕਰਕੇ ਆਗਿਆ ਮੰਗੀਏ। ਇਸ ਕਰਕੇ ਹਜ਼ੂਰ ਪਾਤਸ਼ਾਹ ਜੀ ਨੇ ਪ੍ਰਵਚਨ ਫਰਮਾਵਣਾ ਕੀਤਾ, ਠੀਕ ਹੈ ਭਾਈ ਗੁਰਦਾਸ ਜੀ, ਜੇਕਰ ਆਪ ਜੀ ਦੇ ਜਾਣ ਦੇ ਨਾਲ ਕਾਰਜ ਬਣ ਆਉਂਦਾ ਤੇ ਆਪ ਜੀ ਜ਼ਰੂਰ ਜਾਓ। ਭਾਈ ਗੁਰਦਾਸ ਸਾਹਿਬ ਜੀ ਚੱਲ ਪਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ, ਪੈਦਲ ਚੱਲਦਿਆਂ ਹੋਇਆਂ ਗੋਇੰਦਵਾਲ ਸਾਹਿਬ ਜਾ ਪੁੱਜੇ ਨੇ। ਜਾ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬੌਲੀ ਦੇ ਵਿੱਚ ਇਸ਼ਨਾਨ ਕਰਨਾ ਕੀਤਾ, ਜੋ ਸਰਬਤ ਜੀਵਾਂ ਦੀ 84 ਲੱਖ ਦੇ ਗੇੜੇ ਨੂੰ ਕੱਟਣ ਦੇ ਸਮਰੱਥ ਹੈ। ਤੇ 84 ਲੱਖ ਦੇ ਗੇੜੇ ਕੱਟਣ ਵਾਸਤੇ ਸਤਿਗੁਰੂ ਜੀ ਨੇ ਰਚਨਾ ਕੀਤੀ ਹੈ। ਉਸ ਦੇ ਅੰਮ੍ਰਿਤ ਜਲ ਦੇ ਅੰਦਰ ਇਸ਼ਨਾਨ ਕੀਤਾ ਹੈ। ਫਿਰ ਸਤਿਗੁਰਾਂ ਦੇ ਦੇਹਰੇ ਦੇ ਦਰਸ਼ਨ ਕੀਤੇ ਨੇ, ਜਾ ਕਰਕੇ ਮਸਤਕ ਟੇਕਿਆ ਹੈ, ਪ੍ਰਸ਼ਾਦ ਕਰਾਇਆ ਹੈ, ਪਰਿਕਰਮਾ ਕੀਤੀਆਂ ਨੇ। ਫਿਰ ਬਾਬਾ ਮੋਹਨ ਜੀ ਦੇ ਪਾਸ
ਜੋ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਤਪ ਅਸਥਾਨ ਸੀ ਚੁਬਾਰਾ ਸਾਹਿਬ। ਉਸ ਚੁਬਾਰਾ ਸਾਹਿਬ ਜੀ ਦੇ ਅੰਦਰ ਹੀ ਪੋਥੀਆਂ ਤੇ ਬਾਬਾ ਮੋਹਨ ਜੀ ਸਮਾਧੀ ਲਾ ਕਰਕੇ ਬੈਠੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਆਵਾਜ਼ਾਂ ਮਾਰੀਆਂ, ਦਰਵਾਜ਼ਾ ਖੜਕਾਇਆ, ਬਾਬਾ ਮੋਹਨ ਜੀ, ਹੇ ਵੱਡਿਆ ਸਤਿਗੁਰਾਂ ਦੇ ਵੱਡੇ ਸਪੁੱਤਰ ਜੀ, ਦਰਵਾਜ਼ਾ ਖੋਲੋ। ਮੈਂ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਦਾਸ ਗੁਰਦਾਸ ਆਇਆ ਹਾਂ। ਆਪ ਜੀ ਦੇ ਦਰਸ਼ਨ ਕਰਨਾ ਲੋੜਦਾ ਹਾਂ। ਵੱਡਿਆ ਸਤਿਗੁਰਾਂ ਦੀ ਗੁਰਬਾਣੀ ਲੈ ਜਾਣ ਵਾਸਤੇ ਆਇਆ ਹਾਂ। ਕਿਰਪਾਲਤਾ ਕਰਕੇ ਦਰਵਾਜ਼ਾ ਖੋਲੋ ਜੀ। ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ ਕਿ ਪੂਰੀ ਰਾਤ ਭਾਈ ਗੁਰਦਾਸ ਜੀ ਦਰਵਾਜ਼ਾ ਖੜਕਾਉਂਦੇ ਰਹੇ, ਪਰ ਬਾਬਾ ਮੋਹਨ ਜੀ ਨੇ ਨਾ ਤੇ ਸਮਾਧੀ ਖੋਲੀ, ਨਾ ਨੇਤਰ ਖੋਲੇ, ਨਾ ਚੌਂਕੜਾ ਖੋਲਿਆ ਤੇ ਨਾ ਦਰਵਾਜ਼ਾ ਖੋਲਿਆ। ਕਮਲ ਆਸਣ ਲਾ ਕਰਕੇ ਬੈਠੇ ਨੇ, ਬਿਲਕੁਲ ਮਸਤ ਅਲਬੇਲੀ ਅਵਸਥਾ ਹੈ। ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਲੈਣ ਦੇਣ ਦਾ ਸੰਬੰਧ ਨਹੀਂ, ਕੋਈ ਆ ਗਿਆ ਕੋਈ ਚਲੇ ਗਿਆ, ਕਿਸੇ ਦੇ ਨਾਲ ਸਰੋਕਾਰ ਨਹੀਂ। ਆਪਣੇ ਆਤਮ ਸਰੂਪ ਦੇ ਅੰਦਰ ਸੁਰਤ ਟਿਕਾ ਕਰਕੇ ਬੈਠੇ ਨੇ ਤੇ ਆਤਮ ਸਰੂਪ ਦੀ ਪ੍ਰਾਪਤੀ ਦੇ ਬ੍ਰਹਮਾ ਆਨੰਦ ਨੂੰ ਪਏ ਮੰਨਦੇ ਨੇ। ਸਾਰੀ ਰਾਤ ਦਰਵਾਜ਼ਾ ਖੜਕਾਉਂਦੇ ਰਹੇ। ਸਵੇਰ ਹੋਈ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦੂਸਰੇ ਸਪੁੱਤਰ ਬਾਬਾ ਮੋਹਰੀ ਜੀ ਆਏ ਨੇ। ਆ ਕਰਕੇ ਨਮਸਕਾਰ ਕੀਤੀ ਹੈ, ਭਾਈ ਗੁਰਦਾਸ ਜੀ ਆਪ ਜੀ? ਤੇ ਭਾਈ ਗੁਰਦਾਸ ਜੀ ਨੇ ਗੁਰੂ ਸਪੁੱਤਰ ਜਾਣ ਕਰਕੇ ਨਮਸਕਾਰ ਕੀਤੀ ਹੈ। ਹਾਂ ਬਾਬਾ ਮੋਹਰੀ ਜੀ, ਅਸੀਂ ਸਤਿਗੁਰਾਂ ਦਾ ਹੁਕਮ ਪਾ ਕਰਕੇ ਆਏ ਆ, ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈਣ ਵਾਸਤੇ ਆਏ ਆ। ਬਾਬਾ ਮੋਹਰੀ ਜੀ ਨੇ ਕਹਿਣਾ ਕੀਤਾ, ਭਾਈ ਗੁਰਦਾਸ ਜੀ, ਭਾਵੇਂ ਕਿ ਆਪ ਜੀ ਦਾ ਕਾਰਜ ਬੜਾ ਸ਼ੁਭ ਹੈ ਤੇ ਹਿਰਦੇ ਦਾ ਵਿਚਾਰ ਅਤਿਅੰਤ ਪਵਿੱਤਰ ਨਿਰਮਲ ਹੈ, ਪਰ ਬਾਬਾ ਮੋਹਨ ਜੀ ਆਪਣੇ ਮਨ ਦੀ ਅਵਸਥਾ ਦੇ ਅਨੁਸਾਰ ਆਤਮ ਸਰੂਪ ਦੇ ਅੰਦਰ ਧਿਆਨ ਧਰ ਕੇ ਬਿਰਤੀ ਲਗਾ ਕਰਕੇ ਬੈਠਦੇ ਨੇ, ਉਹ ਨਹੀਂ ਕਿਸੇ ਦੀ ਸੁਣਦੇ। ਕਮਲ ਆਸਣ ਲਾ ਕਰਕੇ ਬੈਠੇ ਨੇ, ਚੌਂਕੜਾ ਖੋਲਦੇ ਹੀ ਨਹੀਂ, ਆਸਣ ਖੋਲਦੇ ਹੀ ਨਹੀਂ, ਨੇਤਰ ਖੋਲਦੇ ਹੀ ਨਹੀਂ, ਉਹ ਨਹੀਂ ਕਿਸੇ ਦੀ ਪਰਵਾਹ ਕਰਦੇ। ਜੇ ਸਮਾਧੀ ਵਿੱਚ ਬੈਠੇ ਨੇ ਤੇ ਬੈਠੇ ਹੀ ਰਹਿਣ ਦਿਓ। ਜ਼ਬਰਦਸਤੀ ਜੇ ਸਮਾਧੀ ਖੋਲੋਗੇ ਤੇ ਉਹਨਾਂ ਦੇ ਮੁਖ ਚੋਂ ਸੁਭਾਵਕ ਵੀ ਨਿਕਲਿਆ ਹੋਇਆ ਬਚਨ ਪੂਰਾ ਹੋ ਜਾਂਦਾ ਹੈ। ਬੇਪਰਵਾਹੀ ਦੇ ਨਾਲ ਬਚਨ ਕਰ ਦਿੰਦੇ ਨੇ, ਵਰਸਰਾਪ ਨਹੀਂ ਵਿਚਾਰਦੇ। ਜਿਹੜਾ ਮੁਖ ਚੋਂ ਬਚਨ ਨਿਕਲ ਗਿਆ ਸੋ ਨਿਕਲ ਗਿਆ। ਕਿਧਰੇ ਕੋਈ ਬਚਨ ਨਾ ਮੁਖ ਚੋਂ ਨਿਕਲ ਆਵੇ ਜਿਸ ਦੇ ਨਾਲ ਭਲਾ ਨਾ ਹੋਵੇ। ਇਸ ਕਰਕੇ ਭਾਈ ਗੁਰਦਾਸ ਜੀ, ਆਪ ਜੀ ਕਿਰਪਾ ਕਰੋ, ਹੋਰ ਦਰਵਾਜ਼ਾ ਨਾ ਖੜਕਾਓ। ਭਾਈ ਗੁਰਦਾਸ ਜੀ ਨੇ ਮਸਤਕ ਟੇਕਿਆ, ਚੱਲ ਕਰਕੇ ਗੋਇੰਦਵਾਲ ਸਾਹਿਬ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਨੇ। ਸਤਿਗੁਰਾਂ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖ ਕਰਕੇ ਮਸਤਕ ਟੇਕਿਆ, ਚਰਨ ਬੰਦਨਾ ਕਰਕੇ ਬੇਨਤੀ ਕੀਤੀ, ਹੈ ਸੱਚੇ ਸਾਹਿਬ ਜੀ, ਜਿਸ ਕਾਰਜ ਵਾਸਤੇ ਮੈਂ ਗਿਆ ਸੀ ਮੈਨੂੰ ਖਿਮਾ ਕਰਿਓ ਜੇ। ਮੈਂ ਕਾਰਜ ਪੂਰਾ ਨਹੀਂ ਕਰ ਸਕਿਆ, ਮੇਰੇ ਰਾਹੀਂ ਕਾਰਜ ਸਫਲਾ ਨਹੀਂ ਹੋਇਆ ਹੈ। ਬਾਬਾ ਮੋਹਨ ਜੀ ਨੇ ਤੇ ਨੇਤਰ ਉਘਾਰੇ ਹੀ ਨਹੀਂ, ਸਮਾਧੀ ਹੀ ਨਹੀਂ ਖੋਲੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਪਿਆਰਿਓ, ਵੱਡਾ ਭਾਰੀ ਸੇਵਾ ਦਾ ਕਾਰਜ ਹੈ। ਪੋਥੀਆਂ ਸਾਹਿਬ ਜੀ ਦਾ ਆਉਣਾ ਤੇ ਅਤਿਅੰਤ ਆਵਸ਼ਕ ਹੈ, ਜ਼ਰੂਰੀ ਲੋੜੀਂਦਾ ਹੈ। ਪੋਥੀਆਂ ਸਾਹਿਬ ਲਿਆਏ ਤੋਂ ਬਿਨਾਂ ਤੇ ਕਾਰਜ ਸਵਰੇਗਾ ਨਹੀਂ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕਰਕੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਆਪ ਜੀ ਦੀ ਆਗਿਆ ਹੋਵੇ ਤੇ ਫਿਰ ਪੋਥੀਆਂ ਸਾਹਿਬ ਲੈਣ ਵਾਸਤੇ ਮੈਂ ਜਾਵਾਂ, ਇਹ ਸੇਵਾ ਮੈਂ ਕਮਾ ਲਵਾਂ ਜੀ। ਤੇ ਹਜ਼ੂਰ ਜੀ ਨੇ ਵਿਚਾਰਨਾ ਕੀਤਾ, ਬਾਬਾ ਬੁੱਢਾ ਸਾਹਿਬ ਜੀ ਦੇ ਜਾਣ ਦੇ ਨਾਲ ਵੀ ਕਾਰਜ ਸੰਵਰੇਗਾ ਨਹੀਂ। ਪਰ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਬੇਨਤੀ ਕਰਕੇ ਆਗਿਆ ਮੰਗੀ ਏ। ਇਸ ਕਰਕੇ ਹਜ਼ੂਰ ਜੀ ਨੇ ਪ੍ਰਵਚਨ ਫਰਮਾਵਣਾ ਕੀਤਾ, ਠੀਕ ਹੈ ਬਾਬਾ ਬੁੱਢਾ ਸਾਹਿਬ ਜੀ, ਵੱਡਿਆਂ ਸਤਿਗੁਰਾਂ ਦੇ ਅਤ ਸਤਿਕਾਰਤ ਆਪ ਜੀ ਸਿੱਖ ਹੋ। ਆਪ ਜੀ ਦੇ ਜਾਣ ਦੇ ਨਾਲ ਵੀ ਜੇ ਕਾਰਜ ਸੰਵਰ ਜਾਂਦਾ ਤੇ ਆਪ ਜੀ ਜ਼ਰੂਰ ਜਾਵੋ। ਬਾਬਾ ਬੁੱਢਾ ਸਾਹਿਬ ਜੀ ਵੀ ਚੱਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਪੁੱਜੇ ਨੇ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਚੀ ਹੋਈ ਬਾਉਲੀ ਦੇ ਅੰਦਰ ਇਸ਼ਨਾਨ ਕਰਨਾ ਕੀਤਾ ਹੈ। ਸਤਿਗੁਰਾਂ ਦੇ ਦੇਹਰੇ ਦੇ ਦਰਸ਼ਨ ਕੀਤੇ ਨੇ, ਪ੍ਰਸ਼ਾਦ ਕਰਵਾਇਆ ਹੈ। ਫਿਰ ਜਿਸ ਸਥਾਨ ਤੇ ਬਾਬਾ ਮੋਹਨ ਜੀ ਚੁਬਾਰਾ ਸਾਹਿਬ ਦੇ ਅੰਦਰੋਂ ਕੁੰਡਾ ਲਗਾ ਕਰਕੇ ਬੈਠੇ ਹੋਏ ਨੇ ਨਾ, ਸਮਾਧੀ ਦੇ ਅੰਦਰ ਸਥਿਤ ਨੇ, ਆ ਕਰਕੇ ਦਰਵਾਜ਼ਾ ਖੜਕਾਇਆ ਹੈ। ਬਾਬਾ ਮੋਹਨ ਜੀ, ਦਰਵਾਜ਼ਾ ਖੋਲੋ, ਅਸੀਂ ਗੁਰੂ ਘਰ ਦੇ ਸੇਵਕ ਭਾਈ ਬੁੱਢਾ ਜੀ ਆਏ ਹਾਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਭੇਜਿਆ। ਵੱਡੇ ਚਾਰੇ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਅੰਦਰ ਸਾਖਿਆਤਕਾਰ ਨੇ। ਤਾਂ ਉਹਨਾਂ ਸਤਿਗੁਰਾਂ ਦੀ ਆਗਿਆ ਲੈ ਕਰਕੇ ਪੋਥੀਆਂ ਸਾਹਿਬ ਲੈਣ ਵਾਸਤੇ ਆਏ ਆ। ਆਵਾਜ਼ਾਂ ਦਿੱਤੀਆਂ, ਬਾਬਾ ਮੋਹਨ ਜੀ ਨੇ ਦਰਵਾਜ਼ਾ ਖੋਲਿਆ ਹੀ ਨਹੀਂ। ਜ਼ੋਰ ਜ਼ੋਰ ਦੇ ਨਾਲ ਦਰਵਾਜ਼ੇ ਨੂੰ ਹਿਲਾਇਆ, ਦੇਖਿਆ ਮਜ਼ਬੂਤ ਬੜਾ ਹੈ।
ਪਰ ਬਾਬਾ ਬੁੱਢਾ ਸਾਹਿਬ ਜੀ ਬੜੇ ਬਲਸ਼ਾਲੀ ਨੇ। ਜਿਹੜੀ ਚੁਗਾਠ ਦੀ ਚੂਥੀ ਹੁੰਦੀ ਹੈ ਨਾ, ਜਿਹਨੂੰ ਚੂਲ ਕਹਿ ਦਿੰਦੇ ਆ, ਸਰਾ ਜਿਹੜਾ ਕੰਧ ਦੇ ਵਿੱਚ ਦਿੱਤਾ ਹੁੰਦਾ, ਆਪ ਜੀ ਨੇ ਜੁਗਤ ਦੇ ਨਾਲ ਉਸ ਦੇ ਵਿੱਚ ਹੱਥ ਪਾਇਆ ਤੇ ਜ਼ੋਰ ਦੇ ਨਾਲ ਖਿੱਚਿਆ ਤੇ ਚੁਗਾਠ ਪੁੱਟ ਦਿੱਤੀ। ਚੂਥੀ ਚੁਗਾਠ ਚੂਲ ਪੁੱਟ ਦਿੱਤੀ ਹੈ ਕੰਧ ਦੇ ਵਿੱਚੋਂ। ਦਰਵਾਜ਼ਾ ਉਹ ਖੇਡ ਕਰਕੇ ਲਾਂਭੇ ਰੱਖ ਦਿੱਤਾ ਹੈ ਤੇ ਬੇਪਰਵਾਹੀ ਦੇ ਨਾਲ ਅੰਦਰ ਚਲੇ ਗਏ, ਕਿਉਂਕਿ ਸਤਿਗੁਰੂ ਜੀ ਦੀ ਆਗਿਆ ਦੇ ਨਾਲ ਆਏ ਹੋਏ ਨੇ। ਅੰਦਰ ਜਾ ਕਰਕੇ ਦੇਖਦੇ ਨੇ ਬਾਬਾ ਮੋਹਨ ਜੀ ਅਲਬੇਲੀ ਅਲਮਸਤ ਅਵਸਥਾ ਦੇ ਅੰਦਰ ਬੈਠੇ ਹੋਏ ਨੇ। ਵੀਰ ਆਸਣ ਵਾਹਿਗੁਰੂ, ਸੋ ਕਮਲ ਆਸਣ ਉਹਨਾਂ ਨੇ ਲਗਾਇਆ ਹੋਇਆ ਹੈ। ਆਪਣੇ ਸਰੀਰ ਦੀ ਵੀ ਮਾਨੋ ਸੁੱਧ ਨਹੀਂ, ਆਤਮ ਸਵਰੂਪ ਦਾ ਧਿਆਨ ਧਰ ਕੇ ਆਤਮ ਰਸ ਦੇ ਰਸੀਏ ਹੋ ਕਰਕੇ ਆਤਮ ਰਸ ਨੂੰ ਪਾਨ ਕਰ ਰਹੇ ਨੇ। ਆਪਣੇ ਸਰੀਰ ਦੇ ਬਸਤਰਾਂ ਤੱਕ ਦੀ ਵੀ ਸੁੱਧ ਨਹੀਂ ਤੇ ਜਾ ਕਰਕੇ ਆਵਾਜ਼ਾਂ ਦਿੱਤੀਆਂ ਨੇ, ਬਾਬਾ ਮੋਹਨ ਜੀ ਨੇਤਰ ਉਘਾੜੋ, ਨੇਤਰ ਖੋਲੋ, ਅਸੀਂ ਦਰਸ਼ਨ ਕਰਨ ਆਏ ਆ। ਨੇਤਰ ਨਹੀਂ ਖੋਲੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਮੋਹਨ ਜੀ ਦੇ ਮੋਢਿਆਂ ਤੋਂ ਫੜਿਆ ਤੇ ਜ਼ੋਰ ਜ਼ੋਰ ਦੇ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ। ਨੇਤਰ ਖੋਲੋ, ਸਮਾਧੀ ਖੋਲੋ, ਅਸੀਂ ਗੁਰੂ ਘਰ ਦੇ ਸੇਵਕ, ਗੁਰੂ ਘਰ ਦੀ ਸੇਵਾ ਰੂਪੀ ਕਾਰਜ ਵਾਸਤੇ ਆਏ ਆ। ਤਾਂ ਵੀ ਨੇਤਰ ਨਹੀਂ ਖੋਲੇ। ਚਰਨ ਪਕੜ ਕਰਕੇ ਹਿਲਾਵਣਾ ਕੀਤਾ, ਤਾਂ ਵੀ ਨੇਤਰ ਨਹੀਂ ਖੋਲੇ। ਇਤਨੇ ਸਮੇਂ ਨੂੰ ਬਾਬਾ ਮੋਹਰੀ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਬਾਬਾ ਬੁੱਢਾ ਸਾਹਿਬ ਜੀ ਤਾਂ ਚੁਗਾਠ ਪੁੱਟ ਕੇ ਅੰਦਰ ਲੰਘ ਗਏ ਨੇ, ਚੁਬਾਰਾ ਸਾਹਿਬ ਜੀ ਦੇ ਵਿੱਚ ਦਾਖਲ ਹੋ ਗਏ ਨੇ। ਦੌੜ ਕਰਕੇ ਆਏ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ ਏ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਪੁੱਤਰ ਜਾਣ ਕੇ ਬਾਬਾ ਮੋਹਰੀ ਜੀ ਨੂੰ ਨਮਸਕਾਰ ਕੀਤੀ ਏ ਤੇ ਬਾਬਾ ਮੋਹਰੀ ਜੀ ਨੇ ਕਹਿਣਾ ਕੀਤਾ, ਬਾਬਾ ਬੁੱਢਾ ਜੀ ਕੀ ਪਏ ਕਰਦੇ ਹੋ? ਅਲਬੇਲੀ ਤੇ ਅਲਮਸਤ ਅਵਸਥਾ ਦੇ ਮਾਲਕ ਨੇ, ਸਮਾਧੀ ਦੇ ਵਿੱਚ ਸਥਿਤ ਰਹਿੰਦੇ ਨੇ, ਕਦੇ ਜਾ ਕਰਕੇ ਨੇਤਰ ਉਘਾੜਦੇ ਨੇ। ਤੇ ਜਦੋਂ ਕਿਤੇ ਨੇਤਰ ਉਘਾੜਦੇ ਨੇ, ਖੋਲਦੇ ਨੇ, ਸਮਾਧੀ ਚੋਂ ਖੁੱਲ ਉੱਠਦੇ ਨੇ, ਸੁਰਤ ਜਾਗਦੀ ਹੈ ਨਾ, ਤਾਂ ਵੀ ਕੌਤਕ ਆਸ਼ਚਰਜ ਕਰਦੇ ਨੇ। ਜਦੋਂ ਪ੍ਰਸ਼ਾਦਾ ਛਕਣ ਲੱਗਦੇ ਨੇ ਤੇ ਦੋਵਾਂ ਹੱਥਾਂ ਦੇ ਨਾਲ ਹੀ ਛਕੀ ਜਾਂਦੇ ਨੇ। ਇਹਨਾਂ ਦੀ ਜਿਹੜੀ ਗਤਮਿਤ ਹੈ, ਅਵਸਥਾ ਕਹਿਣ ਤੋਂ ਬਾਹਰ ਹੈ। ਪਰ ਇਹਨਾਂ ਦੀ ਜ਼ਬਰਦਸਤੀ ਸਮਾਧੀ ਨਾ ਖੋਲੋ। ਜੋ ਮੁਖ ਦੇ ਵਿੱਚੋਂ ਬਚਨ ਕਹਿ ਦੇਣਾ, ਬੇਪਰਵਾਹੀ ਦੇ ਨਾਲ ਕਹਿ ਦੇਣਾ ਹੈ, ਨਾ ਤੇ ਆਪਣੇ ਪਰਾਏ ਦੀ ਵਿਚਾਰ, ਨਾ ਭਰੇ ਬੁਰੇ ਦੀ ਵਿਚਾਰ, ਸੁੱਤੇ ਸੁਭਾਵ ਜੋ ਮੁਖ ਚ ਆ ਗਿਆ ਬੋਲ ਦੇਣਾ ਤੇ ਬਚਨ ਇਹਨਾਂ ਦਾ ਸੱਤ ਹੋ ਜਾਂਦਾ। ਬਾਬਾ ਜੀ ਇਹਨਾਂ ਦੀ ਸਮਾਧੀ ਨਾ ਆਪ ਜੀ ਖੋਲਣਾ ਕਰੋ। ਜਿਸ ਅਵਸਥਾ ਵਿੱਚ ਅਲਮਸਤ ਨੇ ਬੈਠੇ ਨੇ, ਬਸ ਬੈਠੇ ਰਹਿਣ ਦਿਓ। ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ ਤੇ ਵਾਪਸ ਆ ਗਏ। ਬੇਨਤੀ ਕੀਤੀ, ਹੈ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਰਮ ਕਿਰਪਾਲੂ ਜੀ, ਮੈਨੂੰ ਆਪਣੇ ਦਾਸ ਨੂੰ ਖਿਮਾ ਕਰਿਆ ਜੇ, ਮੇਰੇ ਪਾਸੋਂ ਵੀ ਇਹ ਸੇਵਾ ਦਾ ਕਾਰਜ ਬਣ ਨਹੀਂ ਆਇਆ ਹੈ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ ਖੁਦ ਆਪ ਤਿਆਰ ਹੋਏ ਨੇ। ਸਿੱਖੋ, ਇਹ ਸੇਵਾ ਦਾ ਵੱਡਾ ਭਾਰੀ ਕਾਰਜ ਹੈ, ਕਰਨਾ ਅਤਿਅੰਤ ਆਵਸ਼ਕ ਹੈ, ਜ਼ਰੂਰੀ ਹੈ, ਕੀਤੇ ਤੋਂ ਬਿਨਾਂ ਸਰਦਾ ਨਹੀਂ। ਇਸ ਕਰਕੇ ਹੁਣ ਅਸੀਂ ਆਪ ਜਾਂਦੇ ਹਾਂ। ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰੂ ਘਰ ਦੀ ਸਾਰੀ ਮਰਿਆਦਾ ਸੌਂਪ ਕਰਕੇ ਗਏ ਨੇ ਕਿ ਸਾਡੇ ਪਿੱਛੋਂ ਸੰਗਤ ਨੂੰ ਦਰਸ਼ਨ ਦੀਦਾਰ ਤੁਸੀਂ ਦੇਵੋ, ਬਚਨ ਆਪ ਜੀ ਕਰੋ, ਕਥਾ ਵਿਚਾਰਾਂ ਆਪ ਜੀ ਕਰੋ, ਦੀਵਾਨ ਆਪ ਸਜਾਵੋ। ਅਸੀਂ ਸ੍ਰੀ ਗੋਇੰਦਵਾਲ ਸਾਹਿਬ ਜਾ ਕਰਕੇ ਪੋਥੀਆਂ ਸਾਹਿਬਾਨ ਲੈ ਕਰਕੇ ਆਉਂਦੇ ਹਾਂ। ਗੁਰਸਿੱਖਾਂ ਨੂੰ ਨਾਲ ਲਿਆ ਹੈ। ਕੀਰਤਨ ਕਰਦੇ ਹੋਏ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨੰਗੇ ਚਰਨੀ ਚੱਲਦੇ ਤੇ ਕੀਰਤਨ ਕਰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਜਾ ਪੁੱਜੇ ਨੇ। ਜਾ ਕਰਕੇ ਗੁਰਦੇਵ ਪਿਤਾ ਜੀ ਨੇ ਵੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਿੰਨਾਂ ਦੇ ਬੌਲੀ ਸਾਹਿਬ ਜੀ ਦੇ ਵਿੱਚ ਜਾ ਕਰਕੇ ਇਸ਼ਨਾਨ ਕਰਿਆ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦੇਹਰੇ ਦੇ ਦਰਸ਼ਨ ਕੀਤੇ ਨੇ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦੇਹਰੇ ਦੇ ਦਰਸ਼ਨ ਕੀਤੇ ਨੇ। ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਹੈ। ਸਮੂਹ ਸੰਗਤਾਂ ਨੂੰ ਖੁੱਲੇ ਗੱਫੇ ਵਰਤਾਏ ਨੇ। ਇਸ ਪ੍ਰਕਾਰ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਕੇ, ਇਸ਼ਨਾਨ ਕਰਕੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਅਸਥਾਨ ਚੁਬਾਰਾ ਸਾਹਿਬ ਦੇ ਸਾਹਮਣੇ ਗਲੀ ਦੇ ਵਿੱਚ ਆ ਕਰਕੇ ਬੈਠ ਗਏ। ਹੱਥ ਦੇ ਵਿੱਚ ਤੰਬੂਰਾ ਪਕੜ ਲਿਆ ਹੈ ਤੇ ਕੀਰਤਨ ਕਰਨਾ ਪ੍ਰਾਰੰਭ ਕਰ ਦਿੱਤਾ ਹੈ। ਸੰਗਤਾਂ ਨੇ ਸਤਿਗੁਰੂ ਜੀ ਨੂੰ ਗਲੀ ਦੇ ਵਿੱਚ ਬਿਰਾਜਿਆਂ ਬੈਠਿਆਂ ਤੱਕਿਆ। ਦੌੜ ਕਰਕੇ ਸੰਗਤਾਂ ਗਈਆਂ ਨੇ। ਕੀਮਤੀ ਦੁਸ਼ਾਲੇ, ਬੜੇ ਮਹਿੰਗੇ ਮਹਿੰਗੇ ਬਸਤਰ ਲੈ ਕਰਕੇ ਆਏ ਨੇ ਕਿ ਜਿੱਥੇ ਸਤਿਗੁਰੂ ਜੀ ਸੱਜ ਰਹੇ ਨੇ, ਕੀਮਤੀ ਬਸਤਰਾਂ ਨੂੰ ਵਿਛਾ ਕੇ ਸਤਿਗੁਰੂ ਜੀ ਦੀ ਸੇਵਾ ਕਰੀਏ। ਪਰ ਸਤਿਗੁਰੂ ਜੀ ਨੇ ਸਾਰੇ ਕੀਮਤੀ ਬਸਤਰ ਹਟਾ ਦਿੱਤੇ। ਬੜੀ ਨਿਮਰਤਾ ਦੇ ਨਾਲ ਬੈਠੇ ਨੇ, ਚੌਂਕੜਾ ਮਾਰ ਕਰਕੇ ਆਪਣੇ ਹਸਤ ਕਮਲ ਦੇ ਅੰਦਰ ਤੰਬੂਰਾ ਪਕੜਿਆ। ਦੇਖੋ, ਇਹ ਜੁਗਤ ਹੈ।
ਸਤਿਗੁਰੂ ਜੀ ਨੇ ਆ ਕਰਕੇ ਮੋਹਨ ਜੀ ਨੂੰ, ਬਾਬਾ ਜੀ ਨੂੰ ਆਵਾਜ਼ ਨਹੀਂ ਮਾਰੀ, ਦਰਵਾਜ਼ਾ ਨਹੀਂ ਖੜਕਾਇਆ। ਅੰਦਰ ਜਿੱਥੇ ਤਾਰ ਜੁੜੀ ਹੋਈ ਹੈ ਨਾ, ਉਸ ਤਾਰ ਦੇ ਨਾਲ ਸਤਿਗੁਰੂ ਜੀ ਆਪਣੀ ਤਾਰ ਜੋੜਨ ਲੱਗੇ ਨੇ। ਉਸ ਦੇ ਹਿਰਦੇ ਦੀ ਤਾਰ ਦੇ ਨਾਲ ਹਿਰਦੇ ਦੀ ਤਾਰ ਆਪਣੀ ਜੋੜਨ ਲੱਗੇ ਨੇ। ਆਪ ਜੀ ਨੇ ਤੰਬੂਰਾ ਵਜਾ ਕਰਕੇ ਕੀਰਤਨ ਪ੍ਰਾਰੰਭ ਕਰ ਦਿੱਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਜਿਸ ਵੇਲੇ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਪ੍ਰਾਰੰਭ ਕੀਤਾ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ੍ਰੀ ਕੰਠ ਚੋਂ, ਜ਼ੁਬਾਨੇ ਪਾਕ ਚੋਂ ਅੰਮ੍ਰਿਤਮਈ ਉਚਾਰਨ ਕੀਤੇ ਹੋਏ ਬਚਨ ਬਾਬਾ ਮੋਹਨ ਜੀ ਦੇ ਕੰਨਾਂ ਦੇ ਵਿੱਚ ਪਏ ਨੇ। ਨੇਤਰ ਆਪਣੇ ਆਪ ਖੁੱਲ ਗਏ, ਕਮਲ ਆਸਨ ਖੁੱਲ ਗਿਆ, ਸਮਾਧੀ ਖੁੱਲ ਗਈ ਏ। ਤੇ ਬਾਬਾ ਮੋਹਨ ਸਾਹਿਬ ਜੀ ਨੇ ਚੁਬਾਰੇ ਦੀ ਬਾਰੀ ਖੋਲੀ ਏ, ਬਾਹਰ ਤੱਕਣਾ ਕੀਤਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਦੀਨ ਦੁਨੀ ਦੇ ਮਾਲਕ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗੱਦੀ ਦੇ 5ਵੇਂ ਸਥਾਨ ਤੇ ਇਤਨਾ ਵੱਡਾ ਮੁਰਾਤਬਾ ਹਾਸਲ ਕਰਕੇ ਗਲੀ ਦੇ ਵਿੱਚ ਜ਼ਮੀਨ ਤੇ ਬੈਠੇ ਪਏ ਕੀਰਤਨ ਕਰਦੇ ਨੇ। ਤੇ ਬਾਬਾ ਮੋਹਨ ਜੀ ਕੁਝ ਰਿਸ ਦੇ ਵਿੱਚ ਆਏ ਨੇ, ਕੁਝ ਬੀਰ ਰਸ ਦੇ ਵਿੱਚ ਆਏ ਨੇ। ਕਹਿਣ ਲੱਗੇ, ਜਾਓ, ਚਲੇ ਜਾਓ ਇੱਥੋਂ। ਪਹਿਲਾਂ ਤੁਹਾਡੇ ਪਿਤਾ ਜੀ ਨੇ ਸੇਵਾ ਕਰਕੇ ਸਾਡੀ ਵਸਤੂ ਸਾਡੇ ਕੋਲੋਂ ਖੋਹ ਲਈ। ਹੁਣ ਬਚਨ ਦੇਖਿਓ, ਸੁਣਨ ਵਿੱਚ ਪ੍ਰਤੀਤ ਹੋਵੇਗਾ ਕਿ ਗੁੱਸੇ ਦੇ ਨਾਲ ਨਿੰਦਿਆ ਕਰ ਰਹੇ ਨੇ, ਪਰ ਅਸਲ ਦੇ ਵਿੱਚ ਨਿੰਦਿਆ ਦੇ ਵਿੱਚ ਵੀ ਉਸਤਤ ਹੈ। ਕਿਉਂਕਿ ਜਿਹੜੇ ਭਲੇ ਪੁਰਸ਼ ਹੁੰਦੇ ਨੇ ਨਾ, ਉਹ ਸਦਾ ਸੱਚ ਬੋਲਦੇ ਨੇ। ਤੇ ਜਿਸ ਪ੍ਰਕਾਰ ਵਿਚਾਰ ਆਉਂਦੀ ਏ, ਜਿਹੜੇ ਮਹਾਂਪੁਰਖ ਹੁੰਦੇ ਨੇ ਨਾ, ਇਹਨਾਂ ਦਾ ਸੁਭਾਅ ਨਾਰੀਅਲ ਵਰਗਾ ਹੁੰਦਾ ਹੈ। ਨਾਰੀਅਲ ਬਾਹਰੋਂ ਬੜਾ ਕਠੋਰ, ਬੜਾ ਸਖਤ ਹੁੰਦਾ ਹੈ, ਪਰ ਅੰਦਰੋਂ ਗਿਰੀ ਬੜੀ ਨਾਜ਼ੁਕ, ਬੜੀ ਨਰਮ, ਬੜੀ ਪੋਲੀ ਏ। ਤੇ ਜਲ ਅੰਮ੍ਰਿਤ ਵਰਗਾ ਮਿੱਠਾ, ਸਵਾਦਿਸ਼ਟ ਤੇ ਪੌਸ਼ਟਿਕ ਹੈ। ਮਹਾਤਮਾ ਜੇ ਬਾਹਰੋਂ ਨਾਰੀਅਲ ਵਾਂਗੂ ਕਠੋਰ ਵੀ ਨਜ਼ਰ ਆਉਣ, ਅੰਦਰੋਂ ਨਾਰੀਅਲ ਦੀ ਗਿਰੀ ਵਾਂਗੂ ਤੇ ਜਲ ਵਾਂਗੂ ਮਿੱਠੇ ਤੇ ਕੋਮਲ ਹੋਇਆ ਕਰਦੇ ਨੇ। ਪਰ ਜਿਹੜੇ ਮਨਮੁਖ ਹੁੰਦੇ ਨੇ, ਉਹਨਾਂ ਦਾ ਸੁਭਾਅ ਬੇਰ ਵਰਗਾ ਹੁੰਦਾ ਹੈ। ਬੇਰ ਬਾਹਰੋਂ ਬੜਾ ਪੋਲਾ ਹੁੰਦਾ, ਪਰ ਅੰਦਰੋਂ ਗਿਟਕ ਬੜੀ ਸਖਤ ਹੁੰਦੀ ਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਨੇ। ਅੰਦਰੋਂ ਬੜਾ ਹਿਰਦਾ ਨਰਮ ਹੈ। ਪਰਖਣ ਵਾਸਤੇ ਜੇ ਬੀਰ ਰਸ ਦੇ ਨਾਲ ਬੋਲ ਵੀ ਰਹੇ ਨੇ, ਸੁਣਨ ਵਾਲਿਆਂ ਨੂੰ ਲੱਗਦਾ ਬਾਬਾ ਮੋਹਨ ਜੀ ਗੁੱਸੇ ਵਿੱਚ ਨਿੰਦਿਆ ਕਰ ਰਹੇ ਨੇ, ਪਰ ਉਸ ਤੇ ਨਿੰਦਿਆ ਦੇ ਵਿੱਚ ਵੀ ਉਸਤਤ ਹੈ। ਕਹਿਣ ਲੱਗੇ, ਗੁਰਤਾ ਗੱਦੀ ਸਾਡੀ ਵਸਤੂ ਸੀ, ਤੁਹਾਡੇ ਪਿਤਾ ਜੀ ਤੇ ਸੇਵਕ ਬਣ ਕੇ ਆਏ ਸਨ, ਤੇ ਸੇਵਾ ਕਰਕੇ ਸਾਡੀ ਵਸਤੂ ਲੈ ਗਏ। ਹੁਣ ਸੇਵਾ ਕਰਕੇ ਵਸਤੂ ਲੈ ਗਏ, ਇਹ ਉਸਤਤ ਹੈ ਨਾ। ਅੱਗੇ ਬਚਨ ਕੀਤਾ, ਤੁਸੀਂ ਆਪਣੇ ਪਿਤਾ ਜੀ ਦੇ 3 ਪੁੱਤਰ ਹੋ, ਤੁਸੀਂ ਸਭ ਤੋਂ ਛੋਟੇ ਹੋ। ਵੱਡੇ ਭਰਾਤਾਂ ਨੇ ਤੁਹਾਡੇ ਨਾਲ ਲੜਾਈ ਕੀਤੀ ਤਾਂ ਤੁਸੀਂ ਆਪਣੇ ਆਪ ਨੂੰ ਘਰੋਂ ਹੀ ਕੱਢ ਲਿਆ। ਇਹ ਨਹੀਂ ਕਿਹਾ ਕਿ ਤੁਸੀਂ ਭਰਾ ਨੂੰ ਘਰੋਂ ਕੱਢ ਲਿਆ, ਆਪ ਘਰ ਛੱਡ ਦਿੱਤਾ ਨਾ, ਆਪ ਗੁਰੂ ਕੀ ਵਡਾਲੀ ਆ ਗਏ ਨਾ, ਆਪਣੇ ਆਪ ਨੂੰ ਘਰੋਂ ਕੱਢ ਲਿਆ। ਤੇ ਹੁਣ ਸਾਡੇ ਪਾਸੋਂ ਸਾਡੇ ਵੱਡਿਆਂ ਦੀ ਧਰੋਹਰ ਗੁਰਬਾਣੀ ਲੈਣ ਵਾਸਤੇ ਆਏ ਹੋ, ਤੇ ਨਿਮਰਤਾ ਦੇ ਨਾਲ ਗਲੀ 'ਚ ਆਸਨ ਲਾ ਕੇ ਬੈਠ ਗਏ ਹੋ। ਫਿਰ ਨਿਮਰਤਾ ਦ੍ਰਿੜ ਕਰਾਈ, ਨਿਮਰਤਾ ਦੇ ਨਾਲ ਉਸਤਤ ਹੈ ਨਾ। ਜਿਸ ਵੇਲੇ ਇਵੇਂ ਬਚਨ ਉਚਾਰਨਾ ਕੀਤੇ ਨੇ, ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸੇ ਹੀ ਸ਼ਬਦ ਦਾ ਅਗਲਾ ਜੋ ਪਦ ਹੈ, ਉਸ ਦਾ ਕੀਰਤਨ ਪ੍ਰਾਰੰਭ ਕਰ ਦਿੱਤਾ। ਹੋਰ ਗੁੱਸੇ ਦੇ ਨਾਲ ਬਚਨ ਉਚਾਰਦੇ ਨੇ ਮਹਾਰਾਜ ਜੀ ਨੇ ਤੀਸਰਾ ਪਦ। ਪਰ ਜਦੋਂ ਤੀਸਰਾ ਪਦ ਉਚਾਰਿਆ, ਤੇ ਬਾਬਾ ਮੋਹਨ ਜੀ ਨੇ ਜਿੱਥੇ ਬਾਰੀ ਖੋਲੀ ਸੀ, ਹੁਣ ਚੁਬਾਰੇ ਦਾ ਦਰਵਾਜ਼ਾ ਖੋਲਿਆ, ਤੇ ਆ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼੍ਰੀ ਚਰਨਾਂ ਦੇ ਉੱਪਰ ਆਪਣਾ ਮਸਤਕ ਟੇਕ ਦਿੱਤਾ ਹੈ। ਮਹਾਰਾਜ ਜੀ, ਵੱਡਿਆਂ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਆਪ ਜੀ ਆ ਕਰਕੇ ਪੋਥੀਆਂ ਨੂੰ ਲੈ ਜਾਓਗੇ। ਪਿਤਾ ਸਤਿਗੁਰੂ ਜੀ ਨੇ ਕੀਤਾ ਸੀ, ਅਸੀਂ ਆਪਣੇ ਕਿਸੇ ਹੋਰ ਸਰੂਪ ਵਿੱਚ ਆਵਾਂਗੇ ਤੇ ਪੋਥੀਆਂ ਲੈ ਜਾਵਾਂਗੇ। ਅਸੀਂ ਪਰਖਦੇ ਪਏ ਸੀ, ਜਿਸ ਨਿਮਰਤਾ ਤੇ ਕਮਾਈ ਧੀਰਜ ਦੇ ਨਾਲ ਆਪ ਜੀ ਦੇ ਪਿਤਾ ਜੀ ਨੇ ਸਾਡੇ ਪਿਤਾ ਜੀ ਤੋਂ ਗੁਰਿਆਈ ਪ੍ਰਾਪਤ ਕੀਤੀ ਏ, ਕਿ ਉਹ ਨਿਮਰਤਾ ਤੇ ਧੀਰਜ ਤੁਹਾਡੇ ਵਿੱਚ ਵੀ ਹੈ। ਇਸ ਕਰਕੇ ਅਸੀਂ ਕ੍ਰੋਧ ਪ੍ਰਗਟ ਕਰ ਰਹੇ ਸੀ, ਪਰ ਅਸਲ ਦੇ ਵਿੱਚ ਸਾਡਾ ਕ੍ਰੋਧ ਨਹੀਂ, ਇਹ ਤੇ ਸਾਡਾ ਪਿਆਰ ਹੀ ਸੀ। ਗੁਰਬਾਣੀ ਦੇ ਪਰਥਾਏ, ਪਿਤਾ ਸਤਿਗੁਰੂ ਜੀ ਦੇ ਬਚਨਾਂ ਦੇ ਪਰਥਾਏ ਪਿਆਰ ਹੀ ਸੀ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜੇ ਨੇ। ਬਾਬਾ ਮੋਹਨ ਜੀ, ਆਪ ਜੀ ਜਿੱਥੇ ਵੱਡਿਆਂ ਸਤਿਗੁਰਾਂ ਦੇ ਸੁਪੁੱਤਰ ਹੋਣ ਕਰਕੇ ਸਾਡੇ ਲਈ ਪੂਜਨੀਕ ਹੋ ਨਾ, ਆਪ ਜੀ ਸਾਡੀ ਮਾਤਾ ਜੀ ਦੇ ਭਰਾਤਾ ਜੀ ਹੋ, ਰਿਸ਼ਤੇ ਦੇ ਵਿੱਚ ਸਾਡੇ ਮਾਮਾ ਜੀ ਲੱਗਦੇ ਹੋ। ਇਸ ਕਰਕੇ ਭਾਣਜਾ ਮਾਮਾ ਜੀ ਦੇ ਚਰਨੀ ਪਵੇ, ਮਰਿਆਦਾ ਬਣ ਆਉਂਦੀ ਏ, ਪਰ ਮਾਮਾ ਭਾਣਜੇ ਦੇ ਚਰਨੀ ਪਵੇ, ਮਰਿਆਦਾ ਬਣ ਨਹੀਂ ਆਉਂਦੀ। ਸਾਨੂੰ ਆਪਣੇ ਚਰਨ ਸਪਰਸ਼ ਕਰਨ ਦਿਓ। ਆਪ ਜੀ ਬ੍ਰਹਮ ਗਿਆਨੀ ਮਹਾਂਪੁਰਖ ਗੁਰਦੇਵ ਪਿਤਾ ਜੀ ਦੇ ਸੁਪੁੱਤਰ ਜੂ ਹੋਏ, ਸਾਡੇ ਨਾਨਾ ਸਤਿਗੁਰੂ ਜੀ ਦੇ ਸੁਪੁੱਤਰ ਜੂ ਹੋਏ, ਸਾਡੇ ਮਾਮਾ ਜੀ ਸਾਡੇ ਮਾਤਲ ਜੂ ਹੋਏ, ਸਾਡੇ ਮਾਤਾ ਜੀ ਦੇ ਭਰਾਤਾ ਜੀ ਜੂ ਹੋਏ। ਤੇ ਤਿਸ ਵੇਲੇ ਬਾਬਾ ਮੋਹਨ ਜੀ ਨੇ ਹੱਥ ਜੋੜੇ, ਗਰੀਬ ਨਿਵਾਜ, ਭਾਵੇਂ ਕਿ ਰਿਸ਼ਤੇ ਅਤੇ ਉਮਰ ਦੇ ਵਿੱਚ ਮੇਰਾ ਅਹੁਦਾ ਵੱਡਾ ਹੈ,
ਪਰ ਗਰੀਬ ਨਿਵਾਜ ਆਪ ਵੱਡਿਆਂ ਸਤਿਗੁਰਾਂ ਦੀ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਹੋਣ ਕਰਕੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਤੇ ਕੁੱਲ ਦੁਨੀਆ, ਕੁੱਲ ਜੀਵਾਂ, ਕੁੱਲ ਬ੍ਰਹਮੰਡਾ ਕਰਕੇ ਪੂਜਨੀਕ ਹੋ ਤੇ ਮੇਰੇ ਵੀ ਪੂਜਨੀਕ ਹੋ। ਜਿਸ ਪਿਤਾ ਜੀ ਦਾ ਮੈਂ ਸਪੁੱਤਰ ਆ ਨਾ, ਉਹਨਾਂ ਪਿਤਾ ਜੀ ਦੀ ਜੋਤ ਤੁਹਾਡੇ ਹਿਰਦੇ ਦੇ ਅੰਦਰ ਵਿਰਾਜ ਰਹੀ ਏ। ਇਸ ਕਰਕੇ ਆਪ ਜੀ ਨੂੰ ਨਮਸਕਾਰ ਕਰਨੀ ਹੀ ਬਣ ਆਉਂਦੀ ਏ। ਬਚਨ ਕਰਨਾ ਕੀਤਾ, ਹੈ ਮਾਮਾ ਜੀ ਰਿਸ਼ਤੇ ਦੇ ਵਿੱਚ ਤੇ ਸਾਨੂੰ ਨਮਸਕਾਰ ਕਰਨੀ ਬਣ ਆਉਂਦੀ ਏ, ਕਿਉਂਕਿ ਅਸੀਂ ਆਪ ਜੀ ਦੇ ਸਪੁੱਤਰਾਂ ਦੀ ਨਿਆਈ ਭਾਣਜਾ ਹੋਏ। ਪਰ ਜੇ ਗੁਰੂ ਜੋਤ ਕਰਕੇ ਵੱਡਿਆਂ ਸਤਿਗੁਰਾਂ ਦੀ ਜੋਤ ਦਾ ਇਹ ਸਤਿਕਾਰ ਹੈ ਤਾਂ ਅਸੀਂ ਆਪ ਜੀ ਦੀ ਭਾਵਨਾ ਨੂੰ ਠੁਕਰਾ ਨਹੀਂ ਸਕਦੇ, ਜਿਵੇਂ ਆਪ ਜੀ ਨੂੰ ਭਾਵੇ। ਤੇ ਇਸ ਵੇਲੇ ਫਿਰ ਸ਼ਬਦ ਦਾ ਚੌਥਾ ਬੰਦ ਉਚਾਰਨਾ ਕੀਤਾ ਹੈ। ਸਤਿਗੁਰੂ ਜੀ ਨੇ ਕੀਰਤਨ ਰੂਪ ਦੇ ਵਿੱਚ ਵਡਿਆਈਆਂ ਬਖਸ਼ੀਆਂ ਨੇ ਤੇ ਸਹਿਤ ਪ੍ਰੇਮ ਦੇ ਬਾਬਾ ਮੋਹਨ ਜੀ ਨੇ ਪੋਥੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਕਰ ਦਿੱਤੀਆਂ, ਹਵਾਲੇ ਕਰ ਦਿੱਤੀਆਂ। ਸਤਿਗੁਰੂ ਜੀ, ਇਹ ਆਪ ਜੀ ਦੀ ਹੀ ਅਮਾਨਤ ਹੈ, ਆਪ ਜੀ ਦੀ ਹੀ ਧਰੋਹਰ ਹੈ। ਮੈਂ ਤੇ ਚੌਂਕੜਾ ਮਾਰ ਕਰਕੇ, ਕਮਲ ਆਸਣ ਲਾ ਕਰਕੇ ਸਮਾਧੀ ਵਿੱਚ ਰਖਵਾਲਾ ਹੀ ਬੈਠਾ ਸੀ, ਕਿਉਂਕਿ ਪਿਤਾ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਨਾ, ਕਿਸੇ ਸਰੂਪ ਵਿੱਚ ਆ ਕੇ ਲੈ ਜਾਵਾਂਗੇ। ਮੈਂ ਤੇ ਪਿਆ ਉਡੀਕਦਾ ਹੀ ਸੀ ਉਸ ਸਰੂਪ ਦੇ ਦਰਸ਼ਨ ਕਰਨ ਵਾਸਤੇ ਕਿ ਮੇਰੇ ਪਿਤਾ ਸਤਿਗੁਰੂ ਜੀ ਜਿਸ ਹਿਰਦੇ ਅੰਦਰ ਆਪਣੀ ਜੋਤ ਰੱਖ ਕਰਕੇ ਜਿਸ ਸਵਰੂਪ ਵਿੱਚ ਪੋਥੀਆਂ ਲੈਣ ਆਉਣਗੇ, ਮੈਂ ਦੀਦਾਰ ਕਰਕੇ ਸਫਲਾ ਹੋਵਾਂਗਾ। ਮਹਾਰਾਜ ਆਪ ਜੀ ਦੀ ਹੀ ਵਸਤ ਹੈ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੋਥੀਆਂ ਪ੍ਰਾਪਤ ਕੀਤੀਆਂ ਨੇ। ਬਾਬਾ ਮੋਹਰੀ ਜੀ ਆਏ ਨੇ, ਨਮਸਕਾਰ ਕਰੀ ਹੈ, ਪਰਸ ਹਾਲ ਚਾਲ ਪੁੱਛਿਆ ਹੈ, ਸੁਖ ਸੰਦ ਪੁੱਛੀ ਹੈ। ਫਿਰ ਬੜੇ ਅਦਬ ਸਤਿਕਾਰ ਦੇ ਨਾਲ ਬਾਬਾ ਮੋਹਰੀ ਜੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਗ੍ਰਹਿ ਵਿਖੇ ਲੈ ਕਰਕੇ ਗਏ ਨੇ। ਬੜਾ ਪਿਆਰ ਵਧਾਇਆ ਹੈ। ਫਿਰ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਜਿਹੋ ਜਿਹਾ ਅੰਮ੍ਰਿਤਸਰ ਹੈ ਉਹੋ ਜਿਹਾ ਹੀ ਗੋਇੰਦਵਾਲ ਸਾਹਿਬ ਹੈ, ਉਹ ਵੀ ਸਤਿਗੁਰਾਂ ਦੇ ਪਾਵਨ ਚਰਨ ਛੋਹ ਮੁਬਾਰਕ ਧਰਤੀ ਏ, ਇਹ ਵੀ ਸਤਿਗੁਰਾਂ ਜੀ ਦੀ ਪਾਵਨ ਚਰਨ ਛੋਹ ਮੁਬਾਰਕ ਧਰਤੀ ਏ। ਆਪ ਜੀ ਕਿਰਪਾ ਕਰਕੇ ਇੱਥੇ ਹੀ ਵਸੋ, ਇੱਥੇ ਹੀ ਧਰਤੀ ਨੂੰ ਭਾਗ ਲਾਵੋ, ਇੱਥੇ ਹੀ ਸੰਗਤਾਂ ਆਉਣ, ਇੱਥੇ ਜੋੜ ਮੇਲੇ ਸੱਜਣ, ਇੱਥੇ ਕੀਰਤਨ ਦੀਆਂ ਗੁੰਜਾਰਾਂ ਪੈਣ, ਜੋ ਫਿਜ਼ਾਵਾਂ ਦੇ ਵਿੱਚੋਂ ਨਾਮ ਹੀ ਨਾਮ, ਕੀਰਤਨ ਹੀ ਕੀਰਤਨ ਸਰਵਣ ਹੋਵੇ। ਮਹਾਰਾਜ ਇੱਥੇ ਫਿਰ ਤੋਂ ਸੱਚਖੰਡ ਵਰਗਾ ਮਾਹੌਲ ਬਣ ਜਾਵੇ। ਕਿਰਪਾਲਤਾ ਕਰਕੇ ਇੱਥੇ ਹੀ ਵਿਰਾਜੋ ਜੀ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਰਮ ਕਿਰਪਾਲੂ ਸਾਹਿਬ ਜੀ ਨੇ ਬਚਨ ਕਰਨਾ ਕੀਤਾ। ਵੱਡਿਆਂ ਸਤਿਗੁਰਾਂ ਦਾ ਹੁਕਮ ਸੀ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਾਡੇ ਪਿਤਾ ਸਤਿਗੁਰੂ ਜੀ ਨੂੰ, ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ ਜਾਵੇ। ਸਾਡੇ ਪਿਤਾ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਜਿੱਥੇ ਤਿਆਰ ਕਰਨਾ, ਥੜਾ ਸਾਹਿਬ ਬਣਾ ਦਿੱਤਾ ਸੀ, ਕੱਚਾ ਸਰੋਵਰ ਵੀ ਬਣਾ ਦਿੱਤਾ ਸੀ, ਪਰ ਸਰੋਵਰ ਨੂੰ ਪੱਕਿਆ ਕਰਨਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰਨੀ, ਇਹ ਵੱਡੇ ਭਾਰੀ ਕਾਰਜ ਪਿਤਾ ਸਤਿਗੁਰੂ ਜੀ ਨੇ ਸਾਡੇ ਜ਼ਿੰਮੇ ਲਾਏ ਸਨ। ਇਸ ਕਰਕੇ ਜੀ ਇਹਨਾਂ ਕਾਰਜਾਂ ਦੀ ਪੂਰਨਤਾ ਵਾਸਤੇ, ਸੰਪੰਨਤਾ ਵਾਸਤੇ ਸਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਰਹਿਣਾ ਜਥਾਯੋਗ ਤੇ ਉਚਿਤ ਹੈ। ਅੱਗੇ ਜਿਵੇਂ ਆਪ ਜੀ ਦੀ ਆਗਿਆ ਹੋਵੇ। ਤੇ ਫਿਰ ਸਤਿਗੁਰਾਂ ਦੇ ਸਪੁੱਤਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਪੁੱਤਰ ਗੁਰਦੇਵ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਾਮਾ ਜੀ ਬਾਬਾ ਮੋਹਰੀ ਜੀ ਨੇ ਕਹਿਣਾ ਕੀਤਾ, ਗੁਰਦੇਵ ਆਪ ਜੀ 7 ਬਚਨ ਪਏ ਉਚਾਰਦੇ ਹੋ, ਭਾਵੇਂ ਕਿ ਸਾਡੀ ਇੱਛਾ ਆਪ ਜੀ ਨੂੰ ਇੱਥੇ ਰੱਖਣੇ ਦੀਏ, ਪਰ ਸਤਿਗੁਰਾਂ ਦਾ ਹੁਕਮ ਸਾਡੀ ਇੱਛਾ ਤੋਂ ਵੱਡਾ ਹੈ। ਇਸ ਕਰਕੇ ਆਪ ਜੀ ਪਹਿਲਾਂ ਉਹ ਵਾਲਾ ਕਾਰਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੰਪੰਨਤਾ ਵਾਲਾ ਤੇ ਭਾਗ ਲਾਉਣ ਵਾਲਾ, ਅੰਮ੍ਰਿਤ ਸਰੋਵਰ ਦੀ ਰਚਨਾ ਵਾਲਾ ਤੇ ਸੰਗਤਾਂ ਦੇ ਬੇੜੇ ਪਾਰ ਕਰਨ ਵਾਲਾ ਪਹਿਲਾਂ ਕਰੋ ਜੀ। ਗੁਰਦੇਵ ਪਿਤਾ ਜੀ ਕੁਝ ਸਮਾਂ ਉੱਥੇ ਰਹੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਪਾਲਕੀ ਸਾਹਿਬ ਮੰਗਵਾਈਏ। ਬਾਬਾ ਮੋਹਰੀ ਜੀ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈ ਕੇ ਜਾਣੀਆਂ ਨੇ, ਪਾਲਕੀ ਸਾਹਿਬ ਦਾ ਪ੍ਰਬੰਧ ਕਰੋ। ਪਾਲਕੀ ਸਾਹਿਬ ਦਾ ਪ੍ਰਬੰਧ ਕੀਤਾ ਗਿਆ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ, 4 ਗੁਰਸਿੱਖਾਂ ਨੇ ਪਾਲਕੀ ਸਾਹਿਬ ਨੂੰ ਮੋਢਿਆਂ ਦੇ ਉੱਪਰ ਚੁੱਕ ਲਿਆ। ਜਿਸ ਪਾਲਕੀ ਸਾਹਿਬ ਜੀ ਦੇ ਅੰਦਰ ਪੋਥੀਆਂ ਸਾਹਿਬ ਸੁਭਾਏਮਾਨ ਨੇ ਤੇ ਚਾਰੇ ਹੀ ਦਿਸ਼ਾਵਾਂ ਤੋਂ 4 ਗੁਰਸਿੱਖ ਪੋਥੀਆਂ ਸਾਹਿਬ ਜੀ ਦੇ ਉੱਪਰ ਚੌਰ ਸਾਹਿਬ ਕਰਦੇ ਆਉਂਦੇ ਨੇ, ਚਾਰੇ ਦਿਸ਼ਾਵਾਂ ਤੋਂ। ਅੱਗੇ ਅੱਗੇ ਪਾਲਕੀ ਸਾਹਿਬ ਪੋਥੀਆਂ ਵਾਲੀ ਤੇ ਪਿੱਛੇ ਪਿੱਛੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸੰਗਤਾਂ ਨੇ ਕੀਰਤਨ ਕਰਦਿਆਂ ਹੋਇਆਂ ਖਡੂਰ ਸਾਹਿਬ ਜਾ ਪੁੱਜੇ ਨੇ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਦੇਹੁਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਉਸ ਕਰੀਰ ਦੇ ਦਰਖਤ ਦੇ ਦਰਸ਼ਨ ਕੀਤੇ ਨੇ ਜਿਸ ਦੇ ਨਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਠੇਡਾ ਲੱਗਿਆ ਸੀ, ਜਿਸ ਤੋਂ ਬਾਅਦ ਆਪ ਜੀ ਨੂੰ ਗੁਰਿਆਈ ਪ੍ਰਾਪਤ ਹੋਈ ਸੀ। ਉਸ ਦੀਆਂ ਪਰਿਕਰਮਾ ਕੀਤੀਆਂ ਨੇ। ਬਹੁਤ ਸਾਰਾ ਪ੍ਰਸ਼ਾਦ ਬਣਵਾ ਕਰਕੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰ ਅਸਥਾਨਾਂ ਤੇ ਸੰਗਤਾਂ ਦੇ ਵਿੱਚ ਵੰਡਵਾ ਦਿੱਤਾ ਹੈ। ਤੇ ਬਾਬਾ ਦਾਤੂ ਜੀ ਆਏ ਨੇ। ਇਹ ਬਾਬਾ ਦਾਤੂ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੱਡੇ ਬੇਟੇ, ਵੱਡੇ ਸਪੁੱਤਰ ਨੇ। ਆ ਕਰਕੇ ਚਰਨਾਂ ਦੇ ਉੱਪਰ ਮਸਤਕ ਟੇਕਿਆ ਹੈ। ਗਰੀਬ ਨਿਵਾਜ, ਮੈਂ ਆਪਣੀ ਮਨ ਦੀ ਅਲਪਗਤਾ ਕਰਕੇ ਗੁਰੂ ਘਰ ਦੇ ਨਾਲੋਂ ਟੁੱਟ ਗਿਆ ਸੀ ਤੇ ਬੜਾ ਦੁੱਖ ਭੋਗਿਆ ਹੈ। ਗਰੀਬ ਨਿਵਾਜ, ਕਿਰਪਾ ਕਰਕੇ ਮੈਨੂੰ ਬਖਸ਼ ਲਓ ਜੀ। ਤੇ ਹਜ਼ੂਰ ਨੇ ਪ੍ਰਵਚਨ ਫਰਮਾਇਆ, ਬਾਬਾ ਜੀ ਆਪ ਜੀ ਸਾਡੇ ਵੱਡਿਆਂ ਸਤਿਗੁਰਾਂ ਦੇ ਪੁੱਤਰ ਹੋ, ਸਾਡੇ ਵਾਸਤੇ ਤਾਂ ਪੂਜਨੀਕ ਹੋ, ਆਪ ਜੀ ਚਰਨਾਂ ਤੇ ਨਮਸਕਾਰ ਕਿਉਂ ਕਰਦੇ ਹੋ? ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਪਿਤਾ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਨਹੀਂ ਕਰ ਸਕਿਆ। ਆਪ ਜੀ ਦੇ ਨਾਨਾ ਸਤਿਗੁਰੂ, ਉਹਨਾਂ ਦੇ ਚਰਨਾਂ ਦੇ ਉੱਪਰ ਵੀ ਨਮਸਕਾਰ ਮੈਂ ਨਹੀਂ ਕਰ ਸਕਿਆ ਹਾਂ। ਇਸ ਕਰਕੇ ਉਦੋਂ ਮੇਰਾ ਦੁਰਭਾਗ ਸੀ, ਹੁਣ ਸੁਭਾਗਾ ਹੋਣਾ ਚਾਹੁੰਦਾ ਹਾਂ। ਦਸਣਾ ਕੀਤਾ ਜੀ, ਮੈਨੂੰ ਮਰਵਾਹੇ ਖੱਤਰੀਆਂ ਨੇ ਚੱਕਿਆ। ਉਹਨਾਂ ਦੀ ਚੁੱਕਣਾ ਵਿੱਚ ਆ ਕਰਕੇ ਕਿ ਗੁਰੂ ਸਪੁੱਤਰ ਮੈਂ ਹਾਂ ਤੇ ਗੁਰੂ ਅਮਰਦਾਸ ਜੀ ਗੁਰੂ ਬਣ ਗਏ ਨੇ। ਈਰਖਾ ਦਾ ਮਾਰਿਆ ਹੋਇਆ ਖਡੂਰ ਸਾਹਿਬ ਤੋਂ ਚੱਲ ਕੇ ਆਇਆ ਸੀ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਸਨ। ਤਿੰਨਾਂ ਦੀ ਛਾਤੀ ਵਿੱਚ ਆ ਕਰਕੇ ਮੈਂ ਲੱਤ ਮਾਰੀ ਸੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੋਂ ਜ਼ਮੀਨ ਦੇ ਉੱਪਰ ਆ ਗਏ ਤੇ ਤਿੰਨਾਂ ਨੇ ਅਦਬ ਦੇ ਨਾਲ ਫਿਰ ਕਹਿਣਾ ਕੀਤਾ, ਮੇਰੇ ਪੈਰ ਮਲਣੇ ਸ਼ੁਰੂ ਕਰ ਦਿੱਤੇ। ਤੇ ਸਤਿਗੁਰੂ ਜੀ ਨੇ ਪ੍ਰਵਚਨ ਫਰਮਾਇਆ ਸੀ, ਸਾਡਾ ਸਰੀਰ ਤਾਂ ਸੇਵਾ ਕਰਦਿਆਂ ਕਰਦਿਆਂ ਅਤਿਅੰਤ ਕਠੋਰ ਸਖਤ ਹੋ ਚੁੱਕਿਆ ਹੈ। ਤੁਸੀਂ ਗੁਰੂ ਸਪੁੱਤਰ ਹੋ, ਤੁਹਾਡੇ ਚਰਨ ਬੜੇ ਨਾਜ਼ੁਕ ਨੇ। ਸਾਡੀ ਛਾਤੀ ਵਿੱਚ ਵੱਜ ਕਰਕੇ ਤੁਹਾਡੇ ਚਰਨਾਂ ਨੂੰ ਕੋਈ ਖੇਦ ਤੇ ਨਹੀਂ ਪਹੁੰਚਾ, ਕੋਈ ਦੁੱਖ ਤੇ ਨਹੀਂ ਹੋਇਆ? ਮਹਾਰਾਜ ਮੈਂ ਆਪ ਜੀ ਦੇ ਚਰਨ ਮਲ ਦੇਵਾਂ। ਤੇ ਨਾਲ ਪ੍ਰਵਚਨ ਫਰਮਾਵਣਾ ਕੀਤਾ, ਮੈਂ ਆਪ ਜੀ ਦੇ ਪਿਤਾ ਜੀ ਦੇ ਘਰ ਦਾ ਸੇਵਕ ਸੀ। ਆਪ ਜੀ ਮੇਰੇ ਗੁਰਦੇਵ ਪਿਤਾ ਜੀ ਦੇ ਸਪੁੱਤਰ ਹੋ। ਤੁਸੀਂ ਚੱਲ ਕਰਕੇ ਆਏ ਤੇ ਮੈਨੂੰ ਉੱਠ ਕੇ ਆਦਰ ਸਤਿਕਾਰ ਕਰਨਾ ਚਾਹੀਦਾ ਸੀ। ਅਸੀਂ ਉੱਠ ਕਰਕੇ ਗੁਰਤਾ ਗੱਦੀ ਤੋਂ ਖੜੇ ਨਹੀਂ ਹੋਏ। ਤੁਸੀਂ ਸਾਨੂੰ ਆਪਣੇ ਜਾਣ ਕੇ, ਅਵਗਿਆ ਕਰਨੇ ਵਾਲੇ ਜਾਣ ਕਰਕੇ ਤਾੜਨਾ ਕੀਤੀ ਏ। ਜਿਵੇਂ ਮਾਤਾ ਪਿਤਾ ਦੀ ਝਿੜਕ ਅਤੇ ਗੁੱਸੇ ਵਿੱਚ ਵੀ ਬੱਚੇ ਦੇ ਪ੍ਰਥਾਏ ਪਿਆਰ ਹੁੰਦਾ ਨਾ, ਤੁਹਾਡੀ ਇਸ ਡਾਂਟ ਤੇ ਮਾਰ ਵਿੱਚ ਵੀ ਪਿਆਰ ਹੀ ਹੈ। ਦੱਸੋ ਸਾਡੇ ਵਾਸਤੇ ਕੀ ਹੁਕਮ ਹੈ, ਕਿਵੇਂ ਸੇਵਾ ਕਮਾਈਏ? ਤੇ ਬਾਬਾ ਦਾਤੂ ਜੀ ਕਹਿਣ ਲੱਗੇ, ਅਸੀਂ ਬੜੇ ਕ੍ਰੋਧ ਦੇ ਵਾਸੋਂ ਕਰਕੇ ਕਹਿਣਾ ਕੀਤਾ ਸੀ, ਗੁਰਤਾ ਗੱਦੀ ਸਾਡੇ ਘਰ ਦੀ ਤੇ ਤੁਸਾਂ ਸੇਵਾ ਕਰਕੇ ਲੈ ਲਈਏ। ਸਾਡੇ ਪਿਤਾ ਜੀ ਦੇ ਪਾਸੋਂ ਅਸੀਂ ਖਾਲੀ ਰਹਿ ਗਏ ਆ, ਜਾਓ ਇੱਥੇ ਚਲੇ ਜਾਓ, ਗੁਰਤਾ ਗੱਦੀ ਦੇ ਮਾਲਕ ਅਸੀਂ ਆ। ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਤਰੀ ਦੇ ਹਨੇਰੇ ਵਿੱਚ ਬਿਨਾਂ ਕਿਸੇ ਨੂੰ ਦੱਸੇ, ਬਿਨਾਂ ਕਿਸੇ ਸੇਵਕ ਨੂੰ ਨਾਲ ਲਏ, ਜੋ ਕਿ ਬਾਸਰ ਕੇ ਗਿੱਲਾਂ ਇੱਕ ਗਵਾਲੇ ਦੇ ਕੋਠੇ ਦੇ ਵਿੱਚ ਜਾ ਕਰਕੇ ਬੈਠ ਗਏ ਸਨ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਮਾਂ ਪਾ ਕਰਕੇ ਪ੍ਰਗਟ ਕਰਨਾ ਕੀਤਾ ਸੀ ਗੁਰਸਿੱਖਾਂ ਤੇ ਸੰਗਤਾਂ ਦੀ ਬੇਨਤੀ ਤੇ ਕਹਿਣ ਲੱਗੇ, ਜਦੋਂ ਅਸੀਂ ਇੱਥੇ ਆ ਕਰਕੇ ਬੈਠ ਗਏ ਤੇ ਗੁਰਤਾ ਗੱਦੀ ਤੇ ਸੱਜ ਕੇ ਬੈਠ ਗਏ ਕਿ ਗੁਰੂ ਹੁਣ ਅਸੀਂ ਆ, ਗੁਰਤਾ ਗੱਦੀ ਤੇ ਜੂ ਬੈਠ ਗਏ ਤੇ ਕੋਈ ਵੀ ਮੱਥਾ ਟੇਕਣ ਨਹੀਂ ਆਇਆ, ਕਿਸੇ ਨੇ ਆ ਕੇ ਭੇਟਾ ਨਹੀਂ ਚੜਾਈ। ਜਿਸ ਨੂੰ ਪਤਾ ਲੱਗਦਾ ਬਾਬਾ ਦਾਤੂ ਜੀ ਗੁਰਤਾ ਗੱਦੀ ਤੇ ਬੈਠ ਗਏ ਨੇ, ਸਾਰੀ ਸੰਗਤ ਪਰਾਂ ਦੀ ਪਰਾਂ ਹੀ ਲੰਘ ਜਾਂਦੀ, ਪਿੱਛੇ ਹੀ ਮੁੜ ਜਾਂਦੀ, ਕੋਈ ਮੱਥੇ ਵੀ ਨਹੀਂ ਲੱਗਾ। ਕਹਿਣ ਲੱਗੇ, ਫਿਰ ਅਸੀਂ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਚੋਂ ਸਾਰੇ ਪਦਾਰਥ ਲੁੱਟ ਕੇ ਖੱਚਰਾਂ ਤੇ ਲੱਦ ਕੇ ਸੇਵਕਾਂ ਨੂੰ ਨਾਲ ਲੈ ਕਰਕੇ ਸ਼ਾਮ ਦੇ ਸਮੇਂ ਤੁਰ ਪਏ। ਰਾਤਰੀ ਦਾ ਸਮਾਂ ਸੀ, ਜਦੋਂ ਤੁਰੇ ਜਾਂਦੇ ਸੀ ਰਾਹ ਦੇ ਵਿੱਚ ਧਾੜ ਵੀ ਪੈ ਗਏ, ਚੋਰ ਪੈ ਗਏ। ਉਹਨਾਂ ਨੇ ਲਲਕਾਰਾ ਮਾਰਿਆ ਤੇ ਜਿਹੜੇ ਸਾਥੀ ਸਨ ਸਾਡੇ, ਉਹ ਸਾਰੇ ਦੌੜ ਗਏ ਤੇ ਕਹਿਣ ਲੱਗੇ ਸਾਨੂੰ ਮਾਰਨ ਲੱਗੇ। ਤੇ ਅਸੀਂ ਆਖਿਆ, ਮਾਰਦੇ ਕਿਉਂ ਜੇ? ਧਾਨੀ ਲੈ ਚਾਹੀਦਾ ਨਾ, ਜਿੰਨਾ ਚਾਹੀਦਾ ਲੈ ਜਾਓ। ਤੇ ਬਾਬਾ ਦਾਤੂ ਜੀ ਕਹਿੰਦੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿੱਚੋਂ ਜਿਤਨਾ ਧਨ ਦੌਲਤ ਅਸੀਂ ਲੁੱਟ ਕੇ ਲੈ ਕੇ ਗਏ ਸੀ, ਸਾਡੇ ਪਾਸੋਂ ਡਾਕੂਆਂ ਨੇ ਲੁੱਟ ਲਿਆ, ਰਿਹਾ ਸਾਡੇ ਕੋਲ ਵੀ ਨਹੀਂ। ਤੇ ਛਾਤੀ ਦੇ ਵਿੱਚ ਲੱਤ ਮਾਰੀ ਸੀ ਸਤਿਗੁਰਾਂ ਦੇ, ਬੜਾ ਖੇਦ ਹੋਇਆ। ਲੱਤ ਦੀ ਹੱਡੀ ਵਿੱਚ ਏਦਾਂ ਪੀੜ ਹੋਣ ਲੱਗ ਗਈ ਜਿਵੇਂ ਲੱਤ ਚੀਰੀ ਜਾ ਰਹੀ ਹੋਵੇ। ਪਰ ਸਤਿਗੁਰੂ ਜੀ ਤੋਂ ਬੇਮੁਖ ਰਹੇ। ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਗਮਨ ਕਰਨਾ ਸੀ ਨਾ, ਉਦੋਂ ਸਤਿਗੁਰਾਂ ਦੇ ਚਰਨਾਂ ਵਿਖੇ ਆ ਕਰਕੇ ਫਿਰ ਬੇਨਤੀ ਕੀਤੀ ਤੇ ਉਹਨਾਂ ਨੇ ਬਚਨ ਕਰਨਾ ਕੀਤਾ ਸੀ ਕਿ ਹੁਣ ਤੇ ਗੁਰਿਆਈ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਚੁੱਕੇ ਆ। ਜੇ ਪਹਿਲਾਂ ਆਉਂਦੇ ਤੇ ਬਖਸ਼ੇ ਜਾਂਦੇ, ਪਰ ਹੁਣ ਗੁਰਿਆਈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਚੁੱਕੇ ਆ। ਜਦੋਂ ਇਹਨਾਂ ਦੇ ਸਪੁੱਤਰ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਬੈਠਣਗੇ ਤਾਂ ਤੇਰੀ ਪੀੜਾ ਠੀਕ ਕਰਨਗੇ। ਮਹਾਰਾਜ ਹੁਣ ਆਪ ਜੀ ਦੀ ਸ਼ਰਨ ਆਇਆ, ਕਿਰਪਾ ਕਰਕੇ ਮੇਰੀ ਲੱਤ ਦੀ ਪੀੜਾ ਠੀਕ ਕਰੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਆਪਣਾ ਹਸਤ ਕਮਲ ਛੁਹਾਇਆ ਲੱਤ ਨੂੰ ਤੇ ਹੱਥ ਲੱਗਦਿਆਂ ਸਾਰ ਜਿਹੜੀ ਪੀੜ ਸੀ ਲੱਤ ਦੇ ਵਿੱਚ ਚੀਰ ਪੈਂਦੇ ਸਨ, ਜਿਵੇਂ ਹੱਡੀ ਨੂੰ ਆਰੀ ਨਾਲ ਚੀਰਿਆ ਜਾ ਰਿਹਾ ਹੋਵੇ, ਉਸੇ ਵੇਲੇ ਸ਼ਾਂਤ ਹੋ ਗਈ, ਪੀੜ ਹਟ ਗਈ। ਬੜਾ ਸ਼ੁਕਰ ਮਨਾਇਆ, ਬਾਰ-ਬਾਰ ਨਮਸਕਾਰਾਂ ਕਰਦੇ ਨੇ। ਤੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੂਸਰੇ ਸਪੁੱਤਰ ਬਾਬਾ ਦਾਸੂ ਜੀ,
ਚੱਲ ਕਰਕੇ ਆਏ ਨੇ। ਬੇਨਤੀ ਕੀਤੀ, ਮਹਾਰਾਜ ਸਰੀਰ ਬਜ਼ੁਰਗ ਹੋ ਗਿਆ, ਹੁਣ ਅਸੀਂ ਚਾਹੁੰਦੇ ਹਾਂ ਇਸ ਸਰੀਰ ਨੂੰ ਛੱਡ ਕਰਕੇ ਸੱਚਖੰਡ ਜਾ ਵਿਰਾਜੀਏ, ਕਿਰਪਾ ਕਰਕੇ ਆਗਿਆ ਬਖਸ਼ੋ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਵਚਨ ਫਰਮਾਵਣਾ ਕੀਤਾ, ਥੋੜਾ ਸਮਾਂ, ਥੋੜੇ ਕੁ ਦਿਨ ਸਰੀਰ ਦੀ ਆਰਬਲਾ ਹੋਰ ਹੈ, ਫਿਰ ਤੁਸੀਂ ਇਸ ਸਰੀਰ ਨੂੰ ਛੱਡ ਕਰਕੇ ਸੱਚਖੰਡ ਜਾ ਵਿਰਾਜੋਗੇ। ਇਸੇ ਪ੍ਰਕਾਰ ਬਾਬਾ ਮੋਹਰੀ ਜੀ ਦੇ ਸਪੁੱਤਰ ਬਾਬਾ ਆਨੰਦ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਮਿਲੇ ਨੇ ਤੇ ਸਤਿਗੁਰੂ ਦੇਵ ਪਿਤਾ ਜੀ ਨੇ ਬਚਨ ਕਰਨਾ ਕੀਤਾ, ਹੇ ਬਾਬਾ ਆਨੰਦ ਜੀ, ਬਾਬਾ ਮੋਹਰੀ ਜੀ, ਜਿਸ ਵੇਲੇ ਸਾਡੇ ਪਿਤਾ ਜੀ ਨੂੰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ, ਤੁਸਾਂ ਨੇ ਉਹ ਸਾਰਾ ਸਮਾਂ ਉਹ ਕੌਤਕ ਆਪਣੀਆਂ ਅੱਖਾਂ ਦੇ ਨਾਲ ਤੱਕੇ ਹਨ, ਕਿਰਪਾਲਤਾ ਕਰਕੇ ਸਾਨੂੰ ਉਹ ਸਮਾਂ ਤੇ ਹਾਲਾਤ ਸਰਵਣ ਕਰਾਓ। ਤੇ ਫਿਰ ਬਾਬਾ ਜੀ, ਬਾਬਾ ਆਨੰਦ ਜੀ ਜੋ ਬਾਬਾ ਮੋਹਰੀ ਜੀ ਦੇ ਸਪੁੱਤਰ ਨੇ, ਉਹਨਾਂ ਨੇ ਸਾਰੇ ਹਾਲਾਤ ਨੂੰ ਬਿਆਨ ਕਰਦਿਆਂ ਹੋਇਆ ਸੱਦ ਉਚਾਰਿਆ, ਰਾਮਕਲੀ ਸੱਦ, ਜਿਹੜਾ ਅੱਜ ਮਿਰਤਕ ਦੇ ਭੋਗ ਤੇ ਪੜ੍ਹਿਆ ਜਾਂਦਾ ਹੈ। ਸਾਰਾ ਨਕਸ਼ਾ ਉਸ ਦੇ ਵਿੱਚ ਖਿੱਚ ਦਿੱਤਾ ਹੈ। ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸੈ ਪੈਰੀ ਪਾਏ ਜੀਓ। ਇਸ ਪ੍ਰਕਾਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨੀ ਬਾਬਾ ਮੋਹਰੀ ਜੀ ਪਏ ਤੇ ਬਾਬਾ ਮੋਹਨ ਜੀ ਜਿਹੜੇ ਨਹੀਂ ਆਏ ਸਨ ਸ਼ਰਨ ਦੇ ਵਿੱਚ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਬਾਬਾ ਆਨੰਦ ਜੀ, ਤੁਹਾਡੀ ਬਾਣੀ ਬੜੀ ਮਿੱਠੀ ਹੈ, ਇਸ ਨੂੰ ਅਸੀਂ ਧੁਰ ਕੀ ਬਾਣੀ ਦੇ ਵਿੱਚ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਚੜਾਵਾਂਗੇ। ਇਸ ਪ੍ਰਕਾਰ ਸਭਨਾਂ ਨੂੰ ਖੁਸ਼ੀਆਂ ਬਖਸ਼ ਕਰਕੇ, ਕਿਰਤਾਰਥ ਕਰਕੇ, ਪੋਥੀਆਂ ਸਾਹਿਬ ਪਾਲਕੀ ਸਾਹਿਬ ਦੇ ਅੰਦਰ ਸੁਭਾਏਮਾਨ ਕਰਕੇ, ਕੀਰਤਨ ਕਰਦਿਆਂ ਹੋਇਆਂ ਫਿਰ ਖਡੂਰ ਸਾਹਿਬ ਜੀ ਤੋਂ ਚੱਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਆ ਪੁੱਜੇ ਨੇ, ਜੋ ਦੁੱਖ ਭੰਜਨੀ ਬੇਰੀ ਦੇ ਕੋਲ ਅੰਮ੍ਰਿਤ ਸਰੋਵਰ ਦੇ ਕਿਨਾਰੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਿਛਲੇ ਪਾਸੇ ਬੈਕ ਸਾਈਡ ਤੇ ਸਰੋਵਰ ਦੇ ਕਿਨਾਰੇ ਤੇ 860 ਘਾਟ ਥੜਾ ਸਾਹਿਬ ਹੈ। ਇੱਥੇ ਪੋਥੀਆਂ ਸਾਹਿਬ ਲਿਆ ਕਰਕੇ ਸੁਭਾਏਮਾਨ ਕੀਤੀਆਂ, ਪਾਲਕੀ ਸਾਹਿਬ ਸਜਾਈਏ, ਬਿਰਾਜਮਾਨ ਕੀਤੀਆਂ, ਕੀਰਤਨ ਹੋਇਆ। ਸ਼ਾਮ ਦਾ ਸਮਾਂ ਹੋ ਗਿਆ ਤੇ ਗੁਰਦੇਵ ਪਿਤਾ ਜੀ ਨੇ ਹੁਕਮ ਕਰਨਾ ਕੀਤਾ, ਬਾਬਾ ਬੁੱਢਾ ਜੀ, ਆਪ ਜੀ ਸੰਗਤਾਂ ਸਮੇਤ ਸਾਰੀ ਰਾਤ ਇੱਥੇ ਕੀਰਤਨ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਪੋਥੀਆਂ ਦੀ ਹਜ਼ੂਰੀ ਦੇ ਅੰਦਰ ਸਾਰੀ ਰਾਤ ਕੀਰਤਨ ਕੀਤਾ। ਅਗਲਾ ਦਿਨ ਵੱਡੇ ਤੜਕੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਇਸ਼ਨਾਨ ਇਤਿਆਦਿਕ ਕਰਕੇ ਥੜਾ ਸਾਹਿਬ ਦੇ ਉੱਪਰ ਆਸਭਾਇਮਾਨ ਹੋਏ ਨੇ, ਆਪਣੇ ਨਿਜ ਸਵਰੂਪ ਦਾ ਧਿਆਨ ਧਾਰਨਾ ਕੀਤਾ ਹੈ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ। ਉਪਰੰਤ ਸਤਿਗੁਰੂ ਜੀ ਨੇ ਪ੍ਰਵਚਨ ਫਰਮਾਏ ਨੇ। ਫਿਰ ਗੁਰਦੇਵ ਪਿਤਾ ਜੀ ਨੇ ਬਚਨ ਕਰਨਾ ਕੀਤਾ, ਭਾਈ ਗੁਰਦਾਸ ਜੀ, ਕੋਈ ਐਸੀ ਜਗ੍ਹਾ ਚੁਣਨੀ ਕਰੋ ਜਿਹੜੀ ਬੜੀ ਰਮਣੀਕ ਹੋਵੇ ਤੇ ਜਿੱਥੇ ਬੈਠ ਕਰਕੇ ਅਸੀਂ ਸਾਰੀਆਂ ਪੋਥੀਆਂ ਦੀ ਜਿਹੜੀ ਗੁਰਬਾਣੀ ਹੈ ਇੱਕ ਪਾਵਨ ਗ੍ਰੰਥ ਦੇ ਅੰਦਰ ਲਿਖਵਾ ਸਕੀਏ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਿਹੜਾ ਅਸਥਾਨ ਆਪ ਜੀ ਨੂੰ ਭਾਉਂਦਾ ਹੋਵੇ ਉਹੀ ਸ਼ੋਭ ਹੈ। ਇਸ ਕਰਕੇ ਹਜ਼ੂਰ ਪਾਤਸ਼ਾਹ ਜੀ, ਜਿਵੇਂ ਆਪ ਜੀ ਨੂੰ ਭਾਵੇ ਉਸੇ ਥਾਂ ਦੀ ਚੋਣ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਸਣ ਤੋਂ ਉੱਠੇ ਨੇ। ਚੱਲਦਿਆਂ ਚੱਲਦਿਆਂ, ਕਿਉਂਕਿ ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ 4 ਚਫੇਰੇ ਜੰਗਲ ਹੀ ਜੰਗਲ ਸੀ, ਕਾਫੀ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੰਗਲ ਦੇ ਅੰਦਰ ਭ੍ਰਮਣ ਕੀਤਾ ਹੈ। ਫਿਰ ਜਿੱਥੇ ਅੱਜ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਹੈ, ਸ੍ਰੀ ਰਾਮਸਰ ਸਰੋਵਰ ਸਾਹਿਬ ਹੈ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਜੇ ਨੇ। ਬੇਰੀਆਂ ਦੇ ਬਹੁਤ ਸੰਘਣੇ ਝੁੰਡ ਨੇ, ਇੱਥੇ ਪਿੱਪਲਾਂ ਦੇ ਦਰਖਤ ਨੇ, ਇੱਥੇ ਜੰਡਾਂ ਤੇ ਕਰੀਰਾਂ ਦੇ ਬਹੁਤ ਸੰਘਣੇ ਦਰਖਤ ਨੇ। ਇੰਨੇ ਸੰਘਣੇ ਦਰਖਤ ਨੇ ਕਿ ਸੂਰਜ ਦੀ ਇੱਕ ਵੀ ਕਿਰਨ ਇਹਨਾਂ ਦੇ ਵਿੱਚੋਂ ਦੀ ਧਰਤੀ ਤੇ ਨਹੀਂ ਪਹੁੰਚਦੀ। ਕੋਲ ਨਿੱਕੀ ਜਿਹੀ ਢਾਬ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਐਸੀ ਹੀ ਰਮਣੀਕ ਜਗ੍ਹਾ ਸਾਨੂੰ ਚਾਹੀਦੀ ਸੀ। ਜਿਹੜੀ ਢਾਬ ਹੈ ਭਾਈ, ਇਸ ਦੇ ਵਿੱਚੋਂ ਕਾਰ ਸੇਵਾ ਕੱਢੋ, ਗਾਰ ਕੱਢੋ। ਤੇ ਇਸ ਵੇਲੇ ਗੁਰਸਿੱਖਾਂ ਨੇ ਇੱਕ ਪਹਿਰ ਦੇ ਵਿੱਚ ਜਿਤਨੀ ਗਾਰ ਕੱਢੀ, ਸਤਿਗੁਰੂ ਜੀ ਨੇ ਬਚਨ ਕਰ ਦਿੱਤਾ, ਬਸ ਇੰਨਾ ਹੀ ਸਰੋਵਰ ਬਣਾ ਸੀ। ਇਸ ਪ੍ਰਕਾਰ ਉਸ ਸਰੋਵਰ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕਰਨਾ ਕੀਤਾ, ਬਾਬਾ ਬੁੱਢਾ ਜੀ, ਕਿਰਪਾ ਕਰਕੇ ਇਸ ਸਰੋਵਰ ਦਾ ਨਾਮ ਰੱਖੋ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਸੱਚੇ ਪਾਤਸ਼ਾਹ, ਆਪ ਜੀ ਤੋਂ ਬਿਨਾਂ ਕੌਣ ਸਮਰੱਥ ਹੈ ਐਸੇ ਪਾਵਨ ਅਸਥਾਨ ਦਾ ਨਾਮ ਰੱਖਣੇ ਦੇ, ਕਿਰਪਾ ਕਰਕੇ ਆਪ ਜੀ ਰੱਖੋ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤੇ ਇਸ ਸਰੋਵਰ ਦਾ ਨਾਮ ਫਿਰ ਸਾਧ ਸੰਗਤ ਜੀ ਰਾਮਸਰ ਸਾਹਿਬ ਰੱਖਿਆ। ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਤੋਂ ਰਾਮਸਰ। ਤੇ ਬਚਨ ਕਰਨਾ ਕੀਤਾ ਹੈ ਜੀ ਆਪ ਜੀ ਨੇ ਕਿ ਰੋਜ਼ਾਨਾ ਹੀ ਜਿਹੜਾ ਹੈ ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ। ਸੋ ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ, ਜਿਸ ਨੇ ਜਿੰਨੀ ਕਾਰ ਕੱਢੀ ਓਨੀ ਉਸਦੇ ਹਿਰਦੇ ਦੀ ਮੈਲ ਉਤਰ ਗਈ। ਸੋ ਨਿਤ ਪ੍ਰਤ ਨਹਾਵਣ ਰਾਮਸਰ ਕੀਜੈ, ਝੋਲ ਮਹਾਰਸ ਅੰਮ੍ਰਿਤ ਪੀਜੈ,
ਗੁਰਦੇਵ ਪਿਤਾ ਜੀ ਨੇ ਇਹ ਸ਼ਬਦ ਉਚਾਰਨਾ ਕੀਤਾ ਹੈ। ਫਿਰ ਹੁਕਮ ਕਰਕੇ ਉੱਥੇ ਤੰਬੂ ਲਗਵਾ ਦਿੱਤੇ ਗਏ ਨੇ। ਸੋਹਣੀ ਰਮਣੀਕ ਜਗ੍ਹਾ ਹੈ, ਪਾਣੀ ਦਾ ਛਿੜਕਾਓ ਹੋਇਆ ਹੈ, ਫਰਸ਼ ਵਿਛ ਗਏ ਨੇ, ਤੰਬੂ ਲੱਗ ਗਏ ਨੇ। ਤੇ ਜਿਸ ਵੇਲੇ ਤੰਬੂ ਲੱਗ ਗਏ ਤੇ ਤੰਬੂਆਂ ਦੇ ਵਿੱਚ ਫਿਰ ਪੋਥੀਆਂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਜਿਹੜੀਆਂ ਪੋਥੀਆਂ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਲੈ ਕਰਕੇ ਆਏ ਨੇ। ਤੇ ਜਦੋਂ ਪੋਥੀਆਂ ਦਾ ਪ੍ਰਕਾਸ਼ ਕੀਤਾ, ਸ੍ਰੀ ਮੁਖਵਾਕ ਲਿਆ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਤਿਅੰਤ ਪ੍ਰਸੰਨ ਹੋਏ। ਤੇ ਫਿਰ ਪ੍ਰਸੰਨ ਹੋ ਕਰਕੇ ਸਾਧ ਸੰਗਤ ਜੀ ਇਹ ਸ਼ਬਦ ਉਚਾਰਨਾ ਕੀਤਾ ਜਿਹੜਾ ਲੜੀਵਾਰ ਕਥਾ ਵਿਚਾਰ ਦੇ ਵਿੱਚ ਆ ਰਿਹਾ ਹੈ। ਇਸੇ ਹੀ ਕਰਕੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੇ ਪ੍ਰਕਰਣ ਨੂੰ ਪ੍ਰਾਰੰਭ ਤੋਂ ਲੈ ਕਰਕੇ ਇੱਥੇ ਤੱਕ ਅੱਜ ਆਪ ਜੀ ਦੀ ਨਜ਼ਰ ਕੀਤਾ ਗਿਆ, ਕਿਉਂਕਿ ਸ਼ਬਦ ਵੀ ਉਹੀ ਆ ਰਿਹਾ ਜਿਹੜਾ ਸਤਿਗੁਰੂ ਜੀ ਨੇ ਇੱਥੇ ਉਚਾਰਿਆ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੇ ਵਿੱਚ ਆਏ ਨੇ, ਹੱਥ ਜੁੜ ਗਏ ਨੇ, ਨੇਤਰ ਬੰਦ ਨੇ, ਬੜੇ ਪਿਆਰ ਦੇ ਨਾਲ ਗੁਰਬਾਣੀ ਗੁਰੂ ਨੂੰ, ਪੋਥੀਆਂ ਸਾਹਿਬ ਜੀ ਨੂੰ, ਪੋਥੀ ਪਰਮੇਸ਼ਰ ਕਾ ਥਾਨ ਨੂੰ ਸੀਸ ਝੁਕਾਉਂਦੇ ਨੇ। ਇਹ ਵੀ ਬੇਨਤੀ ਕਰਦੇ ਆ, ਪੋਥੀ ਪਰਮੇਸ਼ਰ ਕਾ ਥਾਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ 860 ਘਾਟ ਸਾਹਿਬ ਵਾਲੇ ਅਸਥਾਨ ਤੇ ਥੜਾ ਸਾਹਿਬ ਤੇ ਉਚਾਰਿਆ। ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਪੂਰਨਤਾ ਕਰਨ ਵਾਸਤੇ ਤੰਬੂ ਲਗਵਾਏ ਗਏ ਨੇ ਤੇ ਪੋਥੀਆਂ ਸਾਹਿਬ ਦੇ ਦਰਸ਼ਨ ਕਰਕੇ ਤੰਬੂ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਸ਼ਬਦ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਉਚਾਰਿਆ, ਹਮ ਧਨਵੰਤ ਭਾਗਠ ਸਚ ਨਾਏ, ਜਿਸ ਦੀ ਅਸੀਂ ਅਰਥਾਂ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਸਰਵਣ ਕਰਨਾ ਕਰਾਂਗੇ। ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਕੇ ਜਿੱਥੇ ਹਾਜ਼ਰੀਆਂ ਭਰੀਆਂ ਨੇ ਸਾਧ ਸੰਗਤ ਜੀ, ਹੁਣ ਗੁਰਦੇਵ ਪਿਤਾ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਵੀ ਸਰਵਣ ਕਰਨੀ ਹੈ। ਸੋ ਬੜੇ ਪਿਆਰ ਦੇ ਨਾਲ, ਸ਼ਰਧਾ ਭਾਵ ਦੇ ਨਾਲ, ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਹਿਤ ਪਿਆਰ ਦੇ ਬੋਲਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਨਿਮਰਤਾ ਦੀ ਮੂਰਤ। ਗੌੜੀ ਰਾਗ ਹੈ, ਗਵਾਰੇਰੀ ਇਸ ਰਾਗ ਦੀ ਜਾਤੀ ਹੈ। ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਹਮ ਧਨਵੰਤ ਭਾਗਟ ਸਚ ਨਾਏ। ਜਿਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਲਿਆਂਦੀਆਂ ਹੋਈਆਂ ਪੋਥੀਆਂ ਸਾਹਿਬ ਜੀ ਦੇ ਦਰਸ਼ਨ ਤੰਬੂ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਕਰਕੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੇ ਨੇ ਨਾ, ਤੇ ਪੋਥੀਆਂ ਸਾਹਿਬ ਦੇ ਦਰਸ਼ਨ ਕਰਕੇ ਇਤਨੇ ਜ਼ਿਆਦਾ ਪ੍ਰਸੰਨ ਹੋਏ ਕਿ ਸ੍ਰੀ ਮੁਖ ਚੋਂ ਬਚਨ ਪਏ ਉਚਾਰਦੇ ਨੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹਮ ਧਨਵੰਤ, ਅੱਜ ਅਸੀਂ ਧਨਾੜ ਹੋ ਗਏ ਆ, ਅੱਜ ਅਸੀਂ ਧਨ ਵਾਲੇ ਹੋ ਗਏ ਆ, ਅੱਜ ਅਸੀਂ ਦੌਲਤਮੰਦ ਹੋ ਗਏ ਆ, ਸਾਡੇ ਪਾਸ ਅੱਜ ਨਾਮ ਰੂਪੀ ਬੇਅੰਤ ਧਨ ਆ ਗਿਆ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਣਾ ਕੀਤਾ, ਗਰੀਬ ਨਿਵਾਜ, ਕਿਸ ਪ੍ਰਕਾਰ ਆਪ ਜੀ ਧਨ ਵਾਲੇ ਹੋਏ ਹੋ? ਤੇ ਹਜ਼ੂਰ ਫਰਮਾਵਨਾ ਕਰਦੇ, ਭਾਗਠ ਸੱਚ ਨਾਏ, ਭਾਗਠ ਵੱਡਿਆਂ ਭਾਗਾਂ ਵਾਲੇ ਹੋ ਗਏ ਆ। ਜਿੱਥੇ ਧਨ ਵਾਲੇ ਧਨਵੰਤ ਹੋ ਗਏ ਆ, ਉਥੇ ਵੱਡਿਆਂ ਭਾਗਾਂ ਵਾਲੇ ਹੋ ਗਏ ਆ। ਸੱਚ ਨਾਏ, ਕਿਉਂਕਿ ਸੱਚਾ ਨਾਮ ਰੂਪੀ, ਸੱਚੇ ਨਾਮ ਦੀ ਉਸਤਤ ਕਰਨੇ ਵਾਲੀ, ਸੱਚੇ ਨਾਮ ਦੇ ਨਾਲ ਜੋੜਨ ਵਾਲੀ, ਸੱਚੇ ਨਾਮ ਦੇ ਜਪਾਉਣ ਵਾਲੀ, ਸੱਚ ਨਾਏ, ਸੱਚ ਨਾਮ ਨੂੰ ਕਥਨ ਕਰਨ ਵਾਲੀ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਜੋ ਸਾਨੂੰ ਪ੍ਰਾਪਤ ਹੋ ਗਈ ਹੈ। ਇਹਨਾਂ ਪੋਥੀਆਂ ਸਾਹਿਬ ਜੀ ਨੂੰ ਪ੍ਰਾਪਤ ਕਰਕੇ ਵੱਡਿਆਂ ਭਾਗਾਂ ਵਾਲੇ ਤੇ ਵੱਡੇ ਧਨਵੰਤ, ਵੱਡੇ ਸ਼ਾਹੂਕਾਰ, ਵੱਡੇ ਪਾਤਸ਼ਾਹ ਹੋ ਗਏ ਹਾਂ। ਹਰ ਗੁਣ ਗਾਵੇ ਸਹਿਜ ਸੁਭਾਏ। ਹੁਣ ਅਸੀਂ ਇਸ ਗੁਰਬਾਣੀ ਨੂੰ ਪ੍ਰਾਪਤ ਕਰਕੇ ਇਸ ਗੁਰਬਾਣੀ ਦੇ ਦੁਆਰਾ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਹਿਜੇ ਹੀ ਗਾਵਹਿ ਗਾਉਂਦੇ ਰਿਹਾ ਕਰਾਂਗੇ। ਹੁਣ ਬੇਅੰਤ ਗੁਰਸਿੱਖ ਇਸ ਗੁਰਬਾਣੀ ਨੂੰ ਪੜ੍ਹਨਗੇ, ਸਰਵਣ ਕਰਨਗੇ, ਕੰਠ ਕਰਨਗੇ, ਕੀਰਤਨ ਕਰਨਗੇ ਤੇ ਸਹਿਜ ਸੁਭਾਏ ਸੁਤੇ ਸਿੱਧੀ ਇਸ ਗੁਰਬਾਣੀ ਨੂੰ ਗਾਇਨ ਕਰਿਆ ਕਰਨਗੇ। ਜਦੋਂ ਇਸ ਗੁਰਬਾਣੀ ਨੂੰ ਗਾਇਨ ਕਰਨਗੇ ਤੇ ਸਹਿਜ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ, ਬ੍ਰਹਮ ਗਿਆਨੀ ਹੋ ਜਾਣਗੇ। ਸੁਭਾਏ ਇਸ ਦਾ ਸਾਧ ਸੰਗਤ ਜੀ ਮੁੱਖ ਪਾਠ ਹੈ ਸੁਭਾਏ, ਤੇ ਪੰਥ ਦੇ ਅੰਦਰ ਦੋ ਪਾਠ ਇਸ ਦੇ ਪ੍ਰਚਲਿਤ ਨੇ। ਪਹਿਲਾ ਪਾਠ ਹੈ ਸੁਭਾਏ ਤੇ ਦੂਸਰਾ ਪਾਠ ਹੈ ਸੁਭਾਏ। ਸੁਭਾਏ, ਸੁਭਾਏ ਤੋਂ ਭਾਵ ਹੁੰਦਾ ਸਹਿਜ ਸੁਭਾਅ, ਸੁਤੇ ਸਿੱਧ, ਆਪਣੇ ਆਪ ਨਿਰਜਤਨ।
ਜਿਹੜੇ ਇਸ ਨੂੰ ਸਹਿਜ ਸੁਭਾਈ ਪੜਨਗੇ, ਸੁਤੇ ਸਿੱਧੀ ਪੜਨਗੇ, ਨਿਰਜਤਨ ਹੀ ਪੜਨਗੇ, ਸਹਿਜ ਤੋਂ ਭਾਵ ਹੈ ਗਿਆਨ, ਭਾਵ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਹੋ ਜਾਣਗੇ। ਤੇ ਦੂਸਰਾ ਪਾਠ ਸੁਭਾਏ, ਇਹ ਦੂਸਰਾ ਪਾਠ ਹੈ। ਮੁਖੀ ਪਾਠ ਸੁਭਾਏ ਹੀ ਪੜਨਾ ਹੈ। ਇੱਥੇ ਸੋ ਤੋਂ ਭਾਵ ਹੈ ਸ੍ਰੇਸ਼ਟ, ਤੇ ਭਾਏ ਦਾ ਅਰਥ ਹੈ ਭਾਵਨਾ। ਗੁਰਸਿੱਖ ਸਹਿਜੇ ਹੀ ਸੁਭਾਵਕ ਹੀ ਸ੍ਰੇਸ਼ਟ ਭਾਵਨਾ ਦੇ ਨਾਲ ਇਸ ਨੂੰ ਪੜਨਗੇ ਤੇ ਸੋ ਭਾਏ ਸ੍ਰੇਸ਼ਟ ਪਿਆਰ, ਸੋਹਣਾ ਪਿਆਰ ਹਿਰਦੇ ਦੇ ਅੰਦਰ ਆਪਣੇ ਆਪ ਪ੍ਰਾਪਤ ਹੋਵੇਗਾ। ਜਦੋਂ ਸਹਿਜੇ ਸੁਭਾਵਕ ਹੀ ਸਿੱਖ ਨੂੰ ਇਸ ਨੂੰ ਪੜਨਗੇ ਤੇ ਸੁਭਾਏ ਜੋ ਪ੍ਰਕਾਸ਼ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਨਾ, ਤੇ ਇਸ ਦਾ ਪ੍ਰਕਾਸ਼ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਹੋ ਜਾਵੇਗਾ। ਐਸਾ ਇਹ ਨਾਮ ਦਾ ਖਜ਼ਾਨਾ ਸਾਨੂੰ ਪ੍ਰਾਪਤ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ। ਗਰੀਬ ਨਵਾਜ ਆਪ ਭਾਗਾਂ ਵਾਲੇ ਤੇ ਧਨਵਾਨ ਕਿਵੇਂ ਬਣੇ? ਕਿਹੜੀ ਦੌਲਤ, ਕਿਹੜਾ ਖਜ਼ਾਨਾ ਆਪ ਜੀ ਨੂੰ ਮਿਲ ਗਿਆ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪੀਊ ਭਾਵ ਸਾਡੇ ਪਿਤਾ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਗੁਰੂ ਰੂਪ ਹੋਣੇ ਕਰਕੇ ਗੁਰੂ ਕਾ ਗੁਰੂ ਭਾਵ ਪਿਤਾ ਦਾ ਪਿਤਾ, ਗੁਰੂ ਪਿਤਾ ਹੁੰਦਾ ਨਾ, ਤੇ ਜਿਹੜਾ ਗੁਰੂ ਕਾ ਗੁਰੂ ਹੈ ਉਹ ਗੁਰੂ ਕਾ ਪਿਤਾ ਹੋਇਆ, ਤੇ ਜਿਹੜਾ ਪਿਤਾ ਦਾ ਪਿਤਾ ਹੈ ਉਹ ਦਾਦਾ ਹੋਇਆ ਕਰਦਾ ਹੈ। ਇਸ ਕਰਕੇ ਗੁਰੂ ਜੋਤ ਹੋਣੇ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬਚਨ ਕਰਨਾ ਕੀਤਾ, ਸਾਡੇ ਦਾਦਾ ਸਤਿਗੁਰੂ ਜੀ ਦਾ ਖਜ਼ਾਨਾ ਵੀ ਸਾਨੂੰ ਮਿਲ ਗਿਆ ਹੈ। ਤੇ ਸਾਧ ਸੰਗਤ ਜੀ ਇੱਥੇ ਨੁਕਤਾ ਬੜਾ ਵਿਚਾਰਯੋਗ ਹੈ। ਦਾਦਾ ਸ਼ਬਦ ਨਹੀਂ ਲਿਖਿਆ, ਦਾਦੇ ਲਿਖਿਆ। ਜੇ ਹੋਵੇ ਇੱਕ ਫੇਰ ਹੋਣਾ ਸੀ ਦਾਦਾ, ਪਰ ਇੱਥੇ ਦਾਦੇ, ਪੀਊ ਦਾਦੇ ਕਾ, ਦਾਦੇ ਬਹੁ ਗਿਣਤੀ ਦਾ ਵਾਚਕ ਹੈ, ਬਹੁਤੇ ਦਾਦੇ ਜੀ। ਬਹੁਤੇ ਦਾਦੇ ਕੌਣ ਨੇ? ਦਾਦਾ ਸਤਿਗੁਰੂ ਅਮਰਦਾਸ ਜੀ, ਪੜਦਾਦਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਤੇ ਸ਼ਕਰ ਪੜਦਾਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਸਾਡੇ ਵੱਡੇ ਬਜ਼ੁਰਗ, ਸਾਡੇ ਵੱਡੇ ਗੁਰਦੇਵ, ਸਾਡੇ ਵੱਡੇ ਗੁਰੂ, ਸਾਡੇ ਵੱਡੇ ਦਾਦੇ, ਉਹਨਾਂ ਸਾਰਿਆਂ ਦਾ ਨਾਮ ਬਾਣੀ ਰੂਪ ਖਜ਼ਾਨਾ ਸਾਨੂੰ ਪ੍ਰਾਪਤ ਹੋਇਆ ਪਿਆਰਿਓ, ਤਾਂ ਭਾਗਾਂ ਵਾਲੇ ਬਣੇ ਆ। ਪਿਊ ਦਾਦੇ ਕਾ, ਪਿਊ ਜੋ ਸਭਨਾ ਦਾ ਪਿਤਾ ਪਰਮੇਸ਼ਰ ਪਰਮ ਪਿਤਾ ਵਾਹਿਗੁਰੂ ਹੈ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਉਹ ਪਿਤਾ ਵੀ ਆਪ ਤੇ ਮਾਤਾ ਵੀ ਆਪ। ਦਾਦੇ ਜਿਹੜਾ ਸਦਾ ਹੀ ਦਾਤਾਂ ਦੇਣ ਵਾਲਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਅਨਵੈ ਕਰਕੇ ਅਰਥ ਕੀਤਾ ਜਾਵੇ ਤੇ ਅਗਲਾ ਅੱਖਰ ਪਿੱਛੇ ਤੇ ਪਿਛਲਾ ਅੱਖਰ ਅੱਗੇ ਕੀਤਾ ਜਾਂਦਾ। ਦਾਦੇ, ਦੇਦਾ ਭਾਵ ਦਿੰਦਾ। ਜਿਹੜਾ ਪਿਤਾ ਵਾਹਿਗੁਰੂ ਸਦਾ ਹੀ ਦਾਤਾਂ ਦਿੰਦਾ ਹੀ ਦਿੰਦਾ ਹੈ, ਐਸੇ ਦਾਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਨੇ ਚਾਰੇ ਹੀ ਸਤਿਗੁਰੂ ਜੀ। ਤੇ ਜਦੋਂ ਚਾਰੇ ਹੀ ਸਤਿਗੁਰਾਂ ਜੀ ਦੀ ਗੁਰਬਾਣੀ ਦਾ ਖਜ਼ਾਨਾ ਅਸਾਂ ਨੇ ਖੋਲ ਕਰਕੇ ਦੇਖਿਆ, ਤਾਂ ਮੇਰਾ ਮਨ ਭਇਆ ਨਿਧਾਨਾ। ਇਹ ਜਿਹੜਾ ਖਜ਼ਾਨਾ ਹੈ ਨਾ, ਇਹ ਨਾਮ ਰੂਪੀ ਦੌਲਤ ਦਾ ਖਜ਼ਾਨਾ ਹੈ, ਗੁਰਬਾਣੀ ਰੂਪੀ ਦੌਲਤ ਦਾ ਖਜ਼ਾਨਾ ਹੈ। ਇਹ ਸਤ, ਸੰਤੋਖ, ਧੀਰਜ, ਗਿਆਨ, ਸਹਿਜ, ਸ਼ਾਂਤੀ ਦਾ ਖਜ਼ਾਨਾ ਹੈ। ਐਸਾ ਖਜ਼ਾਨਾ ਜਦੋਂ ਖੋਲ ਕਰਕੇ ਪੋਥੀਆਂ ਸਾਹਿਬ ਜੀ ਦੇ ਦਰਸ਼ਨ ਕੀਤੇ, ਤਾਂ ਮੇਰਾ ਮਾਨੇ ਭਇਆ ਨਿਧਾਨਾ, ਤਾਂ ਸਾਡੇ ਹਿਰਦੇ ਦੇ ਅੰਦਰ ਜਿਹੜਾ ਸਾਰੀਆਂ ਨਿਧੀਆਂ ਦਾ ਖਜ਼ਾਨਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਨਾ, ਉਸ ਦਾ ਆਨੰਦ, ਉਸ ਦਾ ਉਤਸ਼ਾਹ, ਉਸ ਦੀ ਗੁਰਬਾਣੀ ਪੜ੍ਹਨੀ, ਗਾਇਨ ਕਰਨੀ ਤੇ ਉਚਾਰਨੀ ਦਾ ਖਜ਼ਾਨਾ ਹੀ ਸਾਡੇ ਹਿਰਦੇ ਦੇ ਅੰਦਰ ਪ੍ਰਗਟ ਹੋ ਆਇਆ ਹੈ। ਰਤਨ ਲਾਲ ਜਾ ਕਾ ਕਛੂ ਨਾ ਮੂਲ। ਮਹਾਰਾਜ ਜਿਹੜੇ ਪ੍ਰਤੱਖ ਖਜ਼ਾਨੇ ਹੁੰਦੇ ਨੇ ਉਹਨਾਂ ਦੇ ਵਿੱਚ ਲਾਲ ਹੁੰਦੇ ਨੇ, ਰਤਨ ਹੁੰਦੇ ਨੇ, ਤੇ ਜਿਹੜਾ ਗੁਰਬਾਣੀ ਦਾ ਖਜ਼ਾਨਾ ਆਪ ਜੀ ਨੂੰ ਪ੍ਰਾਪਤ ਹੋਇਆ ਉਸ ਦੇ ਵਿੱਚ ਵੀ ਅਮੋਲਕ ਵਸਤੂਆਂ ਹੋਣਗੀਆਂ। ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਗੁਰਸਿੱਖੋ ਜਿਹੜਾ ਇਸ ਦੇ ਵਿੱਚ ਗੁਰੂ ਕਾ ਸ਼ਬਦ, ਗੁਰੂ ਕਾ ਉਪਦੇਸ਼ ਹੈ ਨਾ, ਇਹ ਰਤਨ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰੂ ਕੇ ਸ਼ਬਦ, ਗੁਰੂ ਕਾ ਜਿਹੜਾ ਨਾਮ, ਉਹ ਰਤਨ ਨੇ। ਜਿਹੜਾ ਸ਼ਬਦਾਂ ਅਤੇ ਗੁਰਬਾਣੀ ਦੇ ਪਰਥਾਏ ਪਿਆਰ ਹੈ ਨਾ, ਇਹ ਲਾਲ ਹੈ। ਇਹ ਰਤਨ ਅਤੇ ਲਾਲ ਇਤਨੇ ਕੀਮਤੀ ਨੇ, ਜਾ ਕਾ ਕਛੂ ਨਾ ਮੋਲ, ਜਿਨ੍ਹਾਂ ਦਾ ਕੁਛ ਮੁੱਲ ਤੈਅ ਹੀ ਨਹੀਂ ਕੀਤਾ ਜਾ ਸਕਦਾ ਹੈ। ਇੱਕ ਤੇ ਕੀਮਤ ਅਦਾ ਕਰਨੀ ਹੁੰਦੀ ਹੈ, ਕੀਮਤ ਤਾਰ ਦੇਣੀ। ਤਾਰਨੀ ਤੇ ਦੂਰ ਦੀ ਗੱਲ ਹੈ, ਬੋਲ ਕੇ ਦੱਸੀ ਵੀ ਨਹੀਂ ਜਾ ਸਕਦੀ, ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ, ਅਨੁਮਾਨ ਵੀ ਨਹੀਂ ਕੀਤਾ ਜਾ ਸਕਦਾ। ਇਹ ਰਤਨ ਅਤੇ ਲਾਲ ਕਿਤਨੇ ਕੀਮਤੀ ਨੇ। ਇਥੇ ਭਗਤੀ ਰੂਪੀ ਮਣੀਆਂ ਨੇ, ਇਥੇ ਸ਼ੁੱਧਤਾ ਰੂਪੀ ਮੋਤੀ ਨੇ, ਇਥੇ ਵੈਰਾਗ ਰੂਪੀ ਜਿਹੜੇ ਮਾਣਕ ਨੇ। ਪਿਆਰਿਓ, ਇਹ ਐਸੇ ਅਮੋਲਕ ਤੇ ਰਤਨ ਨੇ ਜਿਨ੍ਹਾਂ ਦੀ ਕੀਮਤ ਬੋਲ ਕਰਕੇ ਦੱਸੀ ਨਹੀਂ ਜਾ ਸਕਦੀ। ਭਰੇ ਭੰਡਾਰ ਅਖੂਟ ਅਤੋਲ। ਇਸ ਦੌਲਤ ਦੇ ਨਾਲ, ਇਹਨਾਂ ਲਾਲ ਜਵਾਹਰਾਤਾਂ ਦੇ ਨਾਲ
ਗੁਰਬਾਣੀ ਰੂਪੀ ਜਿਹੜੇ ਭੰਡਾਰੇ ਨੇ ਉਹ ਭਰੇ ਹੀ ਹੋਏ ਨੇ। ਮਹਾਰਾਜ ਭੰਡਾਰੇ ਰਾਜਿਆਂ ਕੋਲ ਵੀ ਹੁੰਦੇ ਨੇ, ਪਰ ਵੰਡਦਿਆਂ ਮੁੱਕ ਜਾਂਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਇਹ ਨਾਮ ਦੇ ਭੰਡਾਰੇ ਨੇ, ਭਰੇ ਭੰਡਾਰ, ਭੰਡਾਰ ਅਖੂਟ ਅਤੋਲ। ਤੇ ਸਾਧ ਸੰਗਤ ਜੇ ਪਾਠ ਹੈ ਭੰਡਾਰ, ਅਕਸਰ ਕਈ ਵਾਰ ਹੁੰਦਾ ਹੈ ਕਿ ਅਸੀਂ ਬੇਧਿਆਨੀ ਨਾਲ ਜਦੋਂ ਪੜ੍ਹੀਏ ਨਾ ਤਾਂ ਅਸੀਂ ਭੰਡਾਰ ਪੜ੍ਹ ਜਾਂਦੇ ਹਾਂ। ਇਹ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਵੀ ਆਉਂਦਾ, ਤੇ ਜਿਨ੍ਹਾਂ ਦਾ ਨਹੀਂ ਸ਼ੁੱਧ ਉਹ ਸ਼ੁੱਧ ਕਰ ਲਿਓ। ਆਸਣ ਲੋਏ ਲੋਏ ਭੰਡਾਰ, ਉੱਥੇ ਵੀ ਪਾਠ ਭੰਡਾਰ, ਭੱਬੇ ਟਿੱਪੀ ਡੱਡੇ ਕੰਨਾ ਰਾਰਾ ਭੰਡਾਰ ਹੈ। ਪਰ ਅਕਸਰ ਗੁਰਮੁਖ ਪਿਆਰੇ ਜਾਂ ਸੰਗਤ ਸਰਵਣ ਕਰੀਏ ਤੇ ਪੜ ਜਾਂਦੇ ਨੇ ਭੰਡਾਰ। ਜੇ ਭੰਡਾਰ ਬੋਲੀਏ ਤੇ ਢੱਡਾ ਲੱਗਦਾ ਹੈ, ਪਰ ਅੱਖਰ ਡੱਡਾ ਹੈ। ਜਪਜੀ ਸਾਹਿਬ ਜੀ ਦੇ ਵਿੱਚ ਵੀ ਡੱਡਾ ਭੰਡਾਰ, ਤੇ ਇੱਥੇ ਵੀ ਡੱਡਾ ਹੈ ਭੰਡਾਰ। ਭਰੇ ਭੰਡਾਰ ਅਖੂਟ ਅਤੋਲ। ਇਹ ਨਾਮ ਦੇ ਭੰਡਾਰੇ ਐਸੇ ਨੇ ਜਿਹੜੇ ਅਖੂਟ ਕਦੇ ਖੁੱਟ ਨਹੀਂ ਸਕਦੇ, ਕਦੇ ਮੁੱਕ ਨਹੀਂ ਸਕਦੇ, ਕਦੇ ਖਤਮ ਨਹੀਂ ਹੋ ਸਕਦੇ। ਇਹ ਅਤੋਲ ਨੇ। ਇਸ ਨਾਮ ਰੂਪੀ ਧਨ ਨੂੰ ਤੋਲਿਆ ਵੀ ਨਹੀਂ ਜਾ ਸਕਦਾ। ਇਸ ਨੂੰ ਬੁੱਧੀ ਰੂਪੀ ਤਕੜੀ ਦੇ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕਰਕੇ ਅਨੁਮਾਨ ਦੇ ਨਾਲ ਤੋਲਣਾ ਚਾਹੀਏ, ਤੇ ਤੋਲਿਆ ਨਹੀਂ ਜਾ ਸਕਦਾ। ਐਸੇ ਅਖੁੱਟ ਸਦਾ ਰਹਿਣ ਵਾਲੇ ਭੰਡਾਰੇ ਨਾਮ ਦੇ ਭਰੇ ਹੀ ਪਏ ਹਨ। ਖਾਵਹਿ ਖਰਚ ਹੈ ਰਲ ਮਿਲ ਭਾਈ। ਹੇ ਗਰੀਬ ਨਿਵਾਜ, ਇਹ ਜਿਹੜਾ ਨਾਮ ਦਾ ਭੰਡਾਰਾ ਹੈ, ਇਸ ਨੂੰ ਆਪ ਹੀ ਵਰਤੋਗੇ ਜਾਂ ਕਿਸੇ ਨੂੰ ਸਾਂਝੀਵਾਲ ਭਾਈਵਾਲ ਵੀ ਬਣਾਓਗੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਾਰੇ ਗੁਰਸਿੱਖ, ਸਾਰੀਆਂ ਹੀ ਸੰਗਤਾਂ ਮਾਈ ਭਾਈ ਜੀਵ ਜਗਿਆਸੂ ਇਸ ਦੇ ਭਾਈਵਾਲ ਹੋਣਗੇ। ਤੇ ਮਹਾਰਾਜ ਜਦੋਂ ਸਾਰੇ ਜਾਣੇ ਵਰਤਨ, ਸਾਰੇ ਮਿਲ ਕੇ ਖਾਣ, ਤੇ ਫਿਰ ਖਜ਼ਾਨੇ ਘਟਦੇ ਤੇ ਮੁੱਕਦੇ ਨੇ ਕਿ ਇਹ ਵੀ ਘਟੇ ਜਾਂ ਮੁੱਕੇਗਾ। ਤੇ ਹਜ਼ੂਰ ਫਰਮਾਉਂਦੇ, ਨਹੀਂ ਪਿਆਰਿਓ, ਖਾਵਾਹੇ ਖਰਚਾਹੇ ਰਲ ਮਿਲ ਭਾਈ। ਹੇ ਭਾਈ, ਇਸ ਨੂੰ ਅਸੀਂ ਸੰਗਤ ਦੇ ਨਾਲ ਮਿਲ ਕਰਕੇ ਜਦੋਂ ਖਾਵਾਂਗੇ, ਭਾਵ ਆਪ ਧਾਰਨ ਕਰਾਂਗੇ, ਸਰਵਣ ਮੰਨਣ ਤੇ ਨਿਧਿਆਸਨ ਕਰਾਂਗੇ। ਖਰਚਾ ਹੈ ਦੂਸਰਿਆਂ ਦੇ ਉੱਪਰ ਖਰਚ ਕਰਾਂਗੇ, ਦੂਸਰਿਆਂ ਨੂੰ ਧਾਰਨ ਕਰਵਾਵਾਂਗੇ, ਸਰਵਣ ਮੰਨਣ ਨਿਧਿਆਸਨ ਤਿੰਨਾਂ ਨੂੰ ਵੀ ਕਰਾਵਾਂਗੇ। ਆਪ ਇਸ ਦਾ ਅਭਿਆਸ ਕਰਾਂਗੇ, ਗੁਰਸਿੱਖਾਂ ਨੂੰ ਕਰਵਾਵਾਂਗੇ। ਆਪ ਇਸ ਦੀ ਕਮਾਈ ਕਰਾਂਗੇ, ਗੁਰਸਿੱਖਾਂ ਨੂੰ ਕਰਵਾਵਾਂਗੇ। ਆਪ ਇਸ ਨੂੰ ਜਪਾਂਗੇ, ਗੁਰਸਿੱਖਾਂ ਨੂੰ ਜਪਾਵਾਂਗੇ। ਆਪ ਕੀਰਤਨ ਕਰਾਂਗੇ, ਗੁਰਸਿੱਖਾਂ ਤੇ ਸਾਧ ਸੰਗਤ ਦੇ ਪਾਸੋਂ ਕਰਵਾਵਾਂਗੇ। ਇਹ ਸਾਡਾ ਖਾਣਾ ਤੇ ਖਰਚਣਾ ਹੈ। ਭਾਈ ਜਿਵੇਂ ਜਿਵੇਂ ਰਲ ਮਿਲ ਕੇ ਇਸ ਨੂੰ ਖਾਵਾਂਗੇ, ਖਰਚਾਂਗੇ, ਟੂਟ ਨਾ ਆਵੇ ਵਧਦੂ ਜਾਈ। ਇਸ ਭੰਡਾਰੇ ਦੇ ਵਿੱਚ, ਇਸ ਖਜ਼ਾਨੇ ਦੇ ਵਿੱਚ ਕਿਸੇ ਪ੍ਰਕਾਰ ਦੀ ਤੋਟ ਨਾ ਆਵੇਗੀ। ਇਹ ਤੇ ਦਿਨੋਂ ਦਿਨ ਵੱਧਦਾ ਹੀ ਜਾਵੇਗਾ। ਵੱਡਿਆਂ ਸਤਿਗੁਰਾਂ ਦੇ ਸਮੇਂ ਤੋਂ ਇਸ ਨਾਮ ਦੇ ਭੰਡਾਰੇ ਨੂੰ ਗੁਰਸਿੱਖ ਖਾਂਦੇ ਖਰਚਦੇ ਆਉਂਦੇ ਨੇ। ਖਾਂਦੇ ਨੇ ਆਪਣੇ ਵਾਸਤੇ, ਬਾਣੀ ਪੜ੍ਹਦੇ ਤੇ ਜਿਹੜੇ ਸੁੱਖ ਮਿਲਦੇ ਨੇ, ਸੁੱਖਾਂ ਨੂੰ ਭੋਗਣਾ ਇਹ ਖਾਣਾ ਹੈ। ਇਸੇ ਪ੍ਰਕਾਰ ਦੂਸਰਿਆਂ ਦੀ ਅਰਦਾਸ ਬੇਨਤੀ ਕਰਕੇ ਦੂਸਰਿਆਂ ਦਾ ਭਲਾ ਕਰਨਾ ਇਹ ਖਰਚਣਾ ਹੈ। ਵੱਡਿਆਂ ਸਤਿਗੁਰਾਂ ਦੇ ਆਦਿ ਕਾਲ ਦੇ ਸਮੇਂ ਤੋਂ ਗੁਰਸਿੱਖ ਖਾਂਦੇ ਤੇ ਖਰਚਦੇ ਆਉਂਦੇ ਨੇ। ਜਿਵੇਂ ਜਿਵੇਂ ਖਾਂਦੇ ਤੇ ਖਰਚਦੇ ਨੇ, ਵੱਧਦਾ ਜਾਂਦਾ ਹੈ। ਹੁਣ ਅਸੀਂ ਵੀ ਇਸ ਨੂੰ ਖਾਵਾਂਗੇ, ਖਰਚਾਂਗੇ। ਗੁਰਸਿੱਖ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਲ ਮਿਲ ਕੇ ਖਾਣਗੇ, ਖਰਚਣਗੇ, ਜਪਣਗੇ, ਜਪਾਉਣਗੇ, ਸਿਮਰਨ ਕਰਨਗੇ, ਕਰਵਾਉਣਗੇ। ਤਿਵੇਂ ਤਿਵੇਂ ਇਹ ਨਾਮ ਦਾ ਭੰਡਾਰਾ ਵੱਧਦਾ ਹੀ ਵੱਧਦਾ ਜਾਵੇਗਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਇਹ ਸੱਚੇ ਪਾਤਸ਼ਾਹ, ਇਸ ਨਾਮ ਦੇ ਭੰਡਾਰੇ ਦੇ ਅੰਦਰ, ਖਜ਼ਾਨੇ ਦੇ ਅੰਦਰ ਆਪ ਜੀ ਆਪਣੇ ਸਾਂਝੀਵਾਲ ਕਿਸ ਕਿਸ ਨੂੰ ਬਣਾਓਗੇ? ਮਹਾਰਾਜ ਭਾਈਵਾਲ ਕਿਹਨੂੰ ਕਿਹਨੂੰ ਬਣਾਓਗੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਅੰਦਰ ਨਿਸ਼ਕਾਮ ਕਰਮ ਕੀਤੇ ਨੇ ਨਾ, ਉਹਨਾਂ ਨਿਸ਼ਕਾਮ ਕਰਮਾਂ ਦੇ ਸਦਕਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸੋਂ ਧੁਰ ਦਰਗਾਹ ਤੋਂ ਉਹਨਾਂ ਨਿਸ਼ਕਾਮੀਆਂ ਨੇ ਆਪਣੇ ਮੱਥੇ ਦੇ ਉੱਪਰ ਸ੍ਰੇਸ਼ਟ ਲੇਖ ਲਿਖਾ ਲਏ ਹੋਏ ਨੇ, ਗੁਰਬਾਣੀ ਨੂੰ ਪੜ੍ਹਨੇ ਦੇ, ਨਾਮ ਦਾ ਸਿਮਰਨ ਕਰਨੇ ਦੇ। ਜਿਨ੍ਹਾਂ ਨੇ ਧੁਰ ਦਰਗਾਹ ਤੋਂ ਹੀ ਆਪਣੇ ਮੱਥੇ ਦੇ ਉੱਪਰ ਲੇਖ ਲਿਖਾ ਰਹੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਨਕਤਾਈ ਨਹੀਂ ਏਕਤਾ ਹੈ। ਸੋ ਏਤ ਖਜ਼ਾਨੇ ਲਿਆ ਰਲਾਏ। ਉਹਨਾਂ ਸਾਰਿਆਂ ਨੂੰ ਅਸੀਂ ਇਸ ਨਾਮ ਦੇ ਖਜ਼ਾਨੇ ਦੇ ਵਿੱਚ ਰਲਾ ਲੈਣਾ ਕਰਾਂਗੇ। ਨਾਮ ਦਾ ਖਜ਼ਾਨਾ ਜੀ ਕਿਵੇਂ ਰਲਾਓਗੇ? ਹਜ਼ੂਰ ਫਰਮਾਉਂਦੇ ਸਾਧ ਸੰਗਤ ਦੁਆਰਾ। ਸਾਧ ਸੰਗਤ ਦੁਆਰਾ ਤਿੰਨਾਂ ਨੂੰ ਨਾਮ ਸਰਵਣ ਕਰਾਵਾਂਗੇ, ਕੀਰਤਨ ਸਰਵਣ ਕਰਾਵਾਂਗੇ, ਗੁਰਬਾਣੀ ਦੀ ਕਥਾ ਪ੍ਰਵਚਨ ਸਰਵਣ ਕਰਾਵਾਂਗੇ। ਇਸ ਪ੍ਰਕਾਰ ਨਾਮ ਰੂਪੀ ਖਜ਼ਾਨੇ ਦੇ ਵਿੱਚ ਰਲਾ ਲਵਾਂਗੇ।
ਸਾਧ ਸੰਗਤ ਰੂਪੀ ਖਜ਼ਾਨੇ ਦੇ ਵਿੱਚ ਰਲਾ ਲਵਾਂਗੇ ਤੇ ਸਾਧ ਸੰਗਤ ਰੂਪੀ ਖਜ਼ਾਨੇ ਦੇ ਵਿੱਚ ਬਿਠਾ ਕਰਕੇ ਵਾਹਿਗੁਰੂ ਜੀ ਦੇ ਹਿਰਦੇ ਰੂਪੀ ਖਜ਼ਾਨੇ ਸੱਚਖੰਡ ਦੇ ਵਿੱਚ ਤਿੰਨਾਂ ਨੂੰ ਰਲਾ ਲੈਣਾ ਕਰਾਂਗੇ। ਐਸੀ ਇਹ ਨਾਮ ਦੀ ਬਰਕਤ ਤੇ ਐਸਾ ਇਹ ਨਾਮ ਦਾ ਖਜ਼ਾਨਾ ਸਾਨੂੰ ਪ੍ਰਾਪਤ ਹੋਇਆ ਹੈ, ਜਿਸ ਦੇ ਦੁਆਰਾ ਅਸੀਂ ਟੁੱਟਿਆਂ ਨੂੰ ਜੋੜ ਲਵਾਂਗੇ, ਵਿਛੜਿਆਂ ਨੂੰ ਮਿਲਾ ਲਵਾਂਗੇ ਤੇ ਜਿਹੜੇ ਨਿਸ਼ਕਾਮੀਏ ਨੇ ਉਹਨਾਂ ਨੂੰ ਸਰੂਪ ਰੂਪ ਦੀ ਅਭੇਦਤਾ ਬਖਸ਼ਾਂਗੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਇਹ ਸ਼ਬਦ ਪੋਥੀਆਂ ਸਾਹਿਬ ਪ੍ਰਕਾਸ਼ ਕਰਕੇ ਤੇ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਉਚਾਰਣਾ ਕੀਤਾ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਫਰਮਾਨ ਕਰਦੇ ਹਨ ਜੀ। ਡਰ ਡਰ ਮਰਤੇ ਜਬ ਜਾਨੀਐ ਦੂਰ। ਸਿੱਖਾਂ ਨੇ ਇੱਕ ਸਮੇਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਜਾਣਦੇ ਹਾਂ ਰਹਿਣਾ ਕਿਸੇ ਨੇ ਵੀ ਨਹੀਂ, ਸਭਨਾਂ ਨੂੰ ਅੱਖਾਂ ਦੇ ਨਾਲ ਸੰਸਾਰ ਤੋਂ ਪਰਲੋਕ ਵੱਲ ਚਾਲੇ ਮਾਰਦਿਆਂ ਵੇਖਦੇ ਹਾਂ ਤੇ ਇੱਕ ਦਿਨ ਅਸੀਂ ਵੀ ਮਾਰ ਜਾਣੇ ਨੇ, ਰਹਿਣਾ ਤੇ ਕਿਸੇ ਨੇ ਵੀ ਨਹੀਂ। ਪਤਾ ਸਭ ਨੂੰ ਹੈ ਕਿ ਸਭਨਾਂ ਨੇ ਜਾਣਾ ਹੈ, ਪਰ ਸਾਰੇ ਹੀ ਜਾਣ ਤੋਂ ਡਰਦੇ ਬੜਾ ਨੇ। ਮੌਤ ਦਾ ਡਰ ਬੜਾ ਹੈ, ਜਮਾ ਦਾ ਡਰ ਬੜਾ ਹੈ। ਮਹਾਰਾਜ ਜਦੋਂ ਚਲੀ ਜਾਣਾ ਤੇ ਫਿਰ ਤੇ ਖੁਸ਼ੀ ਦੇ ਨਾਲ ਆਪੇ ਹੀ ਤਿਆਰੀ ਕਰ ਲੈਣੀ ਚਾਹੀਦੀ ਏ, ਪਰ ਖੁਸ਼ੀ ਨਾਲ ਤਿਆਰੀ ਨਹੀਂ ਹੁੰਦੀ, ਡਰ ਬੜਾ ਆਉਂਦਾ ਹੈ। ਦੁਨੀਆ ਦੇ ਅੰਦਰ ਦੇਖਿਆ ਜਾਂਦਾ ਹੈ, ਜਗ ਮਰਨ ਨਾ ਭਾਇਆ ਬਹਿ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਆਪਣੇ ਆਪ ਨੂੰ ਲੁਕਾ ਲੁਕਾ ਕੇ ਸਾਂਭ ਕੇ ਰੱਖਣਾ, ਮਤਾ ਮੈਨੂੰ ਨਾ ਜਮ ਲੈ ਜਾਣ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਡਰ ਕਿਉਂ ਆਉਂਦਾ ਮੌਤ ਤੋਂ, ਜਮਾ ਤੋਂ ਡਰ ਕਿਉਂ ਆਉਂਦਾ ਹੈ, ਕਿਰਪਾਲਤਾ ਕਰਕੇ ਦੱਸਣਾ ਕਰੋ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਡਾਰੇ ਡਾਰੇ ਮਰਤੇ। ਡਰ ਡਰ ਕਰਕੇ ਨਿਤਾ ਪ੍ਰਤੀ ਪਲ ਪਲ ਦੀ ਮੌਤੇ ਉਹ ਲੋਕ ਮਰਿਆ ਕਰਦੇ ਨੇ, ਜਬ ਜਾਨੀਐ ਦੂਰ। ਜਿਨ੍ਹਾਂ ਨੇ ਪ੍ਰਮਾਤਮਾ ਜੀ ਨੂੰ ਦੂਰ ਜਾਣ ਲਿਆ ਨਾ ਕਿ ਰੱਬ ਸਾਡੇ ਤੋਂ ਕਿਤੇ ਦੂਰ ਬੈਠਾ ਹੈ ਤੇ ਸਾਡੀ ਰਖਵਾਲੀ ਨਹੀਂ ਕਰ ਸਕਦਾ, ਡਾਰੇ ਉਹ ਜੰਮਾਂ ਦੇ ਕੋਲੋਂ ਡਰਦੇ ਨੇ। ਡਾਰੇ ਮਰੀਏ ਮੌਤ ਦੇ ਨਾਲ ਤੇ ਮਰਦੇ ਨੇ, ਪਲ ਪਲ ਸਹਿਮਦੀ ਮੌਤੇ ਉਹ ਮਰਦੇ ਨੇ, ਸਾਨੂੰ ਕਿਧਰੇ ਜੰਮ ਨਾ ਲੈ ਜਾਵੇ, ਸਾਡੀ ਕਿਧਰੇ ਮੌਤ ਨਾ ਆ ਜਾਵੇ। ਕਾਰਨ ਕੀ ਹੈ? ਰੱਬ ਨੂੰ ਦੂਰ ਜਾਣਦੇ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਨਾ, ਗਾਵੈ ਕੋ ਜਾਪੈ ਦਿਸੈ ਦੂਰ। ਕੋਈ ਉਸ ਨੂੰ ਗਾਉਂਦੇ ਨੇ, ਉਸ ਦਾ ਜਾਪ ਕਰਦੇ, ਅਥਵਾ ਤਿੰਨਾਂ ਨੂੰ ਜਾਪਦਾ ਕਿ ਪ੍ਰਮਾਤਮਾ ਬੜੀ ਦੂਰ ਹੈ। ਗਾਵੈ ਕੋ ਵੇਖੈ ਹਾਦਰਾ ਹਦੂਰ। ਇਹ ਵੀ ਪਾਠ ਹਾਦਰਾ ਹਦੂਰ ਹੈ, ਹਾਹੇ ਕੰਨਾ ਦੱਦਾ ਰਾਰੇ ਕੰਨਾ ਹਾਦਰਾ। ਤੇ ਅਕਸਰ ਸਰਵਣ ਕਰਨ ਵਿੱਚ ਆਉਂਦਾ, ਜਦੋਂ ਸੰਗਤਾਂ ਪੜ੍ਹਦੀਆਂ ਹੁੰਦੀਆਂ ਨੇ ਨਾ ਤੇ ਸੰਗਤਾਂ ਅਕਸਰ ਪੜ੍ਹਦੀਆਂ ਹਾਦਰਾ ਹਦੂਰ। ਹਾਦਰਾ ਧੱਦੇ ਨਾਲ ਹੁੰਦਾ ਹੈ, ਹਦੂਰ ਵੀ ਧੱਦੇ ਨਾਲ ਹੁੰਦਾ ਹੈ। ਪੋਲਾ ਪਾਠ ਹੈ ਹਾਦਰਾ ਹਦੂਰ, ਭਾਵ ਕਿ ਹਾਜ਼ਰ ਨਾਜ਼ਰ ਸਾਖਿਆਤਕਾਰ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਉਸ ਨੂੰ ਕਿਹਾ ਜਾਂਦਾ ਹਾਦਰਾ ਹਦੂਰ। ਪਿਆਰਿਓ, ਜਿਹੜੇ ਤੇ ਪ੍ਰਮਾਤਮਾ ਜੀ ਨੂੰ ਹਾਜ਼ਰ ਹਦੂਰ ਜਾਣਦੇ ਨੇ, ਹਾਜ਼ਰ ਹਜ਼ੂਰ ਜਾਣਦੇ ਨੇ, ਜ਼ਾਹਰ ਜ਼ਹੂਰ ਜਾਣਦੇ ਨੇ, ਉਹਨਾਂ ਨੂੰ ਨਹੀਂ ਡਰ ਹੈ। ਉਹਨਾਂ ਨੂੰ ਤੇ ਪਤਾ ਨਾ ਪ੍ਰਮਾਤਮਾ ਜੀ ਤੇ ਸਾਡੇ ਅੰਗ ਸੰਗ ਨੇ, ਸਾਡੇ ਤੇ ਅੰਗ ਤੋਂ ਭਾਵ ਸਰੀਰ, ਸਾਡੇ ਸਰੀਰ ਦੇ ਨਾਲ ਨੇ, ਦੂਰ ਥੋੜਾ ਨੇ। ਕਹੇ ਰਵਿਦਾਸ ਹੱਥ ਪੈ ਨੇਰਾ। ਹੱਥ ਬੰਦੇ ਤੋਂ ਦੂਰ ਹੋ ਸਕਦੇ ਨੇ, ਪੈਰ ਵੀ ਦੂਰ ਹੋ ਸਕਦੇ, ਪਰ ਪ੍ਰਮਾਤਮਾ ਜੀ ਤੇ ਹੱਥਾਂ ਪੈਰਾਂ ਤੋਂ ਵੀ ਨੇੜੇ ਨੇ। ਤੇ ਭਾਈ ਨੰਦ ਲਾਲ ਸਾਹਿਬ ਜੀ ਤਾਂ ਬਚਨ ਕਰਦੇ ਨੇ, ਪ੍ਰਮਾਤਮਾ ਜੀ ਸਾਹ ਰਗ ਤੋਂ ਵੀ ਨੇੜੇ ਹੈ। ਹੁਣ ਸਾਹ ਤੋਂ ਨੇੜੇ ਤੇ ਕੋਈ ਨਹੀਂ, ਜਿਸ ਰਗ ਚੋਂ ਸਾਹ ਲੈਣਾ ਉਸ ਤੋਂ ਨੇੜੇ ਕੀ ਹੋ ਸਕਦਾ? ਫਰਮਾਉਂਦੇ ਨਹੀਂ, ਇਹ ਵੀ ਦੂਰ ਹੈ, ਹਿਰਦੇ ਤੋਂ ਦੂਰ ਹੈ, ਪਰ ਪ੍ਰਮਾਤਮਾ ਜੀ ਤੇ ਸਾਹ ਰਗ ਤੋਂ ਵੀ ਨੇੜੇ ਨੇ, ਕਿਉਂਕਿ ਹਿਰਦੇ ਦੇ ਅੰਦਰ ਬੈਠੇ ਨੇ, ਅੰਦਰ। ਇਸ ਕਰਕੇ ਜਿਨ੍ਹਾਂ ਨੇ ਤੇ ਅੰਦਰ ਜਾਣਿਆ, ਸਰੀਰ ਦੇ ਸੰਗ ਜਾਣਿਆ, ਅੰਗਾਂ ਦੇ ਸੰਗ ਜਾਣਿਆ, ਹਾਦਰ ਹਦੂਰ ਜਾਣਿਆ, ਪਿਆਰਿਓ ਤੇ ਤਿਆਰ ਹੀ ਰਹਿੰਦੇ ਨੇ, ਪ੍ਰਮਾਤਮਾ ਜੀ ਕਦੋਂ ਸਾਨੂੰ ਆਪਣੀ ਗੋਦ ਵਿੱਚ ਲੈ ਜਾਓਗੇ। ਬਾਬਾ ਕਲਿਆਣ ਚੰਦ ਸਾਹਿਬ ਜੀ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਸੱਚਖੰਡ ਦੇ ਦਰਸ਼ਨ ਕਰਾ ਦਿੱਤੇ, ਵੱਡੇ ਵਡੇਰਿਆਂ ਬਜ਼ੁਰਗਾਂ ਸਾਰਿਆਂ ਦੇ ਸੱਚਖੰਡ ਦੇ ਅੰਦਰ ਸ਼ੋਭਨੀਕ ਨੇ, ਤੇ ਜਿਸ ਵੇਲੇ ਸੁਰਤ ਵਾਪਸ ਲਿਆਂਦੀ ਨਾ, ਤੇ ਬਾਬਾ ਕਲਿਆਣ ਚੰਦ ਸਾਹਿਬ ਜੀ ਬਚਨ ਕਰਦੇ ਨੇ, ਹੇ ਸਪੁੱਤਰ ਨਾਨਕ ਜੀ, ਹੇ ਜਗਤ ਗੁਰੂ ਜੀ, ਇਹ ਜਿਹੜਾ ਸਰੀਰ ਹੈ ਇਹ ਤੇ ਮਲ ਮੂਤਰ ਦਾ ਥੈਲਾ ਏ, ਇਸ ਮਲ ਮੂਤਰ ਦੇ ਥੈਲੇ ਵਿੱਚ ਵਾਪਸ ਕਾਹਦੇ ਤੋਂ ਲੈ ਆਂਦਾ? ਉੱਥੇ ਸੱਚਖੰਡ ਹੀ ਰਹਿਣ ਦਿੰਦੇ, ਬੜਾ ਆਨੰਦ ਸੀ, ਬੜਾ ਸੁੱਖ ਸੀ। ਉਹ ਅਕਹਿ ਸੁੱਖ ਅਕਹਿ ਆਨੰਦ ਕਹਿਣ ਵਿੱਚ ਹੀ ਨਹੀਂ ਆਉਂਦਾ। ਐਸਾ ਆਨੰਦ, ਐਸਾ ਅੰਮ੍ਰਿਤ ਭਰਪੂਰ ਸਰੂਰ ਕਹਿਣ ਵਿੱਚ ਨਹੀਂ ਆਉਂਦਾ। ਉਸ ਰਸ ਤੇ ਆਨੰਦ ਵਿੱਚ ਹੀ ਮਗਨ ਰਹਿਣ ਦਿੰਦੇ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਪ੍ਰਵਚਨ ਫਰਮਾਇਆ, ਹੈ ਪਿਤਾ ਜੀ,
ਆਪ ਜੀ ਦੇ ਸਰੀਰ ਦੀ ਆਰਬਲਾ 40 ਕੁ ਦਿਨ ਬਾਕੀ ਰਹਿ ਗਈ ਏ। 40 ਦਿਨ ਸੰਪੰਨ ਹੋਣੇ ਤੇ ਤੁਸੀਂ ਉੱਥੇ ਹੀ ਆਪਣੇ ਵੱਡੇ ਸਾਰੇ ਬਜ਼ੁਰਗਾਂ ਦੇ ਕੋਲ ਨਿਰੰਕਾਰ ਜੀ ਦੇ ਦੇਸ਼ ਸੱਚਖੰਡ ਹੀ ਜਾ ਕਰਕੇ ਵਾਸਾ ਕਰਨਾ ਹੈ। ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਹਾਜ਼ਰ ਹਜ਼ੂਰ ਜਾਣ ਲਿਆ, ਅੰਗਾਂ ਦੇ ਨਾਲ ਜਾਣ ਲਿਆ, ਉਹ ਥੋੜਾ ਡਰਦੇ ਨੇ ਮੌਤ ਤੋਂ। ਉਹ ਤਾਂ ਪ੍ਰਵਚਨ ਕਰਦੇ ਨੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਸਾਨੂੰ ਤੇ ਚਾਹ ਹੀ ਬੜਾ ਹੈ, ਸਾਨੂੰ ਤੇ ਉਤਸ਼ਾਹ ਹੀ ਬੜਾ ਹੈ, ਕਦੋਂ ਇਹ ਮਲ ਮੂਤਰ ਦਾ ਗੰਦ ਦਾ ਥੈਲਾ ਛੱਡ ਕੇ ਵਾਹਿਗੁਰੂ ਜੀ ਦੀ ਗੋਦ ਵਿੱਚ ਜਾ ਸਮਾਈਏ, ਵਾਹਿਗੁਰੂ ਜੀ ਦੇ ਚਰਨਾਂ ਦੀ ਭੇਦਤਾ ਪ੍ਰਾਪਤ ਕਰ ਲਈਏ। ਪਿਆਰਿਓ, ਉਹਨਾਂ ਨੂੰ ਡਰ ਨਹੀਂ ਆਉਂਦਾ ਮੌਤ ਤੋਂ। ਇਸ ਪ੍ਰਕਾਰ ਉਹਨਾਂ ਦੀ ਤੇ ਭਾਵਨਾ ਹੀ ਇਹ ਹੈ, ਉਹਨਾਂ ਦਾ ਤੇ ਬੋਲਾ ਹੀ ਇਹ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਪ੍ਰਾਪਤੀ ਵਾਲਿਆਂ ਦਾ ਤੇ ਪਹਿਲਾ ਨਿਯਮ ਹੀ ਇਹ ਹੈ, ਪਹਿਲਾ ਮੌਤ ਪ੍ਰਵਾਨ ਕਰੋ। ਪਰ ਜਿਹੜੇ ਪ੍ਰਾਪਤੀ ਵਾਲੇ ਨਹੀਂ, ਜਿਹੜੇ ਪਿਆਰ ਵਾਲੇ ਨਹੀਂ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਪਰਮਾਤਮਾ ਜੀ ਨੂੰ ਨੇੜੇ ਵਸਦਾ ਜਾਣਿਆ ਹੀ ਨਹੀਂ, ਆਪਣੇ ਤੋਂ ਦੂਰ ਵਸਦਾ ਕਿਧਰੇ ਜਾਣ ਲਿਆ ਕਿ ਪਤਾ ਨਹੀਂ ਵਾਹਿਗੁਰੂ ਜੀ ਦਾ ਦੇਸ਼ ਕਿੰਨੀ ਕੁ ਦੂਰ ਤੇ ਕਿੱਥੇ ਵਸਦਾ ਹੋਵੇਗਾ। ਜਿਨ੍ਹਾਂ ਨੇ ਦੂਰ ਕਰਕੇ ਜਾਣ ਲਿਆ ਨਾ, ਡਾਰੇ ਉਹ ਫਿਰ ਜਮਾਂ ਦੇ ਕੋਲੋਂ ਡਰਦੇ ਨੇ, ਡਾਰੇ ਮੌਤ ਦੇ ਕੋਲੋਂ ਡਰਦੇ ਨੇ, ਤੇ ਮਰਤੇ ਨਿਤਾ ਪ੍ਰਤੀ ਸਹਿਮ ਦੀ ਮੌਤੇ ਮਰਦੇ ਨੇ, ਦੁੱਖਾਂ ਦੀ ਮੌਤੇ ਮਰਦੇ ਨੇ, ਝੋਰਿਆਂ ਦੀ ਮੌਤੇ ਮਰਦੇ ਨੇ, ਅਫਸੋਸ ਦੀ ਮੌਤੇ ਮਰਦੇ ਨੇ, ਪਲ ਪਲ ਨਿਮਖ ਨਿਮਖ ਮਰਦੇ ਨੇ। ਤੇ ਆਮ ਕਰਕੇ ਸੁਣਿਆ ਵੀ ਜਾਂਦਾ, ਜਦੋਂ ਘਰਾਂ ਦੇ ਵਿੱਚ ਕਿਤੇ ਕਲੇਸ਼ ਹੋਵੇ, ਮੁਆਫ ਕਰਨਾ ਨਾ ਫਰਮਾਨ ਔਲਾਦ, ਨਾ ਫਰਮਾਨ ਬੱਚੇ ਜਦੋਂ ਮਾਤਾ ਪਿਤਾ ਨੂੰ ਦੁਖੀ ਕਰਦੇ ਨੇ ਨਾ, ਤੇ ਮਾਤਾ ਪਿਤਾ ਦੁਖੀ ਹੋ ਕਰਕੇ ਕਹਿੰਦੇ ਨੇ, ਤੇਰਾ ਸਤਾਇਆ ਮੈਂ ਨਿੱਤ ਦੀ ਮੌਤੇ ਮਰਦਾ ਹਾਂ, ਇੰਨਾ ਦੁਖੀ ਕੀਤਾ ਨਿੱਤ ਦੀ ਮੌਤੇ ਮਰਦਾ ਹੈ। ਜਿਹੜਾ ਝੁਰਨਾ ਹੈ, ਕੱਢਣਾ ਹੈ, ਦੁਖੀ ਹੋਣਾ, ਇਹ ਨਿੱਤ ਦੀ ਮੌਤ ਹੈ, ਪਲ ਪਲ ਦੀ ਮੌਤ ਹੈ, ਡਰ ਤੇ ਸਹਿਮ ਦੀ ਮੌਤ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣਿਆ ਪਿਆਰਿਓ, ਉਹਨਾਂ ਨੂੰ ਤੇ ਉਤਸ਼ਾਹ ਬਣਿਆ ਰਹਿੰਦਾ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਦੂਰ ਜਾਣ ਲਿਆ, ਉਹਨਾਂ ਨੂੰ ਮੌਤ ਦਾ ਵੀ ਡਰ, ਜਮਾਂ ਦਾ ਵੀ ਡਰ। ਇੱਕ ਮੌਤੇ ਤੇ ਜਦੋਂ ਸਰੀਰ ਦੀ ਮਰਨਾ, ਉਦੋਂ ਮਰਨਾ ਹੀ ਹੈ, ਪਰ ਉਹ ਨਿਤ ਸਹਿਮ ਅਤੇ ਡਰ ਦੀ ਮੌਤੇ ਮਰਦੇ ਹਨ। ਡਰ ਚੂਕਾ ਦੇਖਿਆ ਭਰਪੂਰ। ਸੱਚੇ ਪਾਤਸ਼ਾਹ, ਗੁਰਮੁਖਾਂ ਦਾ ਡਰ ਕਿਵੇਂ ਦੂਰ ਹੋਇਆ ਹੈ, ਸਾਡਾ ਡਰ ਕਿਵੇਂ ਦੂਰ ਹੋ ਜਾਵੇ। ਤੇ ਗਰੀਬ ਨਵਾਜ਼ ਸਾਹਿਬ ਜੀ ਫਰਮਾਵਣਾ ਕਰਦੇ ਨੇ, ਡਰ ਚੂਕਾ, ਉਹਨਾਂ ਦਾ ਜਿਹੜਾ ਡਰ ਸੀ ਉਹ ਮਿਟ ਗਿਆ ਹੈ, ਅਭਾਵ ਹੋ ਗਿਆ, ਚੁੱਕਿਆ ਗਿਆ, ਖਤਮ ਹੋ ਗਿਆ, ਉਹਨਾਂ ਨੂੰ ਡਰ ਨਹੀਂ ਰਿਹਾ। ਦੇਖਿਆ ਭਰਪੂਰ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਤਰ ਕਤਰ ਸਭ ਜਗ੍ਹਾ ਤੇ ਭਰਪੂਰ ਦੇਖਿਆ ਹੈ, ਜਿਨ੍ਹਾਂ ਨੇ ਉੱਚਿਆਂ ਦੇ ਵਿੱਚ, ਨੀਵਿਆਂ ਦੇ ਵਿੱਚ, ਅਮੀਰਾਂ ਦੇ ਵਿੱਚ, ਗਰੀਬਾਂ ਦੇ ਵਿੱਚ, ਬਾਲਾਂ ਦੇ ਵਿੱਚ, ਬਿਰਧਾਂ ਦੇ ਵਿੱਚ, ਨਰਾਂ ਦੇ ਵਿੱਚ, ਨਾਰੀਆਂ ਦੇ ਵਿੱਚ, ਬ੍ਰਿਸ਼ਾਂ ਦੇ ਵਿੱਚ, ਪਸ਼ੂਆਂ ਪੰਛੀਆਂ ਦੇ ਅੰਦਰ, ਜ਼ਰਰੇ ਜ਼ਰਰੇ ਦੇ ਅੰਦਰ ਤਿਸਦੀ ਹੀ ਜੋਤ ਨੂੰ ਦੇਖਿਆ ਹੈ। ਦੇਖਣਾ ਕੀਤਾ ਸਭ ਜਗ੍ਹਾ ਤੇ ਭਰਪੂਰ ਹੋ ਰਿਹਾ ਹੈ। ਸਾਧ ਸੰਗਤ ਜੀ, ਸੂਰਜ ਚੜਿਆ ਨਾ, ਤੇ ਜਿਤਨੇ ਵੀ ਕਮਰੇ ਜਿਨ੍ਹਾਂ ਦੇ ਦਰਵਾਜ਼ੇ ਖੁੱਲੇ ਨੇ, ਉਸ ਦਾ ਚਾਨਣ ਸਾਰਿਆਂ ਦੇ ਅੰਦਰ ਹੈ। ਇਸੇ ਪ੍ਰਕਾਰ ਜੇ ਕਮਰਾ ਬੰਦ ਵੀ ਕੀਤਾ ਹੋਵੇ ਤੇ ਆਕਾਸ਼ ਸਭ ਜਗ੍ਹਾ ਤੇ ਭਰਪੂਰ ਹੈ, ਪਰਿਪੂਰਨ ਹੈ। ਆਕਾਸ਼ ਨਾਮ ਖਾਲੀ ਜਗ੍ਹਾ ਦਾ, ਸਪੇਸ ਦਾ। ਕੋਈ ਕਮਰਾ ਚਾਹੇ ਉਸ ਦੇ ਅੰਦਰ ਹਨੇਰਾ ਵੀ ਹੋਵੇ, ਪਰ ਖਾਲੀ ਜਗ੍ਹਾ ਤੇ ਉਸ ਦੇ ਅੰਦਰ ਵੀ ਹੈ। ਖਾਲੀ ਜਗ੍ਹਾ ਨੂੰ ਆਕਾਸ਼ ਕਿਹਾ ਜਾਂਦਾ ਹੈ। ਜਿਵੇਂ ਆਕਾਸ਼ ਸਭ ਜਗ੍ਹਾ ਤੇ ਭਰਪੂਰ ਹੈ, ਸਭ ਜਗ੍ਹਾ ਤੇ ਪਹੁੰਚਿਆ ਹੈ, ਸਭ ਜਗ੍ਹਾ ਦੇ ਅੰਦਰ ਉਸ ਦੀ ਸ਼ਮੂਲੀਅਤ ਹੈ, ਸਭ ਜਗ੍ਹਾ ਤੇ ਮੌਜੂਦ ਹੈ, ਇਵੇਂ ਪ੍ਰਮਾਤਮਾ ਜੀ ਸਾਖੀ ਚੇਤਨ ਹੋ ਕਰਕੇ ਸਭ ਜਗ੍ਹਾ ਤੇ ਭਰਪੂਰ ਨੇ। ਕੋਈ ਐਸੀ ਥਾਂ ਥੋੜੀ ਹੈ ਜਿੱਥੇ ਪ੍ਰਮਾਤਮਾ ਜੀ ਭਰਪੂਰ ਨਹੀਂ। ਪਰ ਜਿਨ੍ਹਾਂ ਨੇ ਭਰਪੂਰ ਨਹੀਂ ਦੇਖਿਆ, ਹਿਰਦੇ ਦੇ ਅੰਦਰ ਕੋਮਲ ਭਾਵ ਨਹੀਂ ਆਇਆ, ਅਹਿਸਾਸ ਨਹੀਂ ਜਾਗਿਆ। ਜਦੋਂ ਅਹਿਸਾਸ ਨਹੀਂ ਜਾਗਿਆ ਤੇ ਫਿਰ ਜਾਣਿਆ ਵੀ ਨਹੀਂ ਤੇ ਦੇਖਿਆ ਵੀ ਨਹੀਂ। ਪਹਿਲਾਂ ਕੋਮਲ ਅਹਿਸਾਸ ਹੋਣਾ ਜ਼ਰੂਰੀ ਹੈ, ਪਹਿਲਾਂ ਹਿਰਦੇ ਦੇ ਅੰਦਰ ਭਾਵ ਲਿਆਉਣਾ ਜ਼ਰੂਰੀ ਹੈ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਜਿਸ ਵੇਲੇ ਸਿੱਖਿਆ ਨੂੰ ਮੰਨ ਕੇ ਹਿਰਦੇ ਅੰਦਰ ਧਾਰਨ ਕਰਕੇ ਕਮਾਈ ਕਰਾਂਗੇ, ਫਿਰ ਉਹ ਪਰਿਪੂਰਨ ਦਿਸੇਗਾ, ਅਦਰਵਾਈਜ਼ ਨਜ਼ਰ ਨਹੀਂ ਆਵੇਗਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਤੇ ਵਾਹਿਗੁਰੂ ਜੀ ਨੂੰ ਭਰਪੂਰ ਸਭ ਜਗ੍ਹਾ ਤੇ ਹਾਜ਼ਰ ਨਾਜ਼ਰ ਦੇਖ ਲਿਆ, ਭਾਈ ਉਹਨਾਂ ਦਾ ਸਾਰਾ ਡਰ ਮੁੱਕ ਗਿਆ। ਉਹਨਾਂ ਨੂੰ ਲੱਗਦਾ ਜੰਮ ਵਿਚਾਰਾ ਕੀ ਵਿਗਾੜ ਸਕਦਾ। ਹਰ ਸਾਜਨ ਸਭ ਕਹਿ ਨਿਕਟ ਖੜਾ। ਜਦੋਂ ਸਾਰਿਆਂ ਦੀ ਸਹਾਇਤਾ ਕਰਨੇ ਵਾਲਾ ਹਰੀ ਪਰਮਾਤਮਾ ਤੇ ਸਾਡੇ ਸੰਗ ਖੜਾ, ਸਾਡੇ ਨਾਲ ਖੜਾ, ਤੇ ਜਦੋਂ ਰੱਬ ਨਾਲ ਖੜਾ ਤੇ ਜੰਮ ਬਪੜਾ ਕੌਣ ਹੈ ਜਿਹੜਾ ਦੁੱਖ ਦੇ ਜਾਵੇ। ਮੌਤ ਵਿਚਾਰੀ ਨਿਮਾਣੀ ਕੌਣ ਹੈ ਜਿਹੜੀ ਦੁੱਖ ਦੇ ਜਾਵੇ। ਉਹਨਾਂ ਨੂੰ ਫਿਰ ਡਰ ਨਹੀਂ ਲੱਗਦਾ।
ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਪਰਿਪੂਰਨ ਦੇਖ ਲਿਆ। ਸਤਿਗੁਰ ਆਪਣੇ ਕਉ ਬਲਿਹਾਰੈ। ਸੋ ਗਰੀਬ ਨਿਵਾਜ, ਇਹ ਅਵਸਥਾ ਜਿਨ੍ਹਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ, ਉਹਨਾਂ ਦੇ ਮਨ ਦੀ ਹਾਲਤ ਕੀ ਹੁੰਦੀ ਏ, ਮਨ ਦੀ ਉੱਚ ਦਸ਼ਾ ਕੈਸੀ ਹੁੰਦੀ ਏ। ਤੇ ਹਜ਼ੂਰ ਫਰਮਾਵਣ ਦੇ ਉਹਨਾਂ ਗੁਰਮੁਖਾਂ ਦੇ ਹਿਰਦੇ ਦੀ ਅਵਸਥਾ ਹੁੰਦੀ ਏ, ਆਪਣੇ ਸਤਿਗੁਰੂ ਜੀ ਤੋਂ ਨਿਮਖ ਨਿਮਖ ਪਲ ਪਲ ਘੜੀ ਘੜੀ ਕੁਰਬਾਨ ਬਲਿਹਾਰ ਜਾਂਦੇ ਨੇ। ਸਤਿਗੁਰੂ ਜੀ, ਅਸੀਂ ਤੇ ਨਿਮਾਣੇ ਸੀ ਮਹਾਰਾਜ, ਅਸੀਂ ਤੇ ਗਲੀਆਂ ਦੇ ਕੱਖਾਂ ਵਾਂਗੂ ਰੁਲ ਜਾਣਾ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਤੇ ਤੁਸਾਂ ਸਾਨੂੰ ਨਾਮ ਦੀ ਦੌਲਤ ਦੇ ਕਰਕੇ, ਨਾਮ ਦੀ ਦਾਤ ਬਖਸ਼ ਕਰਕੇ ਸਾਨੂੰ ਨੀਵਿਆਂ ਤੋਂ ਉੱਚੇ ਕਰ ਲਿਆ। ਮਹਾਰਾਜ ਰੁਲਦਿਆਂ ਫਿਰਦਿਆਂ ਸਾਨੂੰ ਨਿਥਾਵਿਆਂ ਨੂੰ, ਯਤੀਮਾਂ ਨੂੰ, ਅਨਾਥਾਂ ਨੂੰ ਆਪਣੇ ਬਣਾ ਲਿਆ। ਸੀਸ ਦੇ ਉੱਪਰ ਕਿਰਪਾ ਭਰਿਆ ਹੱਥ ਰੱਖ ਦਿੱਤਾ। ਮਹਾਰਾਜ ਆਪ ਜੀ ਤੋਂ ਕੁਰਬਾਨ ਬਲਿਹਾਰ ਜਾਂਦੇ ਆ। ਇਸ ਪ੍ਰਕਾਰ ਗੁਰਮੁਖਾਂ ਦੇ ਹਿਰਦੇ ਦੀ ਉੱਚ ਅਵਸਥਾ ਹੁੰਦੀ ਹੈ ਪਿਆਰਿਓ। ਸਤਿਗੁਰੂ ਜੀ ਤੋਂ ਸਦਾ ਬਲਿਹਾਰ ਹੈ। ਮਹਾਰਾਜ, ਅਸੀਂ ਸਾਰਾ ਬਲ ਆਪ ਜੀ ਦੇ ਅੱਗੇ ਹਾਰ ਗਏ ਆ। ਆਪ ਜੀ ਦੇ ਅੱਗੇ ਸਾਡਾ ਕੋਈ ਬਲ ਨਹੀਂ, ਕੋਈ ਤਾਣ ਨਹੀਂ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਖਿਨ ਖਿਨ ਪਲ ਪਲ ਨਿਮਖ ਨਿਮਖ ਰੋਮ ਰੋਮ ਕਰਕੇ ਮਹਾਰਾਜ ਆਪ ਜੀ ਨੂੰ ਨਮਸਕਾਰ ਨਮਸਕਾਰ ਨਮਸਕਾਰ। ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ, ਤੇ ਕਲਗੀਧਰ ਸਾਹਿਬ ਜੀ ਨੇ 201 ਵਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕੀਤੀ ਏ ਜਾਪ ਸਾਹਿਬ ਜੀ ਦੇ ਅੰਦਰ। ਜੋ ਅਸੀਂ ਪੜ੍ਹਦੇ ਹਾਂ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਵੰ ਨਮਸਕਾਰ ਤਵੰ ਤੈਨੂੰ ਅਕਾਲੇ, ਹੇ ਕਾਲ ਤੋਂ ਰਹਿਤ, ਮੌਤ ਤੋਂ ਰਹਿਤ, ਸਮੇਂ ਦੇ ਪ੍ਰਭਾਵ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤਵੰ ਤੈਨੂੰ ਨਮਸਕਾਰ ਹੈ। ਕਿਰਪਾਲੇ, ਕਿਰਪਾਲੂ ਪ੍ਰਮਾਤਮਾ, ਸਾਰਿਆਂ ਤੇ ਆਪ ਜੀ ਕਿਰਪਾਲਤਾ ਕਰਨ ਵਾਲੇ, ਆਪ ਜੀ ਨੂੰ ਨਮਸਕਾਰ ਹੈ। ਐਵੇਂ 201 ਵਾਰ ਨਮਸਕਾਰ ਕੀਤੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਨੇ ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹ ਕੇ, ਗੁਰਬਾਣੀ ਤੋਂ ਸਿੱਖਿਆ ਲੈ ਕਰਕੇ, ਗੁਰਬਾਣੀ ਦੀ ਸਿੱਖਿਆ ਨੂੰ ਧਾਰਨ ਕਰਕੇ ਪਲ ਪਲ ਨਿਮਖ ਨਿਮਖ ਸਤਿਗੁਰੂ ਜੀ ਤੋਂ ਕੁਰਬਾਨ ਜਾਂਦੇ ਨੇ, ਬਲਿਹਾਰ ਜਾਂਦੇ ਨੇ, ਘੋਲੀ ਜਾਂਦੇ ਨੇ, ਵਾਰਨੇ ਜਾਂਦੇ ਨੇ। ਸਤਿਗੁਰੂ ਸਾਹਿਬ ਜੀ ਦੀਆਂ ਪਰਿਕਰਮਾ ਕਰੀਦੀਆਂ ਨਾ, ਪਰਿਕਰਮਾ ਤੋਂ ਹੀ ਭਾਵੇਂ ਬੇਅੰਤ ਭਾਵ ਨੇ, ਪਰ ਇੱਕ ਭਾਵ ਇਹ ਹੁੰਦਾ, ਮਹਾਰਾਜ ਆਪ ਜੀ ਤੋਂ ਬਲਿਹਾਰ ਜਾਂਦੇ ਆ, ਆਪ ਜੀ ਤੋਂ ਕੁਰਬਾਨ ਜਾਂਦੇ ਆ, ਆਪ ਜੀ ਤੋਂ ਘੋਲੀ ਫੇਰੀ ਜਾਂਦੇ ਆ। ਮਹਾਰਾਜ ਆਪਣਾ ਆਪ ਤੁਹਾਡੇ ਤੋਂ ਕੁਰਬਾਨ ਕਰਦੇ ਆ। 3 ਪਰਿਕਰਮਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ। ਭਾਵੇਂ ਅਸੀਂ ਆਪੋ ਆਪਣੇ ਸੁਭਾਅ ਮੁਤਾਬਕ ਇੱਕ ਪਰਿਕਰਮਾ, ਕਈ ਗੁਰਮੁਖ ਨਹੀਂ ਕਰਦੇ, ਕਈ 3 ਕਰਦੇ, ਕਈ 5 ਕਰਦੇ, ਕਈ 11 ਕਰਦੇ, ਕਈ ਕਰੀ ਜਾਂਦੇ, ਪਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ ਕਿ ਘੱਟ ਤੋਂ ਘੱਟ 3 ਪਰਿਕਰਮਾ ਜ਼ਰੂਰ ਕਰਨੀਆਂ ਨੇ। ਮੇਰੋ ਰੂਪ ਗ੍ਰੰਥ ਜੀ ਜਾਨ, ਹਜ਼ੂਰ ਫਰਮਾਉਂਦੇ ਸਾਡਾ ਸਵਰੂਪ, ਸਾਡਾ ਸਰੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ। 3 ਪ੍ਰਦਰਸ਼ਨਾ ਕਰੈ ਸੁਜਾਨ, ਸਰੇਸ਼ਟ ਪੁਰਖ, ਸਰੇਸ਼ਟ ਗੁਰਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਪਰਿਕਰਮਾ ਜ਼ਰੂਰ ਕਰੇ। ਮਹਾਰਾਜ ਤਿੰਨਾਂ ਤੋਂ ਭਾਵ ਕੀ ਹੈ? ਤਿੰਨਾਂ ਤੋਂ ਭਾਵ ਹੈ ਕਿ ਅਸੀਂ ਆਪਣਾ ਤਨ, ਮਨ, ਧਨ ਤੁਹਾਡੇ ਤੋਂ ਕੁਰਬਾਨ ਕਰਦੇ ਹਾਂ। ਇੱਕ ਪਰਿਕਰਮਾ ਤਨ ਕੁਰਬਾਨ, ਦੂਜੀ ਪਰਿਕਰਮਾ ਮਨ ਵੀ ਕੁਰਬਾਨ, ਤੀਜੀ ਪਰਿਕਰਮਾ ਧਨ ਵੀ ਕੁਰਬਾਨ। ਪਹਿਲੀ ਪਰਿਕਰਮਾ ਮਹਾਰਾਜ ਪਹਿਲਾਂ ਵੀ ਸਾਡੇ ਰਖਵਾਲੇ ਤੁਸੀਂ ਸੀ, ਦੂਜੀ ਪਰਿਕਰਮਾ ਹੁਣ ਮੌਜੂਦਾ ਸਮੇਂ ਵਿੱਚ ਵੀ, ਤੀਜੀ ਆਉਣ ਵਾਲੇ ਸਮੇਂ 'ਚ ਵੀ। ਤਿੰਨਾਂ ਪਰਿਕਰਮਾ ਤੋਂ ਭਾਵ ਤਿੰਨਾਂ ਹੀ ਸਮਿਆਂ ਦੇ ਵਿੱਚ ਆਪ ਜੀ ਸਾਡੇ ਸਹਾਈ ਹੋ, ਤਿੰਨਾਂ ਹੀ ਲੋਕਾਂ ਦੇ ਮਾਲਕ ਹੋ। ਇਸੇ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਰੂਪ ਨੇ ਨਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇੱਕ ਪਰਿਕਰਮਾ ਨਿਰੰਕਾਰ ਦੀ ਪ੍ਰਮਾਤਮਾ ਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਨਿਰੰਕਾਰ ਹੋ, ਪ੍ਰਮਾਤਮਾ ਹੋ। ਇੱਕ ਪਰਿਕਰਮਾ, ਪਹਿਲੀ ਪਰਿਕਰਮਾ ਨਿਰੰਕਾਰ ਦੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਪਾਤਸ਼ਾਹੀਆਂ ਜੀ ਦੀ ਜੋਤ ਨੇ ਨਾ। ਅਸੀਂ ਅਰਦਾਸ ਵਿੱਚ ਪੜ੍ਹਦੇ ਸੁਣਦੇ ਹਾਂ, 10 ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੇ ਦੂਸਰੀ ਪਰਿਕਰਮਾ ਹੈ 10 ਪਾਤਸ਼ਾਹੀਆਂ ਜੀ ਦੀ। ਆਪ ਜੀ ਨਿਰੰਕਾਰ ਹੋ, 10 ਪਾਤਸ਼ਾਹ ਹੋ, ਇਸ ਕਰਕੇ ਦੂਸਰੀ ਪਰਿਕਰਮਾ 10 ਪਾਤਸ਼ਾਹੀਆਂ ਜੀ ਦੀ। ਤੇ ਤੀਸਰੀ ਪਰਿਕਰਮਾ ਸਤਿਗੁਰੂ ਜੀ ਸ਼ਬਦ ਰੂਪ ਵੀ ਨੇ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਪਾਉ ਬਉਰਾਨੰ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੀਜੀ ਪਰਿਕਰਮਾ ਆਪ ਜੀ ਦੀ ਗ੍ਰੰਥ ਰੂਪ ਹੋਣੇ ਕਰਕੇ ਹੈ। ਇਸ ਪ੍ਰਕਾਰ ਆਪਣੇ ਇਸ਼ਟ ਦੇਵ ਦੀਆਂ 3 ਪਰਿਕਰਮਾ। ਪਰਿਕਰਮਾ ਤੋਂ ਭਾਵ ਵੀ ਬਲਿਹਾਰ ਜਾਣਾ, ਕੁਰਬਾਨ ਜਾਣਾ ਹੈ, ਤਾਂ ਪਰਿਕਰਮਾ ਕੀਤੀਆਂ ਜਾਂਦੀਆਂ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਗੁਰਮੁਖਾਂ ਦੇ ਹਿਰਦੇ ਦੀ ਅਵਸਥਾ ਹੈ, ਉੱਚ ਹਾਲਤ ਹੈ।
ਪਲ ਪਲ ਨਿਮਖ ਨਿਮਖ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਤਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਂਦੇ ਨੇ। ਇਵੇਂ ਤਿੰਨ ਪਰਿਕਰਮਾ ਜਿੱਥੇ ਤਨ ਮਨ ਧਨ ਸਤਿਗੁਰੂ ਜੀ ਤੋਂ ਕੁਰਬਾਨ ਕਰਨ ਦੀਆਂ ਸੂਚਕ ਨੇ, ਮਨ ਬਾਣੀ ਤੇ ਸਰੀਰ ਕੁਰਬਾਨ ਕਰਨੇ ਦਾ ਵੀ ਸੂਚਕ। ਮਹਾਰਾਜ ਪਹਿਲੀ ਪਰਿਕਰਮਾ ਸਾਡੇ ਮਨ ਕਰਕੇ, ਦੂਜੀ ਸਰੀਰ ਕਰਕੇ, ਤੀਜੀ ਇਸੇ ਪ੍ਰਕਾਰ ਆਤਮਾ ਕਰਕੇ ਅਥਵਾ ਬਚਨਾ ਕਰਕੇ। ਆਪ ਜੀ ਤੋਂ ਮਨ ਬਾਣੀ ਤੇ ਸਰੀਰ ਕਰਕੇ ਵੀ ਕੁਰਬਾਨ ਜਾਣਾ ਕਰਦੇ ਹਾਂ। ਗੁਰਮੁਖ ਪਿਆਰੇ ਨਿਮਖ ਨਿਮਖ ਸਤਿਗੁਰੂ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਨ। ਛੋੜ ਨਾ ਜਾਈ ਸਰ ਪਰ ਤਾਰੈ। ਤੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਚ ਪੈ ਜਾਂਦੇ ਨੇ ਨਾ, ਹਜ਼ੂਰ ਪਾਤਸ਼ਾਹ ਜੀ ਉਹਨਾਂ ਦਾ ਸਾਥ ਛੱਡ ਕੇ ਕਦੇ ਵੀ ਕਿਧਰੇ ਚਲੇ ਨਹੀਂ ਜਾਂਦੇ। ਸਰ ਪਰ ਤੋਂ ਭਾਵ ਹੈ ਜ਼ਰੂਰ ਬਰ ਜ਼ਰੂਰ ਅਵਸ਼। ਗੁਰੂ ਪਾਤਸ਼ਾਹ ਜੀ ਤਿੰਨਾਂ ਆਪਣੇ ਪਿਆਰਿਆਂ ਨੂੰ ਅਵਸ਼ ਤਾਰਦੇ ਨੇ, ਜ਼ਰੂਰ ਬਰ ਜ਼ਰੂਰ ਤਾਰਦੇ ਨੇ, ਛੱਡ ਕਰਕੇ ਤਿੰਨਾਂ ਦਾ ਸਾਥ ਨਹੀਂ ਜਾਂਦੇ ਹਨ। ਛੋੜ ਨਾ ਜਾਈ, ਉਹਨਾਂ ਨੂੰ ਕਿਧਰੇ ਕਿਸੇ ਪ੍ਰਕਾਰ ਦੁੱਖਾਂ ਦੇ ਵਿੱਚ ਨਹੀਂ ਛੱਡ ਜਾਂਦੇ ਹਨ। ਉਹਨਾਂ ਨੂੰ ਕਿਸੇ ਪ੍ਰਕਾਰ ਬਿਪਤਾ ਭੀੜਾ ਦੇ ਵਿੱਚ ਨਹੀਂ ਛੱਡਦੇ ਹਨ। ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ, ਸਤਿਗੁਰ ਸਿਓ ਆ ਲਾਏ ਬੇੜੇ ਡੁੱਬਣ ਨਾ ਹੈ ਪਾਓ। ਬਿਪਤਾ ਬੇੜਾ ਡੁੱਬਦਾ ਹੋਵੇ ਤੇ ਮੋਢਾ ਲਾ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮੱਖਣ ਸ਼ਾਹ ਲੁਬਾਣੇ ਦੇ ਬੇੜੇ ਵਾਂਗੂ ਤਾਰ ਦਿੰਦੇ ਨੇ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੇਵਕ ਕਉ ਨਿਕਟੀ ਹੋਏ ਦਿਖਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ। ਜਿੱਥੇ ਜਿੱਥੇ ਸੇਵਕ ਯਾਦ ਕਰੇ ਉੱਥੇ ਉੱਥੇ ਪਹੁੰਚ ਜਾਂਦੇ ਨੇ। ਦੁੱਖ ਭੀੜਾ ਵਿੱਚ ਤੇ ਸਾਨੂੰ ਇਕੱਲਿਆਂ ਦੁਖੀ ਹੋਣ ਵਾਸਤੇ ਨਹੀਂ ਛੱਡਦੇ ਹਨ। ਐਸਾ ਸਤਿਗੁਰੂ ਜੀ ਦਾ ਬਿਰਦਾ ਪਿਆਰਿਓ ਜ਼ਰੂਰ ਬਰ ਜ਼ਰੂਰ ਆਪਣੇ ਗੁਰਸਿੱਖ ਪਿਆਰੇ ਨੂੰ ਤਾਰਦੇ ਹਨ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਦੁਖ ਰੋਗ ਸੋਗ ਬਿਸਰੈ ਜਬ ਨਾਮ। ਤੇ ਜਿਸ ਵੇਲੇ ਗੁਰਮੁਖ ਪਿਆਰੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦਾ ਉਪਦੇਸ਼ ਪ੍ਰਾਪਤ ਕਰਕੇ ਨਾਮ ਦਾ ਸਿਮਰਨ ਕਰਦੇ ਨੇ ਨਾ, ਫਿਰ ਉਹਨਾਂ ਦੇ ਸਾਰੇ ਦੁੱਖ ਰੋਗ ਤੇ ਸੋਗ ਜਿਹੜੇ ਨੇ ਵਿਸਰ ਹੀ ਜਾਂਦੇ ਨੇ, ਭੁੱਲ ਹੀ ਜਾਂਦੇ ਨੇ, ਮੁੱਕ ਹੀ ਜਾਂਦੇ ਨੇ, ਖਤਮ ਹੀ ਹੋ ਜਾਂਦੇ ਨੇ, ਅਸਤ ਵਿਅਸਤ ਹੋ ਜਾਂਦੇ ਨੇ, ਨੇਸਤੋਂ ਨਾਬੂਦ ਹੋ ਜਾਂਦੇ ਨੇ, ਨੇੜੇ ਤੇੜੇ ਵੀ ਨਹੀਂ ਰਹਿ ਜਾਂਦੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੱਚੀ ਬਾਣੀ ਨੂੰ ਗਾਇਨ ਕਰਦੇ ਨੇ, ਸੱਚੀ ਬਾਣੀ ਨੂੰ ਸ਼ਰਵਣ ਕਰਦੇ ਨੇ। ਦੁੱਖ ਜੀ, ਦੁੱਖ ਕਿਹੜਾ ਉਤਰਦਾ? ਜੰਮਣ ਮਰਨ ਦਾ। ਜੀ ਰੋਗ ਕਿਹੜਾ ਉਤਰਦਾ? ਹਉਮੈ ਦਾ ਰੋਗ ਉਤਰ ਜਾਂਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਰੋਗ ਨੇ ਉਹ ਦੂਰ ਹੋ ਜਾਂਦੇ ਨੇ। ਤੇ ਸੋਗ ਹਿਰਦੇ ਦੇ ਝੋਰੇ ਵੀ ਮਿਟ ਜਾਂਦੇ ਨੇ। ਦੁਨੀਆ ਦੇ ਅੰਦਰ ਰਹਿੰਦਿਆਂ ਕੋਈ ਘਾਟਾ ਪੈ ਜਾਵੇ, ਕੋਈ ਸੰਬੰਧੀ ਚੜ੍ਹਾਈ ਕਰ ਜਾਵੇ, ਕੋਈ ਨੁਕਸਾਨ ਹੋ ਜਾਵੇ ਤੇ ਦੁਨੀਆ ਬੜਾ ਸੋਗ ਮਨਾਉਂਦੀ, ਬੜਾ ਝੁਰਦੀ ਏ। ਪਰ ਵਾਹਿਗੁਰੂ ਜੀ ਦੇ ਪਿਆਰੇ ਨਾਮ ਦਾ ਸਿਮਰਨ ਕਰਕੇ, ਜਪ ਕਰਕੇ ਐਸੇ ਭਾਣੇ ਨੂੰ, ਸਤਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਨਾ ਜੰਮਣ ਮਰਨ ਦਾ ਦੁੱਖ, ਨਾ ਵਿਕਾਰਾਂ ਦੇ ਰੋਗ, ਤੇ ਨਾ ਕਿਸੇ ਨਫੇ ਨੁਕਸਾਨ ਦਾ ਉਹਨਾਂ ਨੂੰ ਸੋਗ ਤੇ ਝੋਰਾ। ਜਿਸ ਵੇਲੇ ਨਾਮ ਨੂੰ ਜਪਦੇ ਨੇ ਸਮਬਿਰਤੀ ਹੋ ਜਾਂਦੇ ਨੇ। ਦੁੱਖ ਸੁੱਖ ਦੇ ਵਿੱਚ ਮਨ ਦੀ ਅਵਸਥਾ ਇੱਕੋ ਜਿਹੀ ਤਿੰਨਾਂ ਦੀ ਬਣੀ ਰਹਿੰਦੀ ਹੈ। ਸਦਾ ਆਨੰਦ ਜਾ ਹਰ ਗੁਣ ਗਾਮ। ਸੋ ਮਹਾਰਾਜ ਉਹਨਾਂ ਦੀ ਉੱਚ ਅਵਸਥਾ ਕਿਵੇਂ ਐਸੀ ਬਣ ਆਉਂਦੀ ਏ? ਗਰੀਬ ਨਿਵਾਜ ਫਰਮਾਉਂਦੇ ਨੇ, ਜਾ ਹਰ ਗੁਣ ਗਾਮ। ਜਦੋਂ ਹਰ ਵੇਲੇ ਗਾਉਂਦੇ ਹੀ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਨੇ, ਇਸ ਕਰਕੇ ਸਦਾ ਆਨੰਦ, ਸਦੀਵ ਕਾਲ ਦਾ ਆਨੰਦ ਉਹਨਾਂ ਦੇ ਹਿਰਦੇ ਵਿੱਚ ਬਣ ਜਾਂਦਾ ਹੈ। ਉਹ ਆਨੰਦ ਕਦੇ ਵਿਸਰਦਾ ਨਹੀਂ। ਦੁੱਖ ਰੋਗ ਤੇ ਸੰਤਾਪ ਕਦੇ ਉਹਨਾਂ ਨੂੰ ਦੁਖੀ ਕਰਦੇ ਨਹੀਂ। ਬੁਰਾ ਭਲਾ ਕੋਈ ਨਾ ਕਹੀਜੈ। ਸੋ ਮਹਾਰਾਜ ਦੁਨੀਆ ਦੇ ਅੰਦਰ ਤੇ ਬੇਅੰਤ ਪ੍ਰਕਾਰ ਦੇ ਲੋਕ ਨੇ। ਹਜ਼ੂਰ ਫਰਮਾਉਂਦੇ, ਹਾਂ ਭਾਈ ਬੇਅੰਤ ਪ੍ਰਕਾਰ ਦੇ ਲੋਕ ਨੇ, ਪਰ ਤੁਸੀਂ ਕਿਸੇ ਨੂੰ ਬੁਰਾ ਭਲਾ ਨਾ ਕਹੋ। ਹੋਵੇ ਕੋਈ ਭਲਾ, ਤੁਸੀਂ ਕਹਿ ਦੋਗੇ ਬੁਰਾ, ਉਹ ਨਿੰਦਿਆ ਹੋਵੇਗੀ। ਇਸੇ ਪ੍ਰਕਾਰ ਹੋਵੇਗਾ ਬੁਰਾ, ਤੁਸੀਂ ਕਹੀ ਜਾਓਗੇ ਭਲਾ ਬੜਾ ਚੰਗਾ, ਤੇ ਉਹ ਝੂਠ ਹੋਵੇਗਾ। ਇਸ ਕਰਕੇ ਨਾ ਬੁਰਾ ਕਹੋ ਨਾ ਭਲਾ ਕਹੋ। ਤੇ ਦੂਸਰਾ ਅਰਥ ਬਣਦਾ ਹੈ, ਆਪਣੇ ਆਪ ਨੂੰ ਭਲਾ ਨਾ ਕਹੋ ਤੇ ਕਿਸੇ ਨੂੰ ਬੁਰਾ ਨਾ ਕਹੋ। ਮੰਦਾ ਜਾਣੈ ਆਪ ਕਹੋ, ਅਵਰ ਭਲਾ ਸੰਸਾਰ। ਬਾਕੀ ਸੰਸਾਰ ਆਪਣੇ ਲੈਵਲ ਤੇ ਭਲਾ ਹੋਵੇ ਜਾਂ ਨਾ ਹੋਵੇ, ਪਰ ਆਪਣੇ ਆਪ ਦੇ ਔਗਣ ਦੇਖ ਤੈਨੂੰ ਪਤਾ ਲੱਗੇਗਾ ਤੇਰੇ ਤੋਂ ਚੰਗੇ ਹੀ ਨੇ। ਇਸ ਕਰਕੇ ਭਾਈ ਕਿਸੇ ਨੂੰ ਬੁਰਾ ਨਹੀਂ ਕਹਿਣਾ ਤੇ ਆਪਣੇ ਆਪ ਨੂੰ ਭਲਾ ਨਹੀਂ ਕਹਿਣਾ। ਕਿਸੇ ਨੂੰ ਬੁਰਾ ਕਹੋਗੇ ਤੇ ਨਿੰਦਿਆ ਹੋਵੇਗੀ, ਤੇ ਜੇ ਆਪਣੇ ਆਪ ਨੂੰ ਕਹੀ ਜਾਓਗੇ ਮੈਂ ਚੰਗਾ, ਮੈਂ ਚੰਗਾ, ਮੈਂ ਬੜਾ ਜਗਿਆਸੂ, ਮੈਂ ਬੜਾ ਨਾਮ ਰਸੀਆ, ਮੈਂ ਬੜਾ ਨਿਤਨੇਮੀ, ਤੇ ਫਿਰ ਹੰਗਤਾ ਆ ਜਾਵੇਗੀ। ਇਸ ਕਰਕੇ ਕਿਸੇ ਨੂੰ ਬੁਰਾ ਨਾ ਕਹੋ ਤੇ ਖੁਦ ਨੂੰ ਭਲਾ ਵੀ ਨਾ ਕਹੋ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਭਾਈ ਗੁਰਦਾਸ ਸਾਹਿਬ ਜੀ ਨੇ 20 ਔਗਣ ਗਿਣੇ, 20 ਔਗਣ।
ਕਿ ਮਹਾਰਾਜ ਇੰਨੇ ਔਗਣ ਨੇ ਸਾਡੇ ਵਿੱਚ, ਬ੍ਰਹਮ ਗਿਆਨੀ ਹੁੰਦਿਆਂ ਵੀ ਸਾਨੂੰ ਸਿੱਖਿਆ ਦਿੱਤੀ ਹੈ ਨਾ। ਹਜ਼ੂਰ ਫਰਮਾਉਂਦੇ ਪਿਆਰਿਓ, ਆਪਣੇ ਆਪ ਨੂੰ ਇੰਨੇ ਲਾਇਕ, ਇੰਨੇ ਚੰਗੇ ਨਾ ਸਮਝੋ ਕਿ ਦੂਸਰੇ ਬੁਰੇ ਦੱਸਣੇ ਸ਼ੁਰੂ ਹੋ ਜਾਣ। ਕਿਸੇ ਨੂੰ ਬੁਰਾ ਨਾ ਕਹੋ, ਇਸੇ ਪ੍ਰਕਾਰ ਨਿੰਦਿਆ ਚੁਗਲੀ ਤੋਂ ਬਚ ਕੇ ਰਹੋ। ਹਜ਼ੂਰ ਫਰਮਾਵਣਾ ਕਰਦੇ ਨੇ ਨਾ, ਉਸਤਤ ਨਿੰਦਾ ਦੋ ਵਿਵਰਜਤ ਤਜੋ ਮਾਨ ਅਭਿਮਾਨਾ। ਨਾ ਕਿਸੇ ਦੀ ਬੁਰਿਆਈ ਕਰਨੀ ਏ ਤੇ ਨਾ ਕਿਸੇ ਦੀ ਝੂਠੀ ਖੁਸ਼ਾਮਦ ਕਰਨੀ ਏ, ਮਾਨ ਅਭਿਮਾਨ ਨੂੰ ਛੱਡ ਦੇਣਾ ਕਰੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ, ਬੁਰਾ ਭਲਾ ਕੋਈ ਨਾ ਕਹੀਜੈ। ਕਿਸੇ ਨੂੰ ਬੁਰਾ ਨਾ ਕਰੋ ਤੇ ਆਪਣੇ ਆਪ ਨੂੰ ਭਲਾ ਨਾ ਕਹੋ, ਨਹੀਂ ਤੇ ਹੰਗਤਾ ਆਵੇਗੀ। ਛੋੜ ਮਾਨ ਹਰ ਚਰਨ ਗਹੀਜੈ। ਤੇ ਹਿਰਦੇ ਦੇ ਵਿੱਚੋਂ ਛੱਡ ਦਿਓ ਮਾਣ ਕਿ ਮੈਂ ਬੜਾ ਚੰਗਾ ਹਾਂ, ਮੈਂ ਬੜਾ ਸਚਿਆਰ ਹਾਂ, ਮੈਂ ਬੜਾ ਉੱਤਮ ਹਾਂ, ਮੈਂ ਬੜਾ ਸੇਵਾਦਾਰ ਹਾਂ, ਮੈਂ ਬੜਾ ਦਾਨੀ ਹਾਂ, ਮੇਰੀ ਜਾਤ ਬੜੀ ਉੱਚੀ ਹੈ, ਮੈਨੂੰ ਬੜੀ ਉੱਚ ਵਿਦਿਆ ਹਾਸਲ ਹੈ, ਮੇਰਾ ਦੁਨੀਆ ਦੇ ਅੰਦਰ ਬੜਾ ਮਾਨ ਸਨਮਾਨ ਹੈ। ਛੱਡ ਦਿਓ ਇਸ ਝੂਠੇ ਮਾਣ ਨੂੰ। ਇਹ ਵਡਿਆਈਆਂ ਇੱਥੇ ਹੀ ਰਹਿ ਜਾਣੀਆਂ, ਚਿਖਾ ਤੱਕ ਵੀ ਨਾਲ ਨਹੀਂ ਜਾਣੀਆਂ। ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ। ਇਹ ਵਡਿਆਈਆਂ ਜਿਹੜੀਆਂ ਬੰਦੇ ਨੂੰ ਫੁਲਾ ਦਿੰਦੀਆਂ, ਖੁਸ਼ਾਮਦ ਜਿਹੜੀ ਹੈ ਨਾ, ਬੰਦਾ ਐਸੀ ਹਵਾ ਚ ਆ ਜਾਂਦਾ, ਆਪਣੇ ਆਪ ਨੂੰ ਵੱਡਾ ਕਹਿਣ ਲੱਗ ਜਾਂਦਾ ਤੇ ਵੱਡੇ ਦਾ ਨਾਮ ਜਪਣਾ ਫਿਰ ਭੁੱਲ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਕਰਕੇ ਇਹਨਾਂ ਮਾਣ ਵਡਿਆਈਆਂ ਦਾ ਖਹਿੜਾ ਛੱਡ ਕੇ ਹਾਰੇ ਚਰਨ ਗਹੀਜੈ। ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਓ, ਨਾਮ ਰੂਪੀ ਚਰਨਾਂ ਨੂੰ ਪਕੜ ਲੈਣਾ ਕਰੋ, ਫੜਨਾ ਕਰੋ। ਕਹੋ ਨਾਨਕ ਗੁਰ ਮੰਤਰ ਚਿਤਾਰ। ਗਰੀਬ ਨਿਵਾਜ, ਸਾਡਾ ਪਾਰ ਉਤਾਰਾ ਕਿਵੇਂ ਹੋਵੇ? ਅਸੀਂ ਕਿਰਤ ਵਿਰਤ ਕਰਦੇ ਹਾਂ, ਘਰ ਪਰਿਵਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਕਿਵੇਂ ਤਰ ਜਾਈਏ? ਤੇ ਹਜ਼ੂਰ ਫਰਮਾਉਂਦੇ ਨੇ, ਇੱਕ ਤੇ ਗੁਰੂ ਕੇ ਚਰਨਾਂ ਤੋਂ ਵਿਛੋੜਾ ਨਹੀਂ ਪੈਣਾ ਚਾਹੀਦਾ। ਗੁਰ ਚਰਨ ਗਹੀਜੈ, ਹਰ ਚਰਨ ਗਹੀਜੈ। ਹਰੀ ਪਰਮਾਤਮਾ ਜੀ ਦਾ ਸਰੂਪ ਸਤਿਗੁਰੂ ਜੀ ਦੇ ਚਰਨੀ ਲੱਗ ਕੇ ਰਹਿਣਾ। ਤੇ ਦੂਸਰਾ ਕਾਰਜ ਇਹ ਕਰਨਾ, ਕਹੋ ਨਾਨਕ ਗੁਰ ਮੰਤਰ ਚਿਤਾਰ। ਸਤਿਗੁਰੂ ਜੀ ਦਾ ਜਿਹੜਾ ਬਖਸ਼ਿਆ ਹੋਇਆ ਗੁਰਮੰਤਰ ਵਾਹਿਗੁਰੂ ਹੈ ਨਾ, ਉਸ ਨੂੰ ਹਿਰਦੇ ਦੇ ਅੰਦਰ ਚਿਤਾਰਦੇ ਹੀ ਰਹਿਣਾ, ਚਿਤਾਰਦੇ ਹੀ ਰਹਿਣਾ, ਹਿਰਦੇ ਦੇ ਅੰਦਰ ਸਿਮਰਦੇ ਹੀ ਰਹਿਣਾ। ਮਹਾਰਾਜ ਕਿਤਨਾ ਕੁ ਸਮਾਂ ਸਿਮਰੀਏ? ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਚੱਲਦਿਆਂ, ਬੈਠਿਆਂ, ਸੌਂਦਿਆਂ, ਜਾਗਦਿਆਂ ਗੁਰੂ ਕੇ ਮੰਤਰ ਨੂੰ ਹਰ ਵੇਲੇ ਹਿਰਦੇ ਦੇ ਅੰਦਰ ਚਿਤਾਰਦਾ ਹੀ ਰਹੋ। ਤੇ ਯਾਦ ਰੱਖੀ, ਤਿਆਗ ਦੇਤ ਗੁਰ ਮੰਤਰ ਜੋ ਸਿੱਧ ਪੀ ਨਰਕੇ ਜਾਤ। ਭਾਵੇਂ ਗੋਰਖਨਾਥ ਮਛੰਦਰਨਾਥ ਵਾਂਗੂ ਸਿੱਧ ਹੋ ਕੇ ਸ਼ਕਤੀਆਂ ਪ੍ਰਾਪਤ ਕਰ ਲਵੇ, ਪਰ ਜੇ ਗੁਰੂ ਕਾ ਮੰਤਰ ਤਿਆਗ ਦਿੱਤਾ ਤੇ ਫਿਰ ਨਰਕਾਂ 'ਚ ਜਾਣਾ ਪਵੇਗਾ। ਇਸ ਕਰਕੇ ਗੁਰੂ ਕੇ ਮੰਤਰ ਨੂੰ ਹਿਰਦੇ ਚੋਂ ਕਦੇ ਵਿਸਾਰਨਾ ਨਹੀਂ, ਸਦਾ ਚਿਤਾਰਦੇ ਰਹਿਣਾ ਹੈ। ਸੁਖ ਪਾਵੇ ਸਾਚੇ ਦਰਬਾਰ। ਤੇ ਪਿਆਰਿਓ, ਫਿਰ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਦਰਬਾਰ ਸਤ ਸੰਗਤ ਦੇ ਅੰਦਰ, ਸੱਚੇ ਦਰਬਾਰ ਸਾਧ ਸੰਗਤ ਦੇ ਅੰਦਰ, ਸੱਚੇ ਦਰਬਾਰ ਸੱਚਖੰਡ ਦਰਬਾਰ ਦੇ ਅੰਦਰ ਸੁਖ ਪਾਵਾ ਹੈ। ਸਦੀਵ ਕਾਲ ਵਾਸਤੇ ਸੁਖ ਪਾਵਣਾ ਕਰੋਗੇ, ਭਾਵ ਸੱਚਖੰਡ ਨੂੰ ਪ੍ਰਾਪਤ ਕਰਕੇ ਸਦੀਵ ਕਾਲ ਆਤਮ ਸੁਖ ਨੂੰ ਪਾਵਣਾ ਕਰੋਗੇ। ਸੁਖ ਖੱਖੇ ਨੂੰ ਔਂਕੜ ਹੈ। ਸੱਚੇ ਦਰਬਾਰ ਸਤ ਸੰਗਤ ਸਾਧ ਸੰਗਤ ਦੁਆਰਾ ਸਦੀਵ ਕਾਲ ਦੇ ਆਤਮ ਸੁਖ ਨੂੰ ਪਾ ਲੈਣਾ ਕਰੋਗੇ। ਇਸੇ ਪ੍ਰਕਾਰ ਸੁਖ ਪਾਵ ਹੈ, ਜੋ ਸੁਖ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਨਾ, ਉਸ ਨੂੰ ਹੀ ਪ੍ਰਾਪਤ ਕਰ ਲਵੋਗੇ। ਸੱਚਾ ਦਰਬਾਰ ਤੋਂ ਉਸਦੇ ਸੱਚੇ ਦਰਬਾਰ ਦੇ ਵਿੱਚ ਮੁਖ ਉਜਲਾ ਹੋਵੇਗਾ। ਜਦੋਂ ਹਰੀ ਵਾਹਿਗੁਰੂ ਜੀ ਦੇ ਸਰੂਪ ਸਤਿਗੁਰੂ ਜੀ ਦੇ ਚਰਨ ਪਕੜ ਕਰਕੇ ਹਰ ਵੇਲੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਨੂੰ ਚਿਤਾਰਦੇ ਹੀ ਰਹੋਗੇ, ਫਿਰ ਦੁੱਖ ਰੋਗ ਸੰਤਾਪ ਨਹੀਂ ਲੱਗਣਗੇ, ਫਿਰ ਦੁੱਖ ਰੋਗ ਤੇ ਸੋਗ ਨਹੀਂ ਲੱਗਣਗੇ, ਫਿਰ ਮੌਤ ਦੇ ਪਾਸੋਂ ਤੇ ਜਮਾ ਦੇ ਪਾਸੋਂ ਡਰਨਾ ਨਹੀਂ ਹੋਵੇਗਾ, ਫਿਰ ਝੋਰਿਆਂ ਦੇ ਵਿੱਚ ਕੱਢ ਕੱਢ ਕੇ ਝੁਰਨਾ ਤੇ ਰੁੜਨਾ ਨਹੀਂ ਹੋਵੇਗਾ। ਫਿਰ ਤੇ ਸੁਖ ਹੀ ਸੁਖ, ਸਦੀਵ ਕਾਲ ਦਾ ਸੁਖ, ਕਿਉਂਕਿ ਸੁੱਖਾਂ ਦਾ ਦਾਤਾ ਜੋ ਪ੍ਰਾਪਤ ਹੋ ਜਾਵੇਗਾ। ਫਿਰ ਉਹਨਾਂ ਨੂੰ ਜੋ ਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਣ ਵਾਲੇ ਗੁਰਚਰਨਾਂ ਦੇ ਪ੍ਰੇਮੀ ਨੇ ਨਾ ਪਿਆਰਿਓ, ਫਿਰ ਉਹਨਾਂ ਨੂੰ ਜਮਾ ਦਾ ਤੇ ਮੌਤ ਦਾ ਡਰ ਨਹੀਂ ਤੰਗ ਕਰਦਾ, ਨਹੀਂ ਪਾਉਂਦਾ, ਸੰਤਾਪ ਨਹੀਂ ਦਿੰਦਾ ਹੈ। ਇਸ ਪ੍ਰਕਾਰ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਇਸ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ। ਸੋ ਜਿਤਨਾ ਪ੍ਰਬੰਧਕ ਜਨਾਂ ਵੱਲੋਂ ਸਮੇਂ ਦੀ ਪ੍ਰਾਪਤੀ ਹੋਈ ਸੀ, 1.5 ਘੰਟਾ ਸਮਾਂ ਸਮਾਪਤ ਹੈ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਰਮ ਕਿਰਪਾਲੂ ਜੀ ਆਪ ਜੀ ਨੇ ਕਿਰਪਾਲਤਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ। ਤੇ ਇਸ ਦਿਹਾੜੇ ਨੂੰ ਸਮਰਪਿਤ, ਜੋ ਕਿ ਕੱਲ ਦਾ ਦਿਨ ਛੱਡ ਕੇ ਪਰਸੋਂ ਆ ਰਿਹਾ ਹੈ, ਪਹਿਲਾ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਵਿਚਾਰ ਆਪ ਜੀ ਦੀ ਨਜ਼ਰ
ਤੇ ਧੁਰ ਕੀ ਬਾਣੀ ਦਰਗਾਹੀ ਬਾਣੀ ਦੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚੋਂ ਦੋ ਸ਼ਬਦਾਂ ਦੇ ਅਰਥ ਆਪ ਜੀ ਦੀ ਨਜ਼ਰ ਕੀਤੇ ਗਏ ਨੇ। ਸਤਿਗੁਰਾਂ ਦਾ ਪਾਵਨ ਇਤਿਹਾਸ ਅਤੇ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋਣੀਆਂ, ਤਰੁੱਟੀਆਂ ਰਹਿ ਜਾਣੀਆਂ ਸੁਭਾਵਿਕ ਨੇ। ਤਖਤਾਂ ਤੇ ਸੁਭਾਏਮਾਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਤਿਗੁਰੂ ਜੀ ਦੀ ਸਮੁੱਚੀ ਸਾਧ ਸੰਗਤ ਬਖਸ਼ਣਯੋਗ ਹੈ। ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਵਿੱਚ ਧਾਰਨ ਦਾ ਯਤਨ ਕਰਨਾ, ਜਿਸ ਦੇ ਨਾਲ ਸਾਡਾ ਪੜ੍ਹਿਆ, ਸਰਵਣ ਕੀਤਾ, ਕਥਨ ਕੀਤਾ ਸਫਲਾ ਹੋਵੇ। ਕੱਲ ਅਤੇ ਪਰਸੋਂ ਦੇ ਦੀਵਾਨ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੰਪਾਦਨਾ ਦੇ ਪਰਥਾਏ ਗੁਰ ਇਤਿਹਾਸ ਚੋਂ ਬਚਨ ਸਰਵਣ ਕਰਾਂਗੇ ਜੀ। ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਕਹੁ ਨਾਨਕ ਗੁਰ ਮੰਤਰ ਚਿਤਾਰ, ਸੁਖ ਪਾਵਹਿ ਸਾਚੈ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਹਰਿ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਇ। ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰਾ ਗਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।